ਲਓ ਜੀ, ਇੱਕ ਵਾਰ ਫਿਰ ਤੋਂ ਤੁਹਾਡੇ ਨਾਲ ਹਾਜ਼ਰੀ ਪ੍ਰੋਗਰਾਮ ਪ੍ਰਾਈਮ ਫੋਕਸ ਦੇ ਵਿੱਚ। ਮੈਂ ਗੁਰਪ੍ਰੀਤ ਸਿੰਘ ਸੰਧਾਵਾਲੀਆ ਤੇ 24 ਘੰਟਿਆਂ ਦਾ ਲੇਖਾ ਜੋਖਾ ਇਸ ਪ੍ਰੋਗਰਾਮ 'ਚ ਕਰਨ ਦੀ ਕੋਸ਼ਿਸ਼ ਕਰੀਦੀ ਹੈ। ਜੋ ਕੁਛ ਵੀ ਇੱਧਰ ਉੱਧਰ ਘਟਿਆ ਵਾਪਰਿਆ ਹੁੰਦਾ ਆਪ ਜੀ ਦੇ ਨਾਲ ਅਸੀਂ ਸਾਂਝਾ ਕਰ ਲੈਂਦੇ ਹਾਂ। ਪ੍ਰੋਗਰਾਮ 'ਚ ਮੇਰੇ ਨਾਲ ਹੁੰਦੇ ਨੇ ਪਰਮਵੀਰ ਬਾਠ ਹੋਰੀ। ਇੱਕ ਵਾਰ ਫਿਰ ਤੋਂ ਉਹਨਾਂ ਦੇ ਨਾਲ ਤਾਰ ਜੋੜੀ ਹੈ। ਜੇ ਚੱਲ ਪਿਆ ਕੰਮ ਤਾਂ ਫਿਰ 1 ਘੰਟਾ ਗੱਲਾਂ ਬਾਤਾਂ ਕਰਾਂਗੇ। ਕੀ ਹਾਲ ਨੇ ਬਾਠ ਸਾਹਿਬ? ਚੜ੍ਹਦੀ ਕਲਾ ਸੰਧਾਲੀਆ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਤੁਸੀਂ ਸੁਣਾਓ, ਕੀ ਹਾਲ ਚਾਲ ਨੇ? ਬਸ ਸਤਿ ਸ਼੍ਰੀ ਅਕਾਲ ਮਹਾਰਾਜ, ਹਾਲ ਚਾਲ ਵਧੀਆ ਨੇ ਜੀ, ਚੱਲੀ ਜਾਂਦੇ ਨੇ ਹੌਲੀ ਹੌਲੀ। ਗਰਮੀਓਂ ਗਰਮੀ ਕੰਮ ਹੋ ਗਿਆ। ਜਿਨ੍ਹਾਂ ਦਰਿਆਵਾਂ ਝੀਲਾਂ 'ਤੇ ਪਹਿਲਾਂ ਆਮ ਹੀ ਗੱਡੀ ਲੈ ਕੇ ਚੜ੍ਹ ਜਾਂਦੇ ਸੀ ਲੋਕੀ, ਉਹਨਾਂ ਦੇ ਉੱਤੇ ਉਹਨਾਂ ਨੇ ਬੋਰਡ ਲਾਤਾ ਵੀ ਹੁਣ ਭਾਈ ਇੱਥੇ ਗੱਡੀ ਲੈ ਕੇ ਨਾ ਵੜਿਓ, ਇਹ ਨਾ ਹੋਵੇ ਗੱਡੀ ਸਮੇਤ ਤੁਸੀਂ ਨਾ ਲੱਭੋ ਮੁੜ ਕੇ। ਅਤੇ ਜਿਹੜੀ ਇੱਧਰ ਉੱਧਰ ਸੜਕਾਂ ਕੰਢੇ ਸੀ ਉਹ ਹੁਣ ਕਿਤੇ ਲੱਭਦੀ ਨਹੀਂ ਬਰਫ਼। ਸੋ ਕੁੱਲ ਮਿਲਾ ਕੇ ਦੁਨੀਆ ਹੁਣ ਗਰਮੀਓਂ ਗਰਮੀ ਹੋਣ ਨੂੰ ਫਿਰਦੀ ਆ। ਪਰ ਮੈਨੂੰ ਲੱਗਦਾ ਜਿਸ ਧਰਤੀ 'ਤੇ ਤੁਸੀਂ ਬੈਠੇ ਆ ਇੱਧਰ ਹੌਲੀ ਹੌਲੀ ਹੋਣਾ ਦੇਣੇ ਵੀ ਜੈਕਟਾਂ ਮੋਟੀਆਂ ਲੈ ਲਈਏ, ਸਿਆਲ ਆਉਣ ਵਾਲਾ ਇੱਦਾਂ ਹੀ। ਸੰਧਾਲੀਆ ਸਾਹਿਬ, ਇੱਥੇ ਤਾਂ ਹੋ ਗਿਆ ਜੀ ਕੰਮ ਸ਼ੁਰੂ ਹੁਣ। ਅੱਜ ਵੀ ਮੈਨੂੰ ਲੱਗਦਾ ਕਿ ਜਦੋਂ ਮਾੜਾ ਜਿਹਾ ਮੀਂਹ ਪੈ ਜਾਂਦਾ ਤੇ ਨਾਲ ਹੀ ਜੈਕਟਾਂ ਨਿਕਲ ਜਾਂਦੀਆਂ। ਜਿਹੜੀਆਂ ਬਜ਼ੁਰਗ ਔਰਤਾਂ ਨੇ, ਬਜ਼ੁਰਗ ਬੰਦੇ ਨੇ, ਉਹਨਾਂ ਨੇ ਤਾਂ ਆਮ ਹੀ ਅੱਧੀ ਬਾਂਹ ਦੀ ਜੈਕਟ ਤਾਂ ਜਿਹੜੀ ਉਹ ਪਾਈ ਹੁੰਦੀ ਹੈ ਜਾਂ ਬਾਂਹ ਦੇ ਉੱਤੇ ਨਾਲ ਟੰਗੀ ਹੁੰਦੀ ਹੈ ਕਿ ਭਾਈ ਪਤਾ ਨਹੀਂ ਕਿਹੜੇ ਵੇਲੇ ਪਾਉਣੀ ਪੈ ਜਾਣੀ ਹੈ। ਪਰ ਬਿਲਕੁਲ ਤਿਆਰੀ ਹੈ ਜੀ। ਦਸਤਕ ਠੰਡ ਦੇ ਰਹੀ ਹੈ, ਬੂਹਾ ਖੜਕਾ ਰਹੀ ਹੈ। ਤੇ ਮੈਂ ਇੰਨਾ ਕੁ ਜ਼ਰੂਰ ਪੁੱਛਣਾ ਸੀ ਕਿ ਹੁਣ ਝੱਗੇ 'ਚ ਆ ਗਏ ਹੋ ਕਿ ਅੱਜ ਸਵੇਰੇ ਸ਼ਾਮ ਜੈਕਟ ਮਾੜੀ ਮੋਟੀ ਪਾਉਣੀ ਪੈਂਦੀ ਹੈ? ਗਰਮੀ ਦੇ ਹਾਲਾਤ ਕਿੱਦਾਂ ਦੇ ਨੇ? ਨਹੀਂ, ਜੈਕਟ ਤਾਂ ਮਾੜੀ ਮੋਟ ਰੱਖਣੀ ਪੈਂਦੀ ਆ। ਇਹ ਜਿਹੜੇ ਬੰਦੇ ਆਪਾਂ ਉੱਧਰੋਂ ਜਹਾਜ਼ਾਂ 'ਤੇ ਚੜ੍ਹ ਕੇ ਆਏ ਨਾ ਭਾਰਤ ਵਾਲੇ ਪਾਸਿਓਂ, ਇੰਨੀ ਛੇਤੀ ਆਪਣੇ ਕੋਲੋਂ ਜੈਕਟ ਨਹੀਂ ਲੱਥਣੀ। ਇਹ ਇੱਧਰ ਵਾਲੇ ਬੰਦੇ ਜਿਹੜੇ ਇੱਥੋਂ ਦੇ ਪੱਕੇ ਵਸਨੀਕ ਨੇ, ਪੁਰਾਣੇ, ਉਹਨਾਂ ਦੀ ਰੀਸ ਨਹੀਂ ਕੀਤੀ ਜਾ ਸਕਦੀ। ਹਾਂ, ਉਹਨਾਂ ਦੇ ਨਿਆਣੇ ਨਿਉਣੇ ਗਾਂਹ ਅਜੇ ਉਹ ਟੀ-ਸ਼ਰਟਾਂ ਅਤੇ ਨਿੱਕਰਾਂ 'ਚ ਆ ਗਏ ਆ। ਉਹਨਾਂ ਵੱਲ ਵੇਖ ਕੇ ਆਪਣੇ ਵਾਲੇ ਕਹਿੰਦੇ ਆ ਵੀ ਤੁਸੀਂ ਸਾਨੂੰ ਆਖੀਆਂ ਨੇ ਟੋਪੀ ਪਾ ਲਓ। ਉਹਨਾਂ ਨੇ ਤਾਂ ਲੀੜੇ ਵੀ ਪੂਰੇ ਨਹੀਂ ਪਾਏ। ਫਿਰ ਉਹਨਾਂ ਨੂੰ ਸਮਝਾਉਣਾ ਪੈਂਦਾ ਵੀ ਵੀਰ ਮੇਰਿਆ, ਉਹਨਾਂ ਦੇ ਦਾਦੇ ਪੜਦਾਦੇ ਬਰਫਾਂ 'ਚ ਰਹਿੰਦੇ ਰਹੇ ਆ ਅਤੇ ਆਪਣੇ ਵਾਲੇ ਦੇ ਉੱਥੇ ਬਕੈਣ ਥੱਲੇ ਪੱਖੀ ਝੱਲਦੇ ਰਹੇ ਵੀ ਓਏ ਹੋਏ 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 ਗਰਮੀ ਬੜੀ ਆ। ਆਪਾਂ ਨੂੰ ਸੈੱਟ ਨਹੀਂ ਆਉਣੀ ਕਹਾਣੀ ਅਜੇ ਵੀ ਸੰਧਾਲੀਆ ਸਾਹਿਬ, ਤੁਸੀਂ ਦੇਖੋ ਦੁਨੀਆ ਦੇ ਜਿਹੜੇ ਮਰਜ਼ੀ ਮੁਲਕਾਂ ਦੇ ਵਿੱਚ ਆਪਾਂ ਚਲੇ ਜਾਈਏ, ਆਪਣੀਆਂ ਸਟੇਟਮੈਂਟਾਂ ਇੱਕੋ ਜਿਹੀਆਂ ਹੀ ਹੁੰਦੀਆਂ। ਉਹ ਕਿੰਨੀ ਵਾਰੀ ਹੁੰਦਾ ਨਾ, ਆ ਮੁੜ ਕੇ ਤੇਰਾ ਨੱਕ ਵਗਣਾ ਹੀ, ਮੁੜ ਕੇ ਤੂੰ ਸਣੂ ਕਰਦਾ ਫਿਰਨਾ, ਆ ਤੈਨੂੰ ਕਿੰਨੀ ਵਾਰੀ ਕਿਹਾ ਛਾਤੀ ਢੱਕ ਕੇ ਜਾਇਆ ਕਰ, ਮਾੜਾ ਜਿਹਾ ਕੱਪੜਾ ਕੋਈ ਪਾ ਲਾਂਗਾ, ਮੈਂ ਨਹੀਂ ਪਾਉਣਾ, ਇੱਥੇ ਮੈਨੂੰ ਗਰਮੀ ਲੱਗਦੀ ਆ, ਮੈਂ ਕਰਨੀ ਆ। ਨਿਆਣੇ ਝਾਈਆਂ ਨਹੀਂ ਵਟ ਪੈਂਦੇ ਹੁੰਦੇ ਮੋਹਰਿਓਂ। ਹਾਂ, ਨਹੀਂ ਉਹ ਬਿਲਕੁਲ ਇਸੇ ਤਰ੍ਹਾਂ ਦਾ, ਉਹਦੇ 'ਚ ਕੋਈ ਫਰਕ ਨਹੀਂ ਹੈਗਾ। ਸੋ ਮੈਨੂੰ ਲੱਗਦਾ ਵੀ ਹੋ ਸਕਦਾ ਵੀ ਜਦੋਂ ਗਾਂਹ ਕੋਈ ਥੋੜ੍ਹਾ ਬਹੁਤ ਸਮਾਂ ਇੱਥੇ ਲਾ ਲੈਣ ਫਿਰ ਹੌਲੀ ਹੌਲੀ ਫਰਕ ਪੈ ਜਾਵੇ। ਪਰ ਜਿਹੜੇ ਬੰਦੇ ਆਪਣੇ ਪੁਰਾਣੇ ਮਤਲਬ ਇੱਥੇ ਰਹਿੰਦੇ ਨੇ ਪੰਜਾਬੀ, ਉਹਨਾਂ ਦੇ ਨਿਆਣੇ ਵੀ ਅਜੇ ਮੈਂ ਵੇਖਿਆ ਉਹ ਵੀ ਆਪਣੇ ਵਾਂਗੂ ਜਿੱਦਾਂ ਜੈਕਟਾਂ ਵਾਲੇ ਹੀ ਨੇ। ਅਜੇ ਇਹਦਾ ਮਤਲਬ ਇਹ ਹੋ ਗਿਆ ਵੀ 4-5 ਪੀੜ੍ਹੀਆਂ ਤੋਂ ਜ਼ਿਆਦਾ ਸਮਾਂ ਕਿਤੇ ਬੰਦਾ ਇੱਥੇ ਰਵੇ ਅਤੇ ਫਿਰ ਹੋ ਸਕਦਾ ਇੱਥੋਂ ਦੇ ਮੌਸਮ ਦੇ ਹਿਸਾਬ ਨਾਲ ਗਾਂਹ ਸਰੀਰ ਬਣਨ। ਅਜੇ ਤਾਂ ਉਹ ਪੰਜਾਬ ਵਾਲੇ ਹਿਸਾਬ ਨਾਲ ਹੀ ਚੱਲਦੇ ਆ। ਨਹੀਂ, ਠੀਕ ਹੈ ਤੁਹਾਡੀ ਗੱਲ। ਬਾਕੀ ਸੰਧਾਲੀਆ ਸਾਹਿਬ, ਇੱਥੇ ਅੱਜ ਸਿੱਖ ਖੇਡਾਂ ਦਾ ਤੀਸਰਾ ਤੇ ਆਖਰੀ ਦਿਨ ਹੈ ਤੇ ਬਹੁਤ ਸਾਰੇ ਜਿਹੜੇ ਇੱਥੋਂ ਦੇ ਆਪਣੇ ਪ੍ਰਾਈਮ ਏਸ਼ੀਆ TV ਵੇਖਣ ਵਾਲੇ ਪਰਿਵਾਰ ਦੇ ਮੈਂਬਰ ਹੈ, ਤੁਹਾਨੂੰ ਵੀ ਚੇਤੇ ਕਰਦੇ ਸੀ। ਮਹਾਰਾਜ ਮੈਂ ਸਫਾਈਆਂ ਦਿੰਦਾ ਰਿਹਾ, ਕਹਿੰਦੇ ਜੀ ਭਾਊ ਨੂੰ ਨਾਲ ਨਹੀਂ ਲੈ ਕੇ ਆਏ। ਮੈਂ ਕਿਹਾ ਵੀ ਭਾਊ ਨੇ ਹੁਣ ਆਪ ਆਉਣਾ ਤੇ ਅਗਲੀ ਵਾਰੀ ਫਿਰ ਐਡੀਲੇਡ ਦੇ ਵਿੱਚ ਨੇ ਜੀ 36ਵੀਆਂ ਸਿੱਖ ਖੇਡਾਂ, ਤੇ ਉੱਥੇ ਫਿਰ ਆਪਾਂ ਚੱਲਣਾ ਹੀ। ਨਹੀਂ ਚੱਲਾਂਗੇ, ਪੱਕਾ ਚੱਲਾਂਗੇ ਜੀ, ਜ਼ਰੂਰ। ਹੁਣੇ ਵਾਅਦਾ ਕਰ ਲੈਂਦੇ ਹਾਂ। ਤੇ ਹੁਣ ਆਈਏ ਜੀ ਖਬਰਾਂ ਵਾਲੇ ਪਾਸੇ, ਮਾੜਾ ਕਰੀਏ ਜੀ। ਵੇਖੋ, ਖਬਰਾਂ ਵਾਲੇ ਪਾਸੇ ਗੱਲ ਇਹ ਆ ਵੀ ਖਬਰਾਂ ਅੱਜ ਵਾਹਵਾ ਨੇ ਇੱਧਰ ਉੱਧਰ ਦੀਆਂ, ਕੁਛ ਗੋਲ ਕੁਛ ਮਟੋਲ, ਅਤੇ ਇਹ ਸਾਰੇ ਕੁਛ ਦੇ ਵਿੱਚ ਨਾ ਕਈ ਤਰ੍ਹਾਂ ਦੇ ਚਰਚੇ ਨੇ। ਪਰ ਉਹਦੇ ਤੋਂ ਪਹਿਲਾਂ ਮੈਨੂੰ ਇਹ ਸੀ ਵੀ ਇੱਕ ਨਿੱਕੀ ਜਿਹੀ ਗੱਲ ਆਪਾਂ ਜ਼ਰੂਰ ਕਰ ਲਈਏ। ਉਹ ਸੰਬੰਧਿਤ ਵੈਸੇ ਹੈਗੀ ਆ ਕਿ ਵੀ ਕਿਉਂਕਿ ਹੁਣ ਨਾ ਜਿੱਦਾਂ ਆਪਾਂ ਇਹ ਦੇਖਦੇ ਹਾਂ ਕਿ ਵੱਖ-ਵੱਖ ਸਕੂਲਾਂ ਕਾਲਜਾਂ ਦੇ ਵਿੱਚ, ਜਿਹੜੇ ਵਿਦੇਸ਼ਾਂ ਦੀ ਮੈਂ ਗੱਲ ਕਰਦਾ, ਉਹਨਾਂ ਦੇ ਗਾਂਹ ਸ਼ੁਰੂ ਹੋਣੇ ਹੁੰਦੇ ਸਮੈਸਟਰ, ਅਤੇ ਆਪਣੇ ਕਈ ਨੌਜਵਾਨ ਪੀੜ੍ਹੀ ਜਿਹੜੀ ਆ ਉਹ ਦਾਖਲਾ ਮਿਲ ਗਿਆ, ਕਿਸੇ ਨੂੰ ਨਹੀਂ ਮਿਲਿਆ, ਕੋਈ ਫਟਾਫਟ ਕਾਹਲੀ 'ਚ ਆ। ਅਤੇ ਮੈਨੂੰ ਇਹ ਸੀ ਥੋੜ੍ਹੀ ਜਿਹੀ ਆਪਾਂ ਇਹ ਜ਼ਿਕਰ ਜ਼ਰੂਰ ਕਰ ਦਈਏ ਵੀ ਉਹ ਜਿਹੜੀ ਪਿਛਲੇ ਦਿਨਾਂ ਦੀ ਘਟਨਾ ਸੀ ਜਿਹਦੇ 'ਚ ਉਹ 700 ਦੇ ਕਰੀਬ ਬੱਚੇ ਜਿਹੜੇ ਸੀ ਉਹ ਵਿਚਾਰੇ ਅਜੇ ਪਰੇਸ਼ਾਨ ਹੁੰਦੇ ਪਏ ਆ। ਪਿਛਲੇ ਦਿਨੀ ਸ਼ੌਨ ਫਰੇਜ਼ਰ ਸਾਹਿਬ ਇੱਥੇ ਕੈਲਗਰੀ ਆਏ ਸੀ, ਪੁੱਛਿਆ ਸੀ ਉਹਨਾਂ ਨੂੰ ਵੀ ਕੀ ਪ੍ਰੋਗਰਾਮ ਆ ਜੀ, ਅਤੇ ਗੱਲ ਉਹਨਾਂ ਨੇ ਕਹੀ ਵੀ ਸਾਡਾ ਧਿਆਨ ਹੈ, ਅਸੀਂ ਕੋਈ ਨਹੀਂ ਦੇਖ ਰਹੇ ਹਾਂ ਜੀ ਵੀ ਕਿਹੜਾ ਬੰਦਾ ਕਸੂਰਵਾਰ ਆ। ਸੋ ਮੈਨੂੰ ਇਹ ਸੀ ਕਿ ਵੀ ਜਦੋਂ ਇੱਕ ਵਾਰ ਇੱਕ ਕੇਸ ਸਾਹਮਣੇ ਆ ਚੁੱਕਾ ਅਤੇ ਹੁਣ ਕਿਉਂਕਿ ਅਜੇ ਵੀ ਬੰਦੇ ਬਹੁਤਾ ਕਰਕੇ ਸਹੀ ਕੰਮ ਕਰਦੇ ਨੇ, ਪਰ ਜਿਹੜੇ ਉਹੋ ਜਿਹੇ ਏਜੰਟ ਨੇ ਜਿਨ੍ਹਾਂ ਨੂੰ ਹੁੰਦਾ ਵੀ ਇੱਕ ਵਾਰ ਜੇ ਕੋਈ ਮੁਰਗੀ ਆ ਗਈ ਹੈ ਅਤੇ ਵੱਢ ਲਓ, ਮੁੜ ਕੇ ਇਹ ਜਾਣੇ ਅਤੇ ਇਹਦਾ ਕੰਮ ਜਾਣੇ, ਆਪਾਂ ਦੇ ਪੈਸੇ ਲੈ ਕੇ ਪਾਸੇ ਹੋ ਜਾਣਾ। ਸੋ ਮੈਨੂੰ ਇਹ ਸੀ ਵੀ ਆਪਾਂ ਉਹ ਜ਼ਰੂਰ ਬੇਨਤੀ ਕਰ ਦਈਏ ਵੀ ਅੱਜ ਕੱਲ੍ਹ ਸਾਰਾ ਕੁਛ ਔਨਲਾਈਨ ਹੈ। ਤੁਸੀਂ ਵੈਬਸਾਈਟ 'ਤੇ ਜਾ ਕੇ ਜਾਂ ਜਿਸ ਵੀ ਸਕੂਲ, ਕਾਲਜ, ਯੂਨੀਵਰਸਿਟੀ ਦੀ ਤੁਹਾਨੂੰ ਆਫਰ ਲੈਟਰ ਮਿਲਦੀ ਆ, ਉਹਦੇ ਨਾਲ ਸਿੱਧਾ ਰਾਬਤਾ ਈਮੇਲ ਦੇ ਜ਼ਰੀਏ, ਫੋਨ ਦੇ ਜ਼ਰੀਏ ਕਰਕੇ ਆਪਣੀ ਆਫਰ ਲੈਟਰ ਦੀ ਕਨਫਰਮੇਸ਼ਨ ਲੈ ਕੇ ਤੁਰੋ ਵੀ ਤੁਸੀਂ ਕਿਹੜਾ ਕੋਰਸ ਕਰਨ ਲੱਗੇ ਹੋ, ਇਸ ਕੋਰਸ ਤੋਂ ਬਾਅਦ ਤੁਹਾਡਾ ਉੱਥੇ ਫਿਊਚਰ ਪਲਾਨ ਕੀ ਹੋਊਗਾ, ਕੋਈ ਵਰਕ ਪਰਮਿਟ ਹੈਗਾ ਕਿ ਨਹੀਂ ਹੈਗਾ, ਕਿਸ ਤਰ੍ਹਾਂ ਨਾਲ ਅੱਗੇ ਕੰਮ ਚੱਲਣਾ।
ਕਿਉਂਕਿ ਜਦੋਂ ਇਹ ਚੀਜ਼ਾਂ ਆਪਾਂ ਬਿਨਾਂ ਪੁੱਛੇ ਤੁਰ ਪੈਂਦੇ ਹਾਂ ਤੇ ਬਾਅਦ ਦੇ ਵਿੱਚ ਕਈ ਸਾਲਾਂ ਬਾਅਦ ਜਾ ਕੇ ਖੱਜਲ ਹੋਈਦਾ WhatsApp ਤੇ ਉਦੋਂ ਤੱਕ ਤੇ ਬੰਦੇ ਨੂੰ ਇਹ ਆਸ ਹੁੰਦਾ ਵੀ ਜਿਹੜਾ ਕਰਜ਼ਾ ਲਿਆ ਉਹਦੀ ਕੋਈ ਕਿਸ਼ਤ ਮੋੜਾਂਗੇ ਤੇ ਉਧਰੋਂ ਕਿਸ਼ਤਾਂ ਸਿਰ ਤੇ ਚੜ ਜਾਂਦੀਆਂ ਤੇ ਉਹਨੇ 'ਚ ਇਹਨੂੰ ਸੁਨੇਹਾ ਮਾੜਾ ਆ ਜਾਂਦਾ ਵੀ ਜਿਹੜਾ ਧੀ ਪੁੱਤ ਤੋਰਿਆ ਸੀ ਉਹਦਾ ਵੀ ਕੁਝ ਨਹੀਂ ਬਣਿਆ। ਨਹੀਂ, ਜ਼ਰੂਰੀ ਹੈ ਸੰਧਾਲੀਆ ਸਾਹਿਬ ਕਿ ਕਿਉਂਕਿ ਉਹਦੇ ਸਾਰੇ ਜ਼ਿੰਮੇਵਾਰ ਅਸੀਂ ਆਪ ਹੀ ਹੁੰਨੇ ਆ ਨਾ। ਚਾਹੇ ਸਾਡੇ ਏਜੰਟ ਨੇ ਕੋਈ ਪੇਪਰ ਲਾਇਆ, ਉਹਨੇ ਕੋਈ ਜਾਣਕਾਰੀ ਸਾਡੇ ਫਾਰਮਾਂ ਦੇ ਵਿੱਚ ਭਰੀ ਹੈ, ਪਰ ਉਹਦੀ ਆਖਰੀ ਲਾਈਨ ਦੇ ਉੱਤੇ ਇਹੀ ਲਿਖਿਆ ਜਾਂਦਾ ਕਿ ਭਾਈ ਇਹ ਫਾਰਮ ਮੈਂ ਆਪ ਭਰਿਆ, ਇਹਦੇ ਨਾਲ ਸਾਰੇ ਗਏ ਲਾਏ ਕਾਗਜ਼ ਪੱਤਰ ਉਹ ਦਰੁਸਤ ਨੇ, ਮੇਰੀ ਬੁੱਧੀ ਤੇ ਵਿਵੇਕ ਦੇ ਮੁਤਾਬਕ ਠੀਕ ਨੇ, ਤੇ ਥੱਲੇ ਆਪਾਂ ਦਸਤਖਤ ਕਰਦੇ ਹਾਂ, ਫਿਰ ਸਥਾਨ ਲਿਖ ਦਿੰਦੇ ਹਾਂ, ਫਿਰ ਤਰੀਕ ਪਾ ਦਿੰਦੇ ਹਾਂ। ਇਹਦਾ ਮਤਲਬ ਹੈ ਕਿ ਕਿਸੇ ਤੀਸਰੇ ਬੰਦੇ ਦੇ ਕੰਸਲਟੈਂਟ ਏਜੰਟ ਦੀ ਜ਼ਿੰਮੇਵਾਰੀ ਫਿਰ ਖਤਮ ਹੋ ਜਾਂਦੀ ਹੈ। ਤੁਹਾਡੀ ਜ਼ਿੰਮੇਵਾਰੀ ਜਿਹੜੀ ਹੈ ਅੰਤਲੇ ਸਾਹ ਤੱਕ ਬਰਕਰਾਰ ਰਹਿੰਦੀ ਹੈ। ਸੋ ਜ਼ਿੰਮੇਵਾਰੀ ਚੱਕ ਰਹੇ ਹੋ ਤੇ ਜ਼ਿੰਮੇਵਾਰੀ ਚੱਕਣ ਦੇ ਲਈ ਠੀਕ ਤਰ੍ਹਾਂ ਦੇ ਕਾਗਜ਼ ਪੱਤਰ ਤੁਹਾਡੇ ਹੋਣ, ਕੋਈ ਤੁਹਾਨੂੰ ਜਿਹੜਾ ਧੋਖਾ ਨਾ ਦੇ ਸਕੇ, ਉਹਦੇ ਲਈ ਤੁਸੀਂ ਥੋੜਾ ਜਿਹਾ ਸਮਾਂ ਇਸ ਮੁੱਦੇ ਤੇ ਵੱਧ ਲਾਓ। ਇੱਥੇ ਵੀ ਸੰਧਾਲੀਆ ਸਾਹਿਬ ਆਸਟ੍ਰੇਲੀਆ 'ਚ ਜਿੰਨੀਆਂ ਕੁ ਗੱਲਾਂ ਬਾਤਾਂ ਪਤਾ ਲੱਗੀਆਂ, ਪਿਛਲੇ ਸਮੇਂ ਦੇ ਵਿੱਚ ਨਵਜੋਤ ਸਿੰਘ ਕੈਲੇ ਸਾਹਿਬ ਦੇ ਨਾਲ ਜਿਹੜਾ ਪ੍ਰਾਈਮ ਪ੍ਰਵਾਸ ਪ੍ਰੋਗਰਾਮ ਕਰਦੇ, ਉਹਨਾਂ ਨੇ ਵੀ ਦੱਸਿਆ ਸੀ ਕਿ ਕੁਝ ਇੱਕ ਬੱਚੇ ਜਿਹੜੇ ਆ ਉਹਨਾਂ ਨੂੰ 에ਅਰਪੋਰਟ ਤੋਂ ਵਾਪਸ ਕਰ ਦਿੱਤਾ ਗਿਆ, ਵੀਜ਼ਾ ਗ੍ਰਾਂਟ ਹੋਇਆ, ਬੱਚਿਆਂ ਨੇ ਉੱਥੋਂ ਫਲਾਈਟ ਲੈ ਲਈ ਆ। ਉਹਨਾਂ ਦੀ ਗਿਣਤੀ ਭਾਵੇਂ ਬਹੁਤ ਥੋੜੀ ਹੈ, ਕੋਈ ਡਰਨ ਵਾਲੀ, ਘਬਰਾਉਣ ਵਾਲੀ, ਚਿੰਤਾ 'ਚ ਪੈਣ ਵਾਲੀ ਗੱਲ ਨਹੀਂ, ਪਰ ਅਗਲੇ ਬੰਦੇ 에ਅਰਪੋਰਟ ਤੋਂ ਵੀ ਵਾਪਸ ਕਰ ਦਿੰਦੇ ਜਦੋਂ ਆਪਾਂ ਫਿਰ ਕੰਮ ਜਿਹੜਾ ਮਿਸਮੈਚ ਜਿਹਾ ਹੋ ਜਾਂਦਾ। ਇਸ ਕਰਕੇ ਭਾਈ ਬਹੁਤ ਧਿਆਨ ਰੱਖੋ, ਖਿਆਲ ਰੱਖੋ। ਤੁਹਾਡੇ ਮਾਂ-ਬਾਪ ਦਾ ਬਹੁਤ ਸਾਰਾ ਪੈਸਾ ਉਹਦੇ ਵਿੱਚ ਲੱਗਾ ਹੁੰਦਾ, ਸਾਰੀ ਉਮਰ ਦੀ ਜਿਹੜੀ ਜਮ੍ਹਾਂ ਪੂੰਜੀ ਹੈ ਉਹ ਇੱਕ ਵਾਰ ਦੇ ਤੁਹਾਡੇ ਵੀਜ਼ਾ ਪ੍ਰੋਸੈਸਿੰਗ ਟਾਈਮ ਦੇ ਵਿੱਚ ਜਿਹੜੀ ਉਹ ਖਰਚ ਹੋ ਚੁੱਕੀ ਹੁੰਦੀ ਹੈ। ਸੋ ਥੋੜਾ ਜਿਹਾ ਧਿਆਨ ਦੇ ਨਾਲ ਇਧਰਲੇ ਪਾਸੇ ਰੱਖ ਕੇ ਜੇ ਚੱਲਾਂਗੇ, ਹਾਂ ਜੇ ਤੁਹਾਡੇ ਕਾਗਜ਼ ਪੱਤਰ ਦਰੁਸਤ ਨੇ, ਤੁਹਾਨੂੰ ਵੀਜ਼ਾ ਨਹੀਂ ਵੀ ਮਿਲਦਾ, ਕੋਈ ਸਮੱਸਿਆ ਆ ਜਾਂਦੀ ਹੈ, ਅਗਲੇ ਨੂੰ ਨਹੀਂ ਲੱਗਦਾ ਕਿ ਭਾਈ ਤੁਹਾਨੂੰ ਵੀਜ਼ਾ ਦੇਣਾ ਚਾਹੀਦਾ, ਪਰ ਜੇ ਤੁਹਾਡੇ ਕਾਗਜ਼ ਪੱਤਰ ਦਰੁਸਤ ਨੇ, ਤੁਸੀਂ ਜਾਣਕਾਰੀ ਕੋਈ ਗਲਤ ਨਹੀਂ ਦਿੱਤੀ, ਤੁਸੀਂ ਦੁਬਾਰਾ ਅਪਲਾਈ ਕਰ ਸਕਦੇ ਆ। ਅਗਲੇ ਦੂਸਰੀ ਵਾਰੀ ਵੀਜ਼ਾ ਦੇਣ ਦੇ ਵਿੱਚ ਕੋਈ ਝਿਜਕ ਨਹੀਂ ਕਰਦੇ। ਉਹ ਜਿਹੜੀ ਮੋਹਰ ਲੱਗ ਜਾਣੀ ਆ ਜੀ, ਫਿਰ ਔਖਾ ਹੋ ਜਾਂਦਾ। ਉਧਰਲੇ ਪਾਸੇ ਧਿਆਨ ਦੇਣ ਦੀ ਲੋੜ ਨਹੀਂ, ਕਾਗਜ਼ ਪੱਤਰ ਦਰੁਸਤ ਰੱਖੋ, ਫਿਰ ਆ ਬੰਦ ਨਹੀਂ ਹੁੰਦੇ। ਹਾਂ, ਸੋ ਇਹ ਬੜਾ ਜ਼ਰੂਰੀ ਆ। ਮੈਂ ਇਹ ਤਾਂ ਜ਼ਿਕਰ ਕੀਤਾ ਕਿਉਂਕਿ ਇੱਕ ਦੋ ਸੱਜਣਾ ਦੇ ਨਾਲ ਇਸ ਤਰ੍ਹਾਂ ਗੱਲ ਹੋਈ ਤੇ ਉਹ ਕਹਿੰਦੇ ਉਹਨਾਂ ਨੇ ਮੈਂ ਆਪਣੇ ਧੀ ਪੁੱਤ ਨੂੰ ਗਾਂ ਤੋਰਨਾ ਸੀ। ਉਹ ਜਦੋਂ ਮੈਂ ਵੈਸੇ ਹੀ ਇੱਥੇ, ਕਿਉਂਕਿ ਹਰ ਰੋਜ਼ ਕਿਸੇ ਨਾ ਕਿਸੇ ਇਮੀਗ੍ਰੇਸ਼ਨ ਵਾਲੇ ਸੱਜਣ ਨਾਲ ਕੋਈ ਗੱਲ ਹੁੰਦੀ ਹੈ ਜਾਂ ਆਪਾਂ ਪ੍ਰੋਗਰਾਮਾਂ 'ਚ ਵੀ ਗੱਲ ਕਰਦੇ ਰਹਿੰਦੇ ਹਾਂ, ਉਹ ਅਕਸਰ ਕਹਿੰਦੇ ਹੁੰਦੇ ਆ ਵੀ ਕੁਛ ਜਿਹੜੇ ਯੂਨੀਵਰਸਿਟੀਜ਼ ਜਾਂ ਕਾਲਜਿਸ ਨੇ, ਜਿਹੜੇ ਅਦਾਰੇ ਨੇ, ਉਹਦੇ ਵਿੱਚ ਜੇ ਤੁਸੀਂ ਐਡਮਿਸ਼ਨ ਲੈ ਲੈਂਦੇ ਹੋ ਤੇ ਐਡਮਿਸ਼ਨ ਹੈ ਤੁਹਾਡੇ ਕੋਲੇ, ਉਸ ਤੋਂ ਬਾਅਦ ਜਿਹੜਾ ਆਮ ਤੌਰ 'ਤੇ ਕੰਮ ਕਰਨ ਦਾ ਅਧਿਕਾਰ ਹੈ, ਯਾਨੀ ਕਿ ਵਰਕ ਪਰਮਿਟ ਆ, ਉਹ ਉਹਨਾਂ ਅਦਾਰਿਆਂ ਦੇ ਵਿੱਚ ਪੜ੍ਹਿਆਂ ਨੂੰ ਨਹੀਂ ਮਿਲਦਾ। ਤੇ ਮੈਂ ਤਾਂ ਉਹਨਾਂ ਨੂੰ ਜ਼ਿਕਰ ਕੀਤਾ, ਮੈਂ ਕਿਹਾ ਵੀ ਤੁਸੀਂ ਜੇ ਤੁਰਨ ਲੱਗੇ ਹੋ ਤੇ ਇਹ ਜ਼ਰੂਰ ਪਤਾ ਕਰ ਲਿਓ ਵੀ ਅਲਟੀਮੇਟਲੀ ਤੇ ਇਹੀ ਹੈ ਨਾ ਵੀ ਜੇ ਜਵਾਕ ਨੇ ਉੱਥੇ ਜਾਣਾ ਤੇ ਉਹਨੇ ਕਿਹੜਾ ਵੀ ਪੜ੍ਹਾਈ ਕਰਕੇ ਮੁੜ ਆਉਣਾ। ਉਹ ਇੱਕ ਵਾਰ ਉੱਥੇ ਪਹੁੰਚੂਗਾ, ਫਿਰ ਕੋਈ ਕੰਮ ਧੰਦਾ ਕਰੂਗਾ, ਫਿਰ ਉਸ ਕੰਮ ਧੰਦੇ ਦੇ ਸਿਰ ਤੇ ਗਾਂ ਪੱਕੇ ਹੋਣ ਬਾਰੇ ਸੋਚੂਗਾ। ਤੇ ਜੇ ਉਹ ਕੰਮ ਧੰਦੇ ਦਾ ਪਰਮਿਟ ਹੀ ਨਹੀਂ ਮਿਲਣਾ, ਵਰਕ ਪਰਮਿਟ ਹੀ ਨਹੀਂ ਮਿਲਣਾ ਉਸ ਪੜ੍ਹਾਈ ਦੇ ਨਾਲ, ਤੇ ਫਿਰ ਪੈਸੇ ਉਸ ਕਾਲਜ ਜਾਂ ਉਸ ਕੋਰਸ ਦੇ ਉੱਪਰ ਜ਼ਰੂਰ ਗਾਲਣੇ ਆ, ਉਹਦੇ ਬਾਰੇ ਜ਼ਰੂਰ ਕਨਫਰਮੇਸ਼ਨ ਲੈ ਲਿਓ। ਸੋ ਇਹ ਅਸੀਂ ਬੇਨਤੀ ਤਾਂ ਤੁਹਾਨੂੰ ਐਡਵਾਂਸ 'ਚ ਕਰਦੇ ਹੁੰਦੇ ਹਾਂ ਵੀ ਕਿਸੇ ਵੇਲੇ ਨਹੀਂ ਕੋਈ ਇੱਧਰੋਂ ਉੱਧਰੋਂ ਰਿਸ਼ਤੇਦਾਰ ਕੋਈ ਸੱਜਣ ਮਿੱਤਰ ਦੱਸਦਾ, ਤੇ ਜੇ ਹੁਣ ਅਸੀਂ ਇਸ ਗੱਲ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਆ ਤੇ ਜ਼ਰੂਰ ਇਹਦਾ ਪਤਾ ਕਰ ਲਿਓ। ਪਰ ਸਾਹਿਬ ਹੋਰ ਕੋਈ ਆਸਟ੍ਰੇਲੀਆ ਨਾਲ ਰਿਲੇਟਡ ਅਪਡੇਟ ਹੈ ਤੇ ਦੱਸ ਦਿਓ। ਆਸਟ੍ਰੇਲੀਆ ਨਾਲ ਰਿਲੇਟਡ ਅਪਡੇਟ ਤਾਂ ਸੰਧਾਲੀਆ ਸਾਹਿਬ ਦੇਖੋ, ਮੈਂ ਇਸ ਗੱਲੋਂ ਹੈਰਾਨ ਹੁੰਦਾ ਸੀ ਕਿ ਇੱਥੇ ਨਾ ਖੇਡ ਢਾਂਚਾ ਬਹੁਤ ਵਧੀਆ, ਬਹੁਤ ਜ਼ਿਆਦਾ ਵਧੀਆ। ਛੋਟੇ ਛੋਟੇ ਪਿੰਡਾਂ ਦੇ ਵਿੱਚ ਤੁਹਾਨੂੰ ਯਾਦ ਹੋਣਾ 4 ਸਾਲ ਪਹਿਲਾਂ ਆਪਾਂ ਇਕੱਠੇ ਆਏ ਸੀ ਤੇ ਸਿਡਨੀ ਤੋਂ ਮੈਲਬਰਨ ਜਾਂਦਿਆਂ ਰਾਹ ਦੇ ਵਿੱਚ ਐਲਬਰੀ ਨਾਂ ਦਾ ਪਿੰਡ ਸੀ, ਉੱਥੇ ਵੀ 3-3 4-4 ਹਾਕੀ ਦੀਆਂ ਟਰਫਾਂ ਲੱਗੀਆਂ ਸੀ। ਹੁਣ ਇੱਥੇ ਜਿਹੜੇ ਸ਼ਹਿਰ, ਜਿਹੜੇ ਪਿੰਡ ਦੇ ਵਿੱਚ ਦੀ ਲੰਘੀ ਦਾ, ਉੱਥੇ ਖੇਡ ਮੈਦਾਨਾਂ ਦੇ ਉੱਤੇ ਬਹੁਤ ਜ਼ੋਰ ਦਿੱਤਾ। ਪੰਜਾਬ ਦੇ ਵਿੱਚ ਵੀ ਖੇਡ ਪਾਲਿਸੀ ਦੇ ਲਈ ਸੁਝਾਅ ਮੰਗੇ, ਉਹ ਸੁਝਾਅ ਤੁਸੀਂ ਦੇ ਜ਼ਰੂਰ ਦਿਓ, ਪਰ ਨਾਲ ਦੀ ਨਾਲ ਜਿਹੜੀ ਗੱਲ ਆ ਸਿੱਖ ਖੇਡਾਂ ਦਾ ਤੀਸਰਾ ਦਿਨ ਹੈ ਸੰਧਾਲੀਆ ਸਾਹਿਬ, ਆਪਣੇ ਪੰਜਾਬੀ ਮੈਂ ਕਿਤੇ ਵੀ ਇੰਨੇ ਜ਼ਿਆਦਾ ਬੱਚਿਆਂ ਦੇ ਨਾਲ ਖੇਡਾਂ ਦੇ ਵਿੱਚ ਜਿਹੜੇ ਇਨਵੋਲਵ ਨਹੀਂ ਦੇਖੇ ਜਿੰਨੇ ਇੱਥੇ ਦੇਖੇ। ਕੱਲ ਮੈਚ ਚੱਲਦਾ ਸੀ 9 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਾ ਫੁੱਟਬਾਲ ਦਾ, ਫਿਰ ਉਧਰਲੇ ਪਾਸੇ ਐਥਲੈਟਿਕਸ ਦੇ ਮੁਕਾਬਲੇ ਚੱਲਦੇ ਸੀ। ਬੱਚਿਆਂ ਦੀਆਂ ਮਾਵਾਂ, ਬੱਚਿਆਂ ਦੇ ਬਾਪੂ, ਬੱਚਿਆਂ ਦੇ ਵੱਡੇ ਭੈਣ ਭਰਾ ਇੱਦਾਂ ਆਪਣੇ ਬੱਚਿਆਂ ਨੂੰ ਬਾਹਰੋਂ ਉਤਸ਼ਾਹ ਦਿੰਦੇ ਸੀ ਨਾ ਕਿ ਜਿਵੇਂ ਓਲੰਪਿਕ ਖੇਡਾਂ ਦੇ ਵਿੱਚ ਉਹਨਾਂ ਨੇ ਹਿੱਸਾ ਲਿਆ ਹੋਵੇ। ਬੱਚਿਆਂ ਦਾ ਵੀ ਉਤਸ਼ਾਹ ਵੱਧਦਾ, ਬੱਚੇ ਵੀ ਇਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਅੱਗੇ ਜੁੜਦੇ ਹੋਣਗੇ। ਉਹਦੇ ਤੋਂ ਬਾਅਦ ਬੱਚਿਆਂ ਦੇ ਮੱਥੇ ਤੋਂ ਪਸੀਨਾ ਪੂੰਝਦੇ ਨੇ ਮਾਂ-ਬਾਪ, ਉਹਨਾਂ ਨੂੰ ਉਤਸ਼ਾਹਿਤ ਕਰਦੇ ਆ, ਉਹਨਾਂ ਨੂੰ ਅਗਲੀ ਜਿਹੜਾ ਹਾਰ ਗਿਆ ਉਹਨੂੰ ਕਹਿੰਦੇ ਕੋਈ ਗੱਲ ਨਹੀਂ, ਤੂੰ ਖੇਡਿਆ ਵਧੀਆ, ਅਗਲੇ ਵਾਰੀ ਤੂੰ ਜਿੱਤ ਜਾਣਾ, ਤੇ ਜਿਹੜਾ ਜਿੱਤ ਕੇ ਆਉਂਦਾ ਉਹਨੂੰ ਥਾਪੀਆਂ ਮਿਲਦੀਆਂ। ਜਾਣੀ ਕਿ ਜਦੋਂ ਆਪਾਂ ਕਹਿੰਦੇ ਹਾਂ ਜੀ ਹੁਣ ਬੱਚਿਆਂ ਦਾ ਤਾਲਮੇਲ ਮਾਪਿਆਂ ਦੇ ਨਾਲ ਪਹਿਲਾਂ ਵਰਗਾ ਨਹੀਂ ਰਿਹਾ, ਬੱਚੇ ਸਾਡੀ ਗੱਲ ਨਹੀਂ ਸੁਣਦੇ, ਅਸਲ 'ਚ ਕਦੇ ਕਦੇ ਲੱਗਦਾ ਹੁੰਦਾ ਕਿ ਅਸੀਂ ਬੱਚਿਆਂ ਦੀ ਗੱਲ ਨਹੀਂ ਸੁਣਦੇ, ਅਸੀਂ ਬੱਚਿਆਂ ਦੇ ਕੋਲੇ ਬਹਿੰਦੇ ਨਹੀਂ। ਜੇ ਅਸੀਂ ਬੱਚਿਆਂ ਦੀ ਗੱਲ ਸੁਣੀ, ਹੁਣ ਬੱਚੇ ਦਾ ਤਾਂ ਜੀ ਕਰੂਗਾ ਕਿ ਮੈਂ ਛੋਟੀ ਜਿਹੀ ਕਾਰ ਦੇ ਨਾਲ ਖੇਡਾਂ, ਤੇ ਉਹਨੂੰ ਇਸ ਗੱਲ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਕਿ ਘਰ ਦੀ ਕਿਸ਼ਤ ਵੱਧ ਰਹੀ ਹੈ, ਉਹਨੂੰ ਇਸ ਗੱਲ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਕਿ ਉਹ ਜਿਹੜੀ ਘਰ ਦੀ ਕਿਸ਼ਤ ਵੱਧ ਰਹੀ ਹੈ
ਉਹ ਘਰ ਦੀ ਕਿਸ਼ਤ ਵਧੀ ਦੇ ਪੈਸੇ ਕਿੱਥੋਂ ਆਉਣੇ ਆ, ਜਾਂ ਘਰ ਦਾ ਕਰਿਆਨਾ ਮਹਿੰਗਾ ਹੋ ਗਿਆ ਜਾਂ ਸਸਤਾ ਹੋ ਗਿਆ, ਜਾਂ ਕਿਹੜੀ ਨੀਤੀ ਕਿੱਧਰ ਨੂੰ ਚਲੇਗੀ। ਉਹਨੂੰ ਇਸ ਗੱਲ ਦੇ ਵਿੱਚ ਹੀ ਤਸੱਲੀ ਹੁੰਦੀ ਹੈ ਕਿ ਭਾਈ ਮੇਰੇ ਨਾਲ ਉਹ ਛੋਟੀ ਜੀ ਕਾਰ ਲੈ ਕੇ ਮੇਰੇ ਘਰ ਦਾ ਕੋਈ ਵੱਡਾ ਜੀ ਮੇਰੇ ਨਾਲ ਹੀ ਖੇਡੇ। ਜੇ ਉਹ ਮੈਂ ਮਿੱਟੀ ਤੇ ਚਲਾਉਣਾ ਤਾਂ ਮਿੱਟੀ ਤੇ ਚਲਾਵੇ, ਜੇ ਉਹ ਬੱਚਾ ਮਿੱਟੀ ਦੇ ਉੱਤੇ ਜਾ ਕੇ ਘਰ ਬਣਾਉਂਦਾ ਤੇ ਅਸੀਂ ਉਹਦੇ ਨਾਲ ਹੀ ਆਪਣੇ ਪੈਰ ਦੇ ਉੱਤੇ ਮਿੱਟੀ ਪਾ ਕੇ ਜੇ ਨਾਲ ਨਾਲ ਬੱਚੇ ਨੂੰ ਮਾੜਾ ਮੋਟਾ ਕੁਝ ਦੱਸਦੇ ਰਹਾਂਗੇ ਤਾਂ ਉਹਦੀ ਸਾਡੇ ਨਾਲ ਅਟੈਚਮੈਂਟ, ਉਹਦਾ ਸਾਡੇ ਨਾਲ ਗੂੜਾ ਸੰਬੰਧ, ਉਹ ਸਾਡੇ ਨਾਲ ਹਰ ਇੱਕ ਚੀਜ਼ ਫਿਰ ਜਿਹੜੀ ਉਹ ਗੱਲ ਕਰ ਸਕੂਗਾ, ਸ਼ੇਅਰ ਕਰ ਸਕੂਗਾ। ਤੇ ਜੇ ਅਸੀਂ ਦਬਕੇ ਮਾਰੀ ਜਾਵਾਂਗੇ, ਤੂੰ ਹੱਥ ਲਵੇੜ ਲੈਣੇ ਆ, ਤੂੰ ਫੇਰ ਕੱਪੜੇ ਲਵੇੜ ਲੈ, ਤੂੰ ਪਾਣੀ 'ਚ ਪੈਰ ਪਾ ਲਿਆ, ਹੱਥ ਤੂੰ ਫੇਰ ਗਿੱਲੇ ਕਰ ਲੈ, ਫਿਰ ਥੋੜ੍ਹਾ ਜਿਹਾ ਔਖਾ ਹੋ ਜਾਂਦਾ। ਆਸਟ੍ਰੇਲੀਆ ਦੇ ਪੰਜਾਬੀਆਂ ਦਾ ਬੱਚਿਆਂ ਦੇ ਨਾਲ ਤਾਲਮੇਲ, ਜੋੜਮੇਲ ਮੈਨੂੰ ਬਾਕੀ ਦੇਸ਼ਾਂ ਦੇ ਵਿੱਚ ਵਸਦੇ ਜਾਂ ਪੰਜਾਬ ਦੇ ਵਿੱਚ ਰਹਿੰਦੇ ਪੰਜਾਬੀਆਂ ਦੇ ਨਾਲੋਂ ਭੂਰਾ ਕੁ ਵੱਧ ਲੱਗਾ। ਨਹੀਂ, ਇਹ ਫਰਕ ਤਾਂ ਹੈਗਾ ਖੈਰ ਜਿੰਨਾ ਕੁ ਆਪਾਂ ਦੇਖਿਆ, ਪਰ ਚਲੋ ਮੈਂ ਨਾ ਵੀ ਇੱਥੋਂ ਇਹ ਚਿਣ ਗਿਆ ਉਹ ਗਾਂ ਹੌਲੀ ਹੌਲੀ ਚੰਗਿਆੜੀ ਜਿਹੜੀ ਆ ਉਹ ਬਾਕੀ ਦੇਸ਼ਾਂ ਤੱਕ ਵੀ ਜਾਵੇ ਤੇ ਹੌਲੀ ਹੌਲੀ ਆਪਾਂ ਨੂੰ ਵੀ ਖੇਡਣ ਦੀ ਮਹੱਤਤਾ ਦਾ ਅਹਿਸਾਸ ਹੋਵੇ ਤੇ ਆਪਾਂ ਉਸ ਪਾਸੇ ਤੁਰੀਏ। ਮੈਂ ਨਾ ਹੋਰ ਕੁਝ ਹੋਵੇ ਨਾ ਹੋਵੇ, ਅਸੀਂ ਨਹੀਂ ਆਂਦੇ ਵੀ ਉਹਨੇ ਚੈਂਪੀਅਨ ਹੀ ਬਣਨਾ। ਤੰਦਰੁਸਤੀ ਬੜੀ ਹੁੰਦੀ ਆ ਵੀ ਜੇ ਇੱਕ ਵਾਰ ਨਾਲ ਤੰਦਰੁਸਤ ਹੈ ਜਵਾਕ, ਗਾਂ ਉਹਦਾ ਸਰੀਰ ਤੰਦਰੁਸਤ ਹੈ ਤੇ ਬਿਮਾਰੀ ਤੋਂ ਬਚਿਆ ਰਹਿੰਦਾ। ਹੁਣ ਖਬਰਾਂ ਵਾਲੇ ਪਾਸੇ ਮੁੜੀਏ ਤੇ ਇੱਕ ਚੱਕਰ ਮੈਨੂੰ ਆਉਣ ਦਿਓ ਜੀ, ਪਹਿਲਾਂ ਮੈਨੂੰ ਆਉਣ ਦਿਓ। ਹਾਂਜੀ ਹਾਂਜੀ, ਮੈਂ ਸੰਧਾਲੀਆ ਸਾਹਿਬ ਫਿਰ ਇੱਕ ਵਾਰੀ ਵਧਾਈ ਦੇਣੀ। ਮੈਂ ਇੱਥੇ ਅਖਬਾਰ ਪੜ੍ਹਦਾ ਸੀ ਤਾਂ ਇੱਥੋਂ ਦੇ ਕਈ ਲੀਡਰਾਂ ਨੇ ਵਾਤਾਵਰਣ ਦੇ ਮੁੱਦੇ ਤੇ ਗੱਲ, ਇੱਕ ਦੀ ਇੱਕ ਬੱਚੇ ਦੇ ਨਾਲ ਫੋਟੋ ਆਈ ਸੀ ਲੀਡਰ ਦੀ, ਉਹ ਕਹਿੰਦੇ ਜੀ ਉਹ ਬੱਚੇ ਨੇ ਆਹ ਖੋਜ ਕਰਨ ਨਾਲ ਕਦਮ ਵਧਾਏ। ਉਧਰਲੇ ਪਾਸੇ ਕਿਉਂਕਿ ਨਾਲ ਆਪਾਂ ਪ੍ਰੋਗਰਾਮ ਕਰਨਾ ਹੁੰਦਾ, ਭਾਰਤ ਦੀਆਂ ਖਬਰਾਂ ਤੇ ਧਿਆਨ ਰੱਖਣਾ। ਤਾਮਿਲਨਾਡੂ ਦੇ ਇੱਕ ਸਿਆਸੀ ਲੀਡਰ ਦਾ ਬਿਆਨ ਜਿਹੜਾ ਉਹਨੇ ਮੈਨੂੰ ਅਚੰਭੇ 'ਚ ਪਾਤਾ ਕਿ ਭਾਈ ਅਸੀਂ ਕਦੋਂ ਨਾਲ ਰਲਣਾ। ਆਪਾਂ ਸਾਰਿਆਂ ਨੂੰ ਪਤਾ ਕਾਂਗਰਸ ਪਾਰਟੀ ਦੇ ਵੱਡੇ ਲੀਡਰ ਨੇ ਰਾਹੁਲ ਗਾਂਧੀ ਸਾਹਿਬ, ਤੇ ਉਹਨਾਂ ਨੂੰ ਮਾਣਹਾਨੀ ਦੇ ਕੇਸ ਦੇ ਵਿੱਚ ਅਦਾਲਤ ਨੇ 2 ਸਾਲ ਦੀ ਸਜ਼ਾ ਦੇ ਦਿੱਤੀ ਹੈ। ਲੋਕ ਸਭਾ ਦੀ ਮੈਂਬਰੀ ਉਹਨਾਂ ਦੀ ਚਲੇਗੀ, ਚਲੋ ਅੱਗੇ ਉਹਨਾਂ ਨੇ ਪਟੀਸ਼ਨ ਪਾਤੀ ਉੱਪਰਲੀ ਅਦਾਲਤ 'ਚ। ਹੁਣ ਸੰਧਾਲੀਆ ਸਾਹਿਬ ਹੋਇਆ ਕੀ, ਉਹ ਜਿਹੜਾ ਤਾਮਿਲਨਾਡੂ ਦਾ ਕਾਂਗਰਸ ਪਾਰਟੀ ਦਾ ਇੱਕ ਲੀਡਰ ਹੈ ਉਹਨੂੰ ਇੰਨਾ ਗੁੱਸਾ ਆਇਆ, ਜ਼ਿਲ੍ਹਾ ਪ੍ਰਧਾਨ ਹੈ, ਉਹਨੂੰ ਰਾਹੁਲ ਗਾਂਧੀ ਦੀ ਸਜ਼ਾ ਸੁਣਾਏ ਦਾ ਇੰਨਾ ਦੁੱਖ ਹੋਇਆ, ਉਹ ਇੱਕ ਜਗ੍ਹਾ ਦੇ ਉੱਤੇ ਸੰਬੋਧਨ ਕਰਦਿਆਂ ਕਹਿੰਦਾ ਤੁਸੀਂ ਸਾਡੀ ਸਰਕਾਰ ਆਲਣ ਦਿਓ, ਜਿੱਦਣ ਸਾਡੀ ਸਰਕਾਰ ਆ ਗਈ ਜਿਹਨੇ ਰਾਹੁਲ ਗਾਂਧੀ ਨੂੰ ਸਜ਼ਾ ਸੁਣਾਈ ਹੈ ਅਸੀਂ ਉਹਦੀ ਜੀਭ ਵੱਢ ਦੇਣੀ ਹੈ। ਸਜ਼ਾ ਸੁਣਾਈ ਹੈ ਮਾਣਯੋਗ ਜੱਜ ਸਾਹਿਬ ਨੇ, ਸਜ਼ਾ ਸੁਣਾਈ ਹੈ ਅਦਾਲਤ ਨੇ, ਤੁਹਾਡੀ ਧਿਰ ਦਾ ਵਕੀਲ ਵੀ ਉਧਰ ਗਿਆ, ਦੂਸਰੀ ਧਿਰ ਦਾ ਵਕੀਲ ਵੀ ਉਧਰ ਗਿਆ, ਅਦਾਲਤ ਨੂੰ ਲੱਗਿਆ ਕਿ ਤੁਸੀਂ ਤੁਹਾਡੇ ਲੀਡਰ ਨੇ ਗਲਤ ਬਿਆਨ ਦਿੱਤਾ ਤੇ ਉਹਨਾਂ ਨੇ 2 ਸਾਲ ਦੀ ਸਜ਼ਾ ਸੁਣਾਤੀ ਹੈ। ਤੇ ਜੇ ਹੁਣ ਤੁਸੀਂ ਕਹੋਗੇ ਜੀ ਸਾਡੀ ਸਰਕਾਰ ਆਲਣ ਦਿਓ, ਰਾਹੁਲ ਗਾਂਧੀ ਨੂੰ ਸਜ਼ਾ ਸੁਣਾਉਣ ਦੀ ਜੀਭ ਵੱਢ ਦਿਆਂਗੇ, ਇਹਦਾ ਮਤਲਬ ਹੈ ਕਿ ਤੁਸੀਂ ਅਦਾਲਤਾਂ ਤੋਂ ਵੀ ਵੱਡੇ ਹੋ ਗਏ, ਤੁਸੀਂ ਸਰਕਾਰਾਂ ਬਣਾਓਗੇ ਤਾਂ ਕੱਲ੍ਹ ਨੂੰ ਕਾਨੂੰਨ ਨੂੰ ਆਪਣੇ ਹੱਥ 'ਚ ਲਾਓਗੇ। ਤੇ ਸੰਧਾਲੀਆ ਸਾਹਿਬ ਨੂੰ ਇਹ ਨਹੀਂ ਸੀ ਪਤਾ ਕਿ ਉਧਰੋਂ ਉਹਨੇ ਬਿਆਨ ਦੇਣਾ ਹੈ, ਉਧਰੋਂ ਬਿਆਨ ਟੀਵੀ ਤੇ ਚੱਲ ਜਾਣਾ, ਉਧਰੋਂ ਸਮਾਗਮ 4-5 ਘੰਟੇ ਬਾਅਦ ਮੁੱਕਣਾ ਤੇ FIR ਦਰਜ ਹੋ ਜਾਣੀ ਹੈ। ਹੁਣ ਬੰਦੇ ਦੇ ਉੱਤੇ FIR ਦਰਜ ਹੋ ਗਈ, ਜਾਣੀ ਕਿ ਰਾਹੁਲ ਗਾਂਧੀ ਨੂੰ ਸਜ਼ਾ ਹੋਣ ਤੋਂ ਬਾਅਦ ਵੀ ਕਾਂਗਰਸ ਪਾਰਟੀ ਦੇ ਉਸ ਲੀਡਰ ਨੂੰ ਇਹ ਅਕਲ ਨਹੀਂ ਆਈ ਕਿ ਭਾਈ ਬੋਲੀ ਦਾ ਸੋਚ ਸਮਝ ਕੇ ਹੈ। ਮੁਸ਼ਕਲ ਪਤਾ ਕੀ ਹੈ ਵਾਟ ਸਾਹਿਬ, ਜੇ ਕਹੀਏ ਤੇ ਫਿਰ ਕਈ ਵਾਰ ਲੀਡਰ ਸਾਹਿਬਾਨ ਵੀ ਇਸ ਚੀਜ਼ ਦਾ ਗੁੱਸਾ ਕਰਦੇ ਹੁੰਦੇ ਆ। ਹੁਣ ਲੀਡਰੀ ਕਰਨ ਦੇ ਲਈ ਕਿਹੜਾ ਵੀ ਕੋਈ PhD ਦੀ ਡਿਗਰੀ ਲੈਣ ਦੀ ਲੋੜ ਹੈ, ਪਹਿਲਾਂ ਤੁਸੀਂ ਪੜ੍ਹਾਈ ਕਰਨੀ ਹੈ ਤੇ ਫਿਰ ਤੁਸੀਂ ਲੀਡਰ ਬਣਨਾ। ਹੁਣ ਚੱਕਰ ਇਹ ਆ ਵੀ ਅੰਗੂਠਾ ਛਾਪ ਵੀ ਜਦੋਂ ਉਹ ਕਹਿੰਦੇ ਵੀ ਚੱਕ ਕੇ ਤੁਸੀਂ ਲੀਡਰ ਬਣਾ ਦਿਓ ਤੇ ਉਹ ਸਮਝਦਾਨੀ ਤੇ ਉੱਡੀ ਕੀ ਰਹਿਣੀ ਆ ਨਾ। ਉਹ ਪੜ੍ਹਨ ਲਿਖਣ ਦੀ ਵੈਸੇ ਆਦਤ ਨਹੀਂ, ਜਾਣਕਾਰੀ ਆਪਾਂ ਲੈਣੀ ਕੋਈ ਨਹੀਂ। ਤੇ ਜਦੋਂ ਉਹਨਾਂ ਨੂੰ ਜਾਪਦਾ ਵੀ ਭਾਈ ਸਾਹਿਬ ਇੱਕੋ ਇੱਕ ਮੰਤਰ ਹੈ ਅੱਗੇ ਵਧਣ ਦਾ, ਤੇ ਉਹ ਆ ਵੀ ਜਿੰਨੀ ਤੁਸੀਂ ਵਧੀਆ ਚਾਪਲੂਸੀ ਕਰ ਸਕਦੇ ਹੋ ਉਨੀ ਤੁਹਾਡੀ ਤਰੱਕੀ ਆ। ਹੋ ਸਕਦਾ ਕੀਤਾ ਤੇ ਉਹਨੇ ਇਸੇ ਹਿਸਾਬ ਨਾਲ ਹੋਇਆ ਵੀ ਜਦੋਂ ਕਿਤੇ ਬਿਆਨ ਗਾਂਧੀ ਪਰਿਵਾਰ ਤੱਕ ਗਿਆ ਨਾ ਵੀ ਓਏ ਹੋਏ 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 ਇੱਦਾਂ ਦੇ ਬੰਦੇ ਵੀ ਸਾਡੇ ਨਾਲ ਖਲੋਤੇ ਨੇ ਵੀ ਜੀ ਵੱਢ ਦੇਣਗੇ ਜਾ ਕੇ ਉਹ ਮਹਾਰਾਜ ਵੀ ਜੇ ਸਾਡੇ ਖਿਲਾਫ ਕਿਸੇ ਨੇ ਕੋਈ ਗੱਲ ਕੀਤੀ। ਉਹਨੇ ਵਿਚਾਰੇ ਸੋਚਿਆ ਨੇ ਵੀ ਵੀਰ ਮੇਰਾ ਜਿਹੜੇ ਬੰਦੇ ਤੇਰੇ ਅਸਲ ਚੋਟੀ ਦੇ ਨੇਤਾ ਨੂੰ ਅੰਦਰ ਕਰ ਸਕਦੇ 2 ਸਾਲ ਦੇ ਲਈ, ਤੂੰ ਕਿਤੇ ਪਾਣੀ ਹਾਰਾਂ ਵੀਰ ਮੇਰਾ, ਕੋਈ ਥੋੜ੍ਹਾ ਬਹੁਤ ਤੇ ਸਮਝਣ ਵਾਲੀ ਗੱਲ ਕਰੀਦੀ ਹੈ। ਸੋ ਮੈਨੂੰ ਲੱਗਦਾ ਵੀ ਇਹ ਅਜੇ ਤੱਕ ਕਿੰਨੇ ਸਾਲ ਹੋ ਗਏ ਇਸ ਚੀਜ਼ ਦੇ ਉੱਪਰ ਡਿਸਕਸ਼ਨ ਚੱਲਦੇ ਆਂ ਵੀ ਯਾਰ ਕੋਈ ਨਾ ਕੋਈ ਡਿਗਰੀ, ਕੋਈ ਨਾ ਕੋਈ ਐਜੂਕੇਸ਼ਨ ਦਾ ਲੈਵਲ ਉਹ ਤੇ ਸੈੱਟ ਹੋਣਾ ਚਾਹੀਦਾ। ਪਰ ਮੇਰਾ ਖਿਆਲ ਆਪਾਂ ਤੇ ਕਦੀ ਕੋਈ ਸੰਸਦ ਦੇ ਵਿੱਚ, ਪਾਰਲੀਮੈਂਟ ਦੇ ਵਿੱਚ ਕਿਸੇ ਵੱਲੋਂ ਕੋਈ ਮਤਾ ਵੀ ਨਹੀਂ ਜਾਂਦਾ ਵੇਖਿਆ। ਇੱਕ ਹੁੰਦਾ ਨਾ ਪ੍ਰਾਈਵੇਟ ਮੈਂਬਰ ਬਿੱਲ ਜਿਹਾ ਚਲੇ ਜਾਂਦਾ ਹੁੰਦਾ, ਉਹੋ ਜਿਹਾ ਵੀ ਕਦੀ ਕਿਸੇ ਨੇ ਲਿਖ ਕੇ ਨਹੀਂ ਦਿੱਤਾ ਉੱਥੇ ਵੀ ਯਾਰ ਚੱਲ ਛੱਡ ਖੜਾ ਯਾਰ, ਕਾਹਨੂੰ ਪੰਗਾ ਪਾਉਣਾ, ਕੱਲ੍ਹ ਨੂੰ ਆਪਾਂ ਨੂੰ ਹੀ ਪੜ੍ਹਨਾ ਪੈਣਾ। ਨਹੀਂ, ਇਹ ਬਹੁਤ ਜ਼ਰੂਰੀ ਹੈ ਸੰਧਾਲੀਆ ਸਾਹਿਬ। ਤੁਸੀਂ ਦੇਖੋ ਜਿਹੜੇ ਬੰਦੇ ਨੇ ਪਟਵਾਰੀ ਲੱਗਣਾ, ਮੈਨੂੰ ਲੱਗਦਾ ਕਿ ਉਹਨੂੰ ਜਿਹੜਾ ਕੋਰਸ ਕਰਾਉਂਦੇ ਆ, ਪੜ੍ਹਾਈ ਕਰਾਉਂਦੇ ਆ, ਉਹਦੇ ਵਿੱਚ ਫਰਦਾਂ ਕੱਟਣੀਆਂ, ਜ਼ਮੀਨ ਦੀ ਪਮਾਇਸ਼ ਕਰਨੀ, ਰਜਿਸਟਰੀ ਕਰਨੀ, ਇੰਤਕਾਲ ਚੜਾਉਣਾ, ਗਲਤ ਸਹੀ ਕੀ ਹੈ, ਕਿੱਧਰਲੇ ਪਾਸੇ ਨੂੰ ਆ, ਮੁਸ਼ਤਰਕਾ ਖਾਤਾ, ਸਿੰਗਲ ਖਾਤਾ, ਸਾਰਾ ਕੁਝ ਸਮਝਾਉਂਦੇ ਹੋਣੇ ਆ। ਜਦੋਂ ਮਾਸਟਰ ਲੱਗਣਾ ਹੁੰਦਾ, ਅਧਿਆਪਕ ਲੱਗਣਾ ਹੁੰਦਾ, B.Ed M.Ed ਕਰਾਉਂਦੇ ਆ, ETT ਕਰਾਉਂਦੇ, ਉਹਦੇ ਵਿੱਚ ਚੰਗੇ ਤਰੀਕੇ ਦੱਸਦੇ ਆ ਤੁਸੀਂ ਬੱਚੇ ਨੂੰ
ਬਿਠਾਉਣਾ ਕਿੱਦਾਂ, ਤੁਸੀਂ ਬੱਚੇ ਨੂੰ ਪੜ੍ਹਾਉਣਾ ਕਿੱਦਾਂ, ਤੁਸੀਂ ਬੱਚੇ ਨੂੰ ਲਿਖਣਾ ਕਿੱਦਾਂ ਸਿਖਾਉਣਾ, ਤੁਸੀਂ ਬੱਚੇ ਦੀ ਮਾਨਸਿਕਤਾ ਨੂੰ ਕਿੱਦਾਂ ਸਮਝਣਾ। ਤੁਸੀਂ ਇੱਕ ਕਲਾਸ ਜਿਹੜੀ 30 35 40 45 ਮਿੰਟ ਦੀ ਹੁੰਦੀ ਹੈ, ਉਹਦੇ ਵਿੱਚ ਕਲਾਸ ਨੂੰ ਸ਼ੁਰੂ ਕਿੱਦਾਂ ਕਰਨਾ, ਬੱਚਿਆਂ ਨੂੰ ਪਾਠ ਕਿੱਦਾਂ ਪੜ੍ਹਾਉਣਾ, ਉਹਦੇ ਤੋਂ ਬਾਅਦ ਤੁਸੀਂ ਫਿਰ ਬੱਚੇ ਨੂੰ ਥੋੜ੍ਹਾ ਜਿਹਾ ਦੁਬਾਰਾ ਵੀ ਪੁੱਛਣਾ, ਕੁਝ ਉਹਨੂੰ ਸਵਾਲ ਪੁੱਛਣੇ। ਤਕਨੀਕ ਹੈ ਨਾ, ਉਹ ਤਕਨੀਕ ਦੀ ਵਰਤੋਂ ਸਿਖਾਉਂਦੇ ਆ। ਪਰ ਜਿਨ੍ਹਾਂ ਨੇ ਦੇਸ਼ ਚਲਾਉਣਾ, ਜਿਹੜੀ ਸਕੂਲ ਚਲਾਉਣ ਵਾਲੇ ਨੂੰ ਟ੍ਰੇਨਿੰਗ ਦੀ ਲੋੜ ਹੈ, ਪਟਵਾਰਖਾਨਾ ਚਲਾਉਣ ਵਾਲੇ ਨੂੰ ਟ੍ਰੇਨਿੰਗ ਦੀ ਲੋੜ ਹੈ। ਇਸੇ ਤਰੀਕੇ ਜੇ ਕਿਸੇ ਨੇ ਸਿਕਿਉਰਿਟੀ ਦਾ ਕੰਮ ਕਰਨਾ ਤੇ ਉਹਨੂੰ ਟ੍ਰੇਨਿੰਗ ਦੀ ਲੋੜ ਹੈ। ਪਰ ਜਿਨ੍ਹਾਂ ਨੇ ਦੇਸ਼ ਚਲਾਉਣਾ ਹੈ, ਜਿਨ੍ਹਾਂ ਨੇ ਸੂਬਾ ਚਲਾਉਣਾ ਹੈ, ਜਿਨ੍ਹਾਂ ਨੇ ਆਪੋ ਆਪਣੇ ਵਿਧਾਨ ਸਭਾ ਜਾਂ ਲੋਕ ਸਭਾ ਹਲਕੇ ਦੇ ਲੱਖਾਂ ਵੋਟਰਾਂ ਨੂੰ ਰੀਪ੍ਰੈਜ਼ੈਂਟ ਕਰਨਾ ਹੈ, ਉਹ ਕਹਿੰਦੇ ਕੋਈ ਗੱਲ ਨਹੀਂ, ਇਹ ਕਿੱਡਾ ਕੰਮ ਆ, ਤੁਸੀਂ ਐਂ ਹੀ ਕਰ ਲਓ, ਕਿਸੇ ਟ੍ਰੇਨਿੰਗ ਦੀ, ਕਿਸੇ ਕੋਰਸ ਦੀ, ਕਿਸੇ ਪੜ੍ਹਾਈ ਦੀ, ਕਿਸੇ ਕੁਆਲੀਫਿਕੇਸ਼ਨ ਦੀ ਲੋੜ ਹੀ ਕੋਈ ਨਹੀਂ, ਰੱਬ ਆਸਰਾ ਹੀ ਹੈ ਫਿਰ ਕੰਮ। ਚੱਕਰ ਇਹ ਹੈ ਨਾ ਵੀ ਜਿਹੜਾ ਵੀ ਕੋਈ ਤੁਸੀਂ ਆ ਜ਼ਿਕਰ ਕੀਤਾ ਵੀ ਪੜ੍ਹ ਲਿਖ ਕੇ ਨੌਕਰੀ ਲੈਂਦਾ, ਉਹਦੇ ਮਗਰ ਬੰਦੇ ਨਹੀਂ ਨਾ ਹੁੰਦੇ ਵੀ ਕੋਈ ਗੱਲ ਨਹੀਂ ਫਲਾਨਾ ਸਾਂ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ। ਉਹਨੂੰ ਪਤਾ ਹੁੰਦਾ ਜੋ ਕਰਨਾ ਮੈਂ ਆਪ ਹੀ ਕਰਨਾ ਵੀਰ ਮੇਰਾ, ਹੋਰ ਮੇਰੇ ਨਾਲ ਕੋਈ ਨਹੀਂ। ਇੱਧਰ ਜਦੋਂ ਮਗਰ ਨਾਅਰੇ ਲੱਗਣ ਲੱਗ ਪੈਂਦੇ ਆ, ਫਿਰ ਉਦੋਂ ਅਗਲਾ ਬੰਦਾ ਵੀ ਸ਼ੇਰ ਹੋ ਜਾਂਦਾ ਵੀ ਬਸ ਹਮ ਹੀ ਹਮ ਹੈ, ਹੋਰ ਕੋਈ ਹੈ ਹੀ ਨਹੀਂ ਆ। ਚਲੋ ਅਸੀਂ ਆਸ ਕਰਦੇ ਹਾਂ ਵੀ ਹੁਣ ਜੇ FIR ਹੋਈ ਆ ਤੇ ਉਹਨੂੰ ਥੋੜ੍ਹਾ ਜਿਹਾ ਬੰਦੇ ਦਾ ਪੁੱਤ ਇੱਕ ਤਰ੍ਹਾਂ ਬਣਾ ਲੈਣ। ਉਹ ਜਾਣੇ ਹੁਣ ਤੋਂ ਇੱਕ ਤਰ੍ਹਾਂ ਥੋੜ੍ਹਾ ਜਿਹਾ ਠੰਡਾ ਕੀਤਾ ਹੋਊਗਾ ਨਾ, ਤੇ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਨਹੀਂ ਆਉਂਦੇ ਉਹਦੀ ਲੀਡਰੀ ਤੇ ਕੋਈ ਨੁਕਸਾਨ ਹੋਵੇ, ਪਰ ਥੋੜ੍ਹਾ ਜਿਹਾ ਉਹਨੂੰ ਦਰੁਸਤੀ ਉਹਦੀ ਕਰ ਦਿੱਤੀ ਜਾਵੇ ਵੀ ਕਾਨੂੰਨ ਦਾ ਦਾਇਰਾ ਕੀ ਆਂਦਾ ਤੇ ਕੰਮ ਕਿੱਦਾਂ ਕਰਨਾ। ਕੱਲ੍ਹ ਨੂੰ ਜਿਹੜੇ ਲੋਕਾਂ ਦੇ ਚੰਗੇ ਕੰਮ ਤੇ ਕਰੂਗਾ, ਕਿਉਂਕਿ ਜਿਹੜੀ ਇਸ ਤਰ੍ਹਾਂ ਦੇ ਉਬਾਲਾ ਖਾਣ ਵਾਲੇ ਲੀਡਰ ਆ ਨਾ, ਉਹ ਕਿਤੇ ਨਾ ਕਿਤੇ ਤੰਗ ਕਰਦੇ। ਹੁਣ ਜਿਹੜਾ ਉਹ ਲਖੀਮਪੁਰ ਖੀਰੀ ਵਾਲਾ ਕੇਸ ਹੈ, ਜਿਸ ਕੇਸ ਦੇ ਵਿੱਚ ਉਹ ਕਿਸਾਨਾਂ ਦੇ ਉੱਪਰ ਗੱਡੀ ਚੜਾਉਣ ਵਾਲਾ ਚੱਕਰ ਸੀਗਾ, ਉਹ ਗੱਡੀ ਜਿਸ ਬੰਦੇ ਨੇ ਚੜਾਈ, ਉਹਦੇ ਪਿਓ ਦੀ ਵੀਡੀਓ ਦੇ ਵਿੱਚ ਤੇ ਇਹੋ ਹੀ ਕਹਿੰਦੇ ਨਾ ਵੀ ਜਾ ਕੇ ਪਤਾ ਕਰ ਲਿਓ ਵੀ ਅਸੀਂ ਚੀਜ਼ ਕੀ ਹੁੰਦੇ ਆ। ਉਹ ਜਿਹੜੇ ਚੀਜ਼ ਕੀ ਹੁੰਦੇ ਵਾਲੇ ਫਤੂਰ ਦੇ ਵਿੱਚ ਰਹਿੰਦੇ ਬੰਦੇ, ਉਹ ਕਰਦੇ ਤੇ ਅਖੀਰ ਕਿਸੇ ਨਾ ਕਿਸੇ ਦਾ ਨੁਕਸਾਨ ਹੀ ਆ। ਨਹੀਂ, ਬਿਲਕੁਲ ਪੂਰਾ ਨੁਕਸਾਨ ਹੁੰਦਾ। ਤੇ ਹੁਣ ਅਸੀਂ ਉਮੀਦ ਕਰਦੇ ਹਾਂ ਕਿ ਜਲੰਧਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ, ਜਿਹਦੇ ਲਈ ਢੋਲ ਦੇ ਉੱਤੇ ਡਗਾ ਲੱਗ ਗਿਆ, ਪ੍ਰਚਾਰ ਹੋ ਗਿਆ ਸ਼ੁਰੂ, ਕਈਆਂ ਨੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਤੇ ਕਈ ਅਜੇ ਪ੍ਰਕਿਰਿਆ ਦੇ ਵਿੱਚ ਪਏ ਆ ਕਿ ਉਸ ਜ਼ਿਮਨੀ ਚੋਣ ਦੇ ਵਿੱਚ ਬਿਆਨ ਜਿਹੜੇ ਉਹ ਠੀਕ ਆਉਣਗੇ, ਲੋਕਾਂ ਦੇ ਪੱਖ ਦੇ ਆਉਣਗੇ। ਇੱਕ ਦੂਸਰੇ ਨੂੰ ਦੇਖ ਲੈਣ ਦੀਆਂ ਧਮਕੀਆਂ ਜਿਹੜੀਆਂ ਸਿਆਸੀ ਲੀਡਰਾਂ ਦੇ ਬਿਆਨਾਂ ਦੇ ਵਿੱਚ ਨਹੀਂ ਹੋਣਗੀਆਂ। ਅਸੀਂ ਆਸ ਉਮੀਦ ਕਰਦੇ ਹਾਂ, ਬਾਕੀ ਅਧਿਕਾਰ ਖੇਤਰ ਤਾਂ ਉਹਨਾਂ ਦਾ। ਹੁਣ ਸੰਧਾਲੀਆ ਸਾਹਿਬ ਕਾਂਗਰਸ ਪਾਰਟੀ ਦੇ ਉਮੀਦਵਾਰ ਬੀਬੀ ਜੀ ਕਰਮਜੀਤ ਕੌਰ ਚੌਧਰੀ, ਇਧਰੋਂ ਆਮ ਆਦਮੀ ਪਾਰਟੀ ਦੇ ਨਵੇਂ ਕਾਂਗਰਸ ਦੇ ਵਿੱਚੋਂ ਆਏ ਉਮੀਦਵਾਰ ਜਿਹੜੇ ਆ, ਉਹ ਵੀ ਆਪਾਂ ਸਾਰਿਆਂ ਨੂੰ ਪਤਾ ਹੈ, ਜਲੰਧਰ ਪੱਛਮੀ ਵਾਲੇ ਸਾਬਕਾ ਕਾਂਗਰਸੀ ਵਿਧਾਇਕ ਤੇ ਹੁਣ ਆਮ ਆਦਮੀ ਪਾਰਟੀ ਦੇ ਲੀਡਰ ਸੁਸ਼ੀਲ ਰਿੰਕੂ ਸਾਹਿਬ। ਅਜੇ ਉਡੀਕ ਕੀਤੀ ਜਾ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ, ਬਹੁਜਨ ਸਮਾਜ ਪਾਰਟੀ ਤੇ ਉਧਰ BJP ਦਾ ਸਾਂਝਾ ਉਮੀਦਵਾਰ ਕੌਣ ਹੋਏਗਾ। ਉਡੀਕ ਹੈ। ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਵਿਚਾਲੇ ਸਭ ਤੋਂ ਪਹਿਲਾਂ ਤਾਂ ਪੇਚ ਇਸ ਗੱਲ ਦਾ ਫਸਿਆ ਸੀ ਕਿ ਉਮੀਦਵਾਰ ਕਿਹੜੀ ਧਿਰ ਦਾ ਹੋਏਗਾ, ਕਿਉਂਕਿ ਪ੍ਰਭਾਵ ਉੱਥੇ ਬਹੁਜਨ ਸਮਾਜ ਪਾਰਟੀ ਦਾ ਵੀ ਪੂਰਾ ਤੇ ਘੱਟ ਉੱਥੇ ਸ਼੍ਰੋਮਣੀ ਅਕਾਲੀ ਦਲ ਵੀ ਨਹੀਂ। ਇੱਕ ਤਾਂ ਹੁੰਦਾ ਨਾ ਕਿ ਚੋਣ ਅਸੀਂ ਜ਼ਰੂਰ ਲੜਨੀ ਹੈ, ਤੇ ਇੱਕ ਹੁੰਦਾ ਕਿ ਚੋਣ ਫਿਰ ਤੁਸੀਂ ਲੜ ਲਓ, ਭਾ ਦੇਖ ਲਓ ਤੁਸੀਂ ਜੇ ਉਮੀਦਵਾਰ ਖਲੋਤਾ ਖੜਾ ਕਰਨਾ, ਅਸੀਂ ਮਦਦ ਕਰਾਂਗੇ ਤੁਹਾਡੀ। ਪਰ ਹੁਣ ਉਹ ਜਿਹੜਾ ਸਾਰਾ ਕੁਝ, ਇੱਕ ਧੂੜ ਜੀ ਉੱਡਦੀ ਸੀ, ਇੱਕ ਘੱਟਾ ਜਿਹਾ ਉੱਡਦਾ ਸੀ, ਇੱਕ ਤੂਫਾਨ ਜਿਹਾ ਆਇਆ ਸੀ ਕਿ ਭਾਈ ਆਖਿਰਕਾਰ ਉਮੀਦਵਾਰ ਹੋਏਗਾ ਕਿਹਨਾਂ ਦਾ। ਉਹ ਅਕਾਲੀ ਦਲ ਤੇ ਬਸਪਾ ਦੀ ਸਾਂਝੀ ਇੱਕ ਮੀਟਿੰਗ ਹੁੰਦੀ ਹੈ, ਜਿਹਦੇ ਵਿੱਚ ਜਸਵੀਰ ਸਿੰਘ ਗੜੀ ਬਸਪਾ ਦੇ ਸੂਬਾ ਪ੍ਰਧਾਨ ਵੀ ਆਉਂਦੇ ਆ, ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਆਉਂਦੇ ਆ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ। ਉਹ ਬੈਠਕ ਕਰਦੇ ਆ ਤੇ ਬੈਠਕ ਤੋਂ ਬਾਅਦ ਪ੍ਰੈਸ ਕਾਨਫਰੰਸ ਦੇ ਵਿੱਚ ਐਲਾਨ ਕਰ ਦਿੱਤਾ ਜਾਂਦਾ ਕਿ ਉਮੀਦਵਾਰ ਜਲੰਧਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਦੇ ਲਈ ਸ਼੍ਰੋਮਣੀ ਅਕਾਲੀ ਦਲ ਦਾ ਹੋਏਗਾ। ਤੇ ਉਮੀਦਵਾਰ ਕੌਣ ਹੋਏਗਾ, ਕਿਹਨੂੰ ਟਿਕਟ ਦਿੱਤੀ ਜਾਏਗੀ, ਉਹ ਕਹਿੰਦੇ ਜੀ ਬੜੀ ਜਲਦੀ ਇਸ ਗੱਲ ਦਾ ਅਸੀਂ ਫੈਸਲਾ ਕਰ ਦੇਣਾ ਤੇ 10 ਤਰੀਕ ਤੋਂ, ਜਾਣੀ ਕਿ ਆਉਣ ਵਾਲੇ ਕੱਲ ਨੂੰ, ਫਿਰ ਕਹਿੰਦੇ ਜੀ ਅਸੀਂ ਦੋਨਾਂ ਪਾਰਟੀਆਂ ਨੇ ਸਾਂਝੇ ਤੌਰ ਦੇ ਉੱਤੇ ਪ੍ਰਚਾਰ ਸ਼ੁਰੂ ਕਰ ਦੇਣਾ। ਤੇ ਉਹ ਕਹਿੰਦੇ ਜੀ ਸਾਨੂੰ ਆਸ ਪੂਰੀ ਹੈ ਕਿ ਲੋਕ ਸਾਨੂੰ ਜਿੱਤ ਆ ਕੇ ਆਸ਼ੀਰਵਾਦ ਦੇਣਗੇ ਤੇ ਅਸੀਂ ਪਾਰਲੀਮੈਂਟ ਦੇ ਵਿੱਚ ਜਾ ਕੇ ਵਧੀਆ ਤਰੀਕੇ ਦੇ ਨਾਲ ਰਿਪਰੈਜ਼ੈਂਟ ਕਰਾਂਗੇ ਜਲੰਧਰ ਲੋਕ ਸਭਾ ਹਲਕੇ ਨੂੰ। ਚੰਗੀ ਗੱਲ ਹੈ ਜੀ, ਉਮੀਦਵਾਰ ਐਲਾਨੋ, ਪ੍ਰਚਾਰ ਦੇ ਵਿੱਚ ਆਓ। ਪਰ ਨਾਲ ਦੀ ਨਾਲ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਵੀ ਕਿਹਾ, ਉਹ ਕਹਿੰਦੇ ਜੀ ਬਹੁਤ ਮਾੜਾ ਕੰਮ ਕੀਤਾ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਨੇ, ਇਸ ਸਾਲ ਦੇ ਵਿੱਚ ਸੂਬੇ ਦਾ ਬਹੁਤ ਖਰਾਬ ਕਰ ਦਿੱਤਾ ਕੰਮ, ਸੂਬੇ ਨੂੰ ਹੁਣ ਪੈਰਾਂ ਸਿਰ ਆਉਣ ਦੇ ਲਈ ਬਹੁਤ ਲੰਬਾ ਸਮਾਂ ਲੱਗੂਗਾ। ਉਹ ਕਹਿੰਦੇ ਆਮ ਆਦਮੀ ਪਾਰਟੀ ਨੂੰ ਵੋਟ ਪਾਉਣ ਦਾ ਮਤਲਬ ਪਾਪ ਕਰਨ ਦੇ ਬਰਾਬਰ ਹੀ ਹੈ। ਹੁਣ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਇਹ ਸਟੇਟਮੈਂਟ, ਉਮੀਦਵਾਰ ਆਉਣਾ ਉਹਨਾਂ ਦਾ ਵਧੀਆ, ਆਉਣਾ ਚਾਹੀਦਾ, ਬਸਪਾ ਦੇ ਨਾਲ ਸਹਿਯੋਗ ਹੈ, ਵਧੀਆ ਤਾਲਮੇਲ ਕਰਕੇ ਚੱਲਣ। ਪਰ ਹੁਣ ਆ ਜਿਹੜੀ ਗੱਲ ਕਿ ਆਮ ਆਦਮੀ ਪਾਰਟੀ ਨੂੰ ਵੋਟ ਪਾਉਣਾ ਪਾਪ ਕਰਨ ਵਾਲੀ ਗੱਲ ਹੈ, ਦੇਖਦੇ ਹਾਂ ਕਿ ਭਾਈ ਲੋਕਾਂ ਨੂੰ ਕਿਵੇਂ ਲੱਗਦੀ ਹੈ। ਦੇਖੋ, ਮੇਰਾ ਖਿਆਲ ਆਪਾਂ ਤੇ ਕਾਫੀ ਦਿਨ ਪਹਿਲਾਂ ਤੋਂ ਇਹ ਅੰਦਾਜ਼ਾ ਲਾ ਲਿਆ ਸੀ ਕਿ ਵੀ ਪਹਿਲਾਂ ਜ਼ਰੂਰ ਅਕਾਲੀ ਦਲ ਨੇ ਕਿਹਾ ਸੀ ਕਿ ਵੀ ਹਾਂਜੀ ਬਸਪਾ ਨੂੰ ਇਹ ਸੀਟ ਛੱਡੀ, ਉਹ ਆਪਣਾ ਕੋਈ ਉਮੀਦਵਾਰ ਖੜਾ ਕਰ ਲੈਣ, ਕੋਈ ਗੱਲ ਨਹੀਂ, ਅਸੀਂ ਸਪੋਰਟ ਕਰਾਂਗੇ। ਫਿਰ ਜਦੋਂ ਸਮੀਕਰਨ ਚੇਂਜ ਹੋਏ ਤੇ ਫਿਰ ਇਹ ਲੱਗਦਾ ਸੀ ਕਿ ਅਕਾਲੀ ਦਲ ਸ਼ਾਇਦ ਇਹ ਆਪ ਲੜੇ ਇਲੈਕਸ਼ਨ।
ਉਹੀ ਗੱਲ ਹੋ ਗਈ। ਵੈਸੇ ਤਾਂ ਜਦੋਂ ਪ੍ਰੈਸ ਕਾਨਫਰੰਸ ਦੀ ਆਵਾਜ਼ ਆਈ ਤੇ ਨਾਲ ਹੀ ਹਰੇਕ ਦੇ ਕੰਨ ਖੜੇ ਹੋਏ ਵੀ ਲਓ ਜੀ ਅੱਜ ਅਕਾਲੀ ਦਲ ਬਸਪਾ ਗੱਠਜੋੜ ਵੀ ਆਪਣਾ ਉਮੀਦਵਾਰ ਐਲਾਨ ਦੂਗਾ, ਪਰ ਉਹਦੇ 'ਚ ਸਿਰਫ ਇਹੋ ਹੀ ਦੱਸਿਆ ਗਿਆ ਵੀ ਹਾਂਜੀ ਹੁਣ ਜਿਹੜਾ ਉਮੀਦਵਾਰ ਹੈ ਉਹ ਅਕਾਲੀ ਦਲ ਦਾ ਹੋਏਗਾ। ਇਹ ਗੱਲ ਤੇ ਮੇਰਾ ਖਿਆਲ ਜਦੋਂ ਕੋਰ ਕਮੇਟੀ ਦੀ ਮੀਟਿੰਗ ਹੋਈ ਸੀ ਉਸ ਦਿਨ ਵੀ ਅਕਾਲੀ ਦਲ ਦੀ ਸਾਰੀ ਲੀਡਰਸ਼ਿਪ ਨੇ ਜਿਹੜੇ ਅਧਿਕਾਰ ਸੀ ਉਹ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਦੇ ਦਿੱਤੇ ਸੀ। ਇਹਦਾ ਮਤਲਬ ਇਹ ਹੋ ਗਿਆ ਵੀ ਹੁਣ ਅਕਾਲੀ ਦਲ ਦਾ ਉਮੀਦਵਾਰ ਕੌਣ ਹੋਊਗਾ ਇਹ ਸਿਰਫ ਇੱਕੋ ਹੀ ਬੰਦਾ ਜਾਣਦਾ ਤੇ ਉਹਨੇ ਸੁਖਬੀਰ ਸਿੰਘ ਬਾਦਲ ਸਾਹਿਬ। ਹੁਣ ਉਹ ਕਿਸ ਦਿਨ ਇਸ ਚੀਜ਼ ਦਾ ਖੁਲਾਸਾ ਕਰਦੇ ਆ ਮੀਡੀਆ ਦੇ ਸਾਹਮਣੇ ਜਾਂ ਕਿਹਨੂੰ ਉਹਨਾਂ ਨੇ ਥਾਪੜਾ ਦੇਣਾ, ਹੋ ਸਕਦਾ ਮੰਚ ਤੇ ਹੋਵੇ ਹੀ, ਸਿਰਫ ਸ਼ੋਅ ਹੀ ਕਰਨਾ। ਉਹ ਕਿਦਨ ਕਰਦੇ ਆ ਉਸ ਦਿਨ ਤੋਂ ਬਾਅਦ ਫਿਰ ਗੇਮ ਭਖ ਜਾਣੀ ਆ। ਪਰ ਇੱਕ ਗੱਲ ਤੁਸੀਂ ਦੇਖੋ ਕਿ ਵੀ ਪਿਛਲੀ ਜਿਹੜੀ ਸੰਗਰੂਰ ਵਾਲੀ ਇਲੈਕਸ਼ਨ ਹੋਈ ਸੀ ਉਸ ਤੋਂ ਬਾਅਦ ਇਹ ਜਿੰਨੇ ਦਿਨਾਂ ਦੀ ਦੇਰੀ ਚੱਲਦੀ ਪਈ ਸੀ, ਇੱਧਰ ਉੱਧਰ ਗੱਲਾਂ ਚੱਲਦੀਆਂ ਪਈਆਂ ਸੀ, ਉਹਦੇ ਵਿੱਚ ਕਈ ਜਿਹੜੇ ਅਕਾਲੀ ਦਲ ਦੇ ਵਿੱਚੋਂ ਹੀ ਨਿਕਲ ਕੇ ਪਾਸੇ ਗਏ ਲੀਡਰ ਸੀ ਉਹ ਇਸ ਗੱਲ ਦੀ ਗੱਲ ਕਰਨ ਲੱਗ ਪਏ ਸੀ ਵੀ ਅਕਾਲੀ ਦਲ ਇਲੈਕਸ਼ਨ ਤੋਂ ਭੱਜ ਰਿਹਾ। ਪਿਛਲੇ ਦਿਨ ਹੀ ਮੇਰਾ ਖਿਆਲ ਤੁਸੀਂ ਛੋਟੇ ਢੀਂਡਸਾ ਸਾਹਿਬ ਦਾ ਇੱਕ ਬਿਆਨ ਵੀ ਸੁਣਿਆ ਪੜ੍ਹਿਆ ਹੋਣਾ ਜਿਹਦੇ 'ਚੋਂ ਕਹਿੰਦੇ ਸੀ ਵੀ ਅਕਾਲੀ ਦਲ ਹੁਣ ਭੱਜ ਰਿਹਾ ਜ਼ਿਮਨੀ ਚੋਣ ਤੋਂ, ਕਿਉਂਕਿ ਸੰਗਰੂਰ 'ਚ ਜੋ ਕੁਛ ਉਹਨਾਂ ਦਾ ਹੋਇਆ ਉਹਦੇ ਤੋਂ ਬਾਅਦ ਹੌਸਲਾ ਨਹੀਂ ਕਰ ਰਹੇ ਉਹ ਕਿ ਵੀ ਆਪਾਂ ਜਲੰਧਰ ਵਾਲੀ ਜ਼ਿਮਨੀ ਚੋਣ 'ਚ ਦੁਬਾਰਾ ਬੇਇੱਜ਼ਤੀ ਕਰਾਈਏ। ਪਰ ਲੱਗਦਾ ਵੀ ਉਹ ਸਾਰੀਆਂ ਗੱਲਾਂ ਨੂੰ ਪਾਸੇ ਰੱਖ ਕੇ ਅਕਾਲੀ ਦਲ ਨੂੰ ਜਾਪਦਾ ਕਿ ਨਹੀਂ ਆਪਾਂ ਨੂੰ ਵੀ ਹੁਣ ਇੱਕ ਵਾਰ ਨਿੱਤਰ ਕੇ ਮੈਦਾਨ 'ਚ ਆਉਣਾ ਚਾਹੀਦਾ, ਪਿਛਲੀ ਵਾਰ ਨਾਲੋਂ ਇੱਕ ਚੰਗਾ ਪ੍ਰਦਰਸ਼ਨ ਜਿਹੜਾ ਉਹ ਕਰਕੇ ਵਿਖਾਉਣਾ ਚਾਹੀਦਾ। ਵੈਸੇ ਉਹ ਤਾਂ ਕਹਿੰਦੇ ਵੀ ਅਸੀਂ ਜਿੱਤਣਾ ਹੀ ਆ, ਪਰ ਬਾਕੀ ਹੁਣ ਜਿੱਤਦੇ ਕਿ ਨਹੀਂ ਜਿੱਤਦੇ ਇਹਦੇ ਜਲੰਧਰ ਜ਼ਿਮਨੀ ਚੋਣ ਦੇ ਜਿਹੜੇ ਵਰਕਰ ਨੇ ਜਾਂ ਕਹਿ ਲਓ ਵੋਟਰ ਨੇ ਉਹਨਾਂ ਨੂੰ ਪਤਾ ਹੋਊਗਾ। ਦੇਖੋ ਢੀਂਡਸਾ ਸਾਹਿਬ ਨੂੰ ਹੱਕ ਹੈ, ਉਹ ਗੱਲ ਕਹਿ ਸਕਦੇ ਆ ਕਿਉਂਕਿ ਸਿਆਸੀ ਲੀਡਰ ਨੇ। ਹੁਣ ਸ਼੍ਰੋਮਣੀ ਅਕਾਲੀ ਦਲ ਦਾ ਤਾਂ ਕਲੀਅਰ ਹੈ ਕਿ ਉਹਨਾਂ ਦਾ ਬਸਪਾ ਦੇ ਨਾਲ ਗੱਠਜੋੜ ਹੈ, ਉਮੀਦਵਾਰ ਉਹਨਾਂ ਦਾ ਆ ਜਾਣਾ। ਢੀਂਡਸਾ ਸਾਹਿਬ ਨੂੰ ਲੱਗਦਾ ਸੀ ਕਿ ਅਕਾਲੀ ਦਲ ਭੱਜ ਰਿਹਾ, ਠੀਕ ਹੈ। ਪਰ ਦੂਸਰੇ ਪਾਸੇ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਸੰਧਾਲੀਆ ਸਾਹਿਬ ਕਿ ਢੀਂਡਸਾ ਸਾਹਿਬ ਦੀ ਪਾਰਟੀ ਦਾ ਕੀ ਸਟੈਂਡ ਹੈ, ਕਿਉਂਕਿ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਸੀ ਉਦੋਂ ਤਿੰਨ ਧਿਰਾਂ ਦਾ ਆਪਸ ਵਿੱਚ ਗੱਠਜੋੜ ਸੀ। ਭਾਰਤੀ ਜਨਤਾ ਪਾਰਟੀ ਵੱਡੀ ਧਿਰ, ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਪਾਰਟੀ ਦੂਸਰੀ ਧਿਰ, ਉਹਨੇ ਨਾਲ ਨਾਲ ਸੁਖਦੇਵ ਸਿੰਘ ਢੀਂਡਸਾ ਸਾਹਿਬ ਦੀ ਪਾਰਟੀ ਜਿਹੜੀ ਹੈ ਉਹ ਤੀਸਰੀ ਧਿਰ, ਅਕਾਲੀ ਦਲ ਸੰਯੁਕਤ। ਤਿੰਨਾਂ ਧਿਰਾਂ ਦਾ ਗੱਠਜੋੜ ਸੀ, ਸੀਟਾਂ ਵੰਡ ਕੇ ਲੜੀਆਂ, ਉਹਦੇ ਤੋਂ ਬਾਅਦ ਚੋਣ ਲੜੀ। ਬੀਜੇਪੀ ਦੇ ਤਾਂ 2 ਬੰਦੇ ਜਿੱਤ ਗਏ ਤੇ ਝੋਲਾ ਢੀਂਡਸਾ ਸਾਹਿਬ ਦੀ ਪਾਰਟੀ ਦਾ ਤੇ ਕੈਪਟਨ ਸਾਹਿਬ ਦੀ ਦਾ ਖਾਲੀ ਰਿਹਾ। ਕੈਪਟਨ ਸਾਹਿਬ ਨੇ ਤਾਂ ਫਿਰ ਵੀ ਦੇਖਿਆ ਕਿ ਚਲੋ ਵੀ ਚੱਕੋ, ਉਹਨਾਂ ਨੇ ਸਮਾਨ ਸਮੂਨ ਇਕੱਠਾ ਕੀਤਾ, ਪੰਡ ਬੰਨੀ, ਭਾਰਤੀ ਜਨਤਾ ਪਾਰਟੀ ਦੀ ਟਰਾਲੀ ਦੇ ਵਿੱਚ ਰੱਖ ਕੇ ਤੇ ਆਪ ਮੂਹਰਲੇ ਪਾਸੇ ਬਹਿ ਗਿਆ ਜਾ ਕੇ। ਉਹ ਕਹਿੰਦੇ ਜੀ ਆਪਾਂ ਤਾਂ ਇੱਧਰ। ਹੁਣ ਫਿਰ ਦੂਸਰੀ ਪਾਰਟੀ ਰਹਿ ਗਈ ਸੁਖਦੇਵ ਸਿੰਘ ਢੀਂਡਸਾ ਸਾਹਿਬ ਦੀ। ਹੁਣ ਸੁਖਦੇਵ ਸਿੰਘ ਢੀਂਡਸਾ ਸਾਹਿਬ ਦੀ ਪਾਰਟੀ, ਸਾਨੂੰ ਨਹੀਂ ਪਤਾ ਕਿ ਸ਼੍ਰੋਮਣੀ ਅਕਾਲੀ ਦਲ ਡਰਦਾ ਹੈ ਨਹੀਂ ਡਰਦਾ, ਇਹ ਪਰਮਿੰਦਰ ਸਿੰਘ ਢੀਂਡਸਾ ਸਾਹਿਬ ਵੱਧ ਜਾਣਦੇ ਹੋਣਗੇ ਕਿਉਂਕਿ ਲੰਬਾ ਸਮਾਂ ਅਕਾਲੀਆਂ 'ਚ ਰਹੇ ਆ। ਪਰ ਸੁਖਦੇਵ ਸਿੰਘ ਢੀਂਡਸਾ ਸਾਹਿਬ, ਪਰਮਿੰਦਰ ਸਿੰਘ ਢੀਂਡਸਾ ਸਾਹਿਬ, ਉਹਨਾਂ ਨੂੰ ਵੀ ਕਲੀਅਰ ਕਰਨਾ ਚਾਹੀਦਾ ਕੀ ਉਹਨਾਂ ਦੀ ਪਾਰਟੀ ਇਲੈਕਸ਼ਨ ਲੜੂ ਜਲੰਧਰ ਵਾਲੀ। ਕਿਉਂਕਿ ਜਦੋਂ ਉਹ ਪਾਰਟੀ ਬਣਾਈ ਗਈ ਸੀ ਤਾਂ ਜਲੰਧਰ ਜ਼ਿਲ੍ਹੇ ਦੇ ਵਿੱਚੋਂ ਵੀ ਕਈ ਵੱਡੇ ਆਗੂ ਅਕਾਲੀ ਦਲ ਦੇ ਉਹਨਾਂ ਦੀ ਪਾਰਟੀ ਚਲੇ ਗਏ ਸੀ, ਤੇ ਜਦੋਂ ਚਲੇ ਗਿਆ ਸੀ ਤੇ ਇਹਦਾ ਮਤਲਬ ਕਿ ਅੱਜ ਉਹਨਾਂ ਦੀ ਹੋਂਦ ਇੱਥੇ ਹੈਗੀ ਹੈ। ਅਸੀਂ ਨਹੀਂ ਕਦੇ ਬਿਆਨ ਸੁਣਿਆ ਕਿ ਉਹਨਾਂ ਦੀ ਪਾਰਟੀ ਨੇ ਇਲੈਕਸ਼ਨ ਲੜਨੀ ਹੈ ਜਾਂ ਨਹੀਂ ਲੜਨੀ। ਹਾਂ, ਅਸੀਂ ਇਹ ਬਿਆਨ ਜ਼ਰੂਰ ਸੁਣਿਆ ਕਿ ਭਾਰਤੀ ਜਨਤਾ ਪਾਰਟੀ ਆਪਣੇ ਬਲਬੂਤੇ ਚੋਣ ਲੜਨ ਜਾ ਰਹੀ ਹੈ। ਉਹ ਬਾਰ-ਬਾਰ ਕਹਿੰਦੇ ਹੁੰਦੇ ਆ ਕਿ ਭਾਈ ਅਸੀਂ ਆਪ ਚੋਣ ਲੜਨੀ ਹੈ, ਸਾਡਾ ਕਿਸੇ ਦੇ ਨਾਲ ਗੱਠਜੋੜ ਨਹੀਂ। ਆ ਪਿਛਲੇ ਦਿਨੀ ਵਿਜੇ ਰੁਪਾਣੀ ਸਾਹਿਬ ਆਏ ਸੀ, ਗਜਿੰਦਰ ਸਿੰਘ ਸ਼ੇਖਾਵਤ ਸਾਹਿਬ ਆਏ ਸੀ, ਹੋਰ ਕਈ ਭਾਰਤੀ ਜਨਤਾ ਪਾਰਟੀ ਦੇ ਵੱਡੇ ਲੀਡਰ ਆਏ ਸੀ ਪੰਜਾਬ ਦੇ ਵਿੱਚ। ਉਹ ਕਹਿੰਦੇ ਸੀ ਆ ਜ਼ਿਮਨੀ ਚੋਣ ਵੀ ਅਸੀਂ ਇਕੱਲਿਆਂ ਲੜਨੀ ਹੈ, ਅਸੀਂ 13 ਦੀਆਂ 13 ਲੋਕ ਸਭਾ ਸੀਟਾਂ ਵੀ ਇਕੱਲਿਆਂ ਲੜਨੀਆਂ ਤੇ ਇਕੱਲਿਆਂ ਲੜ ਕੇ ਜਿੱਤਣੀਆਂ। ਫਿਰ ਸੁਖਦੇਵ ਸਿੰਘ ਢੀਂਡਸਾ ਸਾਹਿਬ ਦੀ ਪਾਰਟੀ ਹੁਣ ਕਿੱਥੇ ਹੈ? ਕਿਉਂਕਿ ਅਜੇ ਤੱਕ ਅਨਾਉਂਸ ਨਹੀਂ ਹੋਇਆ ਕਿ ਉਹ ਗੱਠਜੋੜ ਟੁੱਟ ਗਿਆ, ਪਰ ਅਜੇ ਤੱਕ ਇਹ ਵੀ ਨਹੀਂ ਅਨਾਉਂਸ ਹੋਇਆ ਕਿ ਜਲੰਧਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਜਿਹੜੀ ਇਹਨਾਂ ਨੇ ਆਪ ਲੜਨੀ ਹੈ। ਅਜੇ ਤੱਕ ਇਹ ਵੀ ਐਲਾਨ ਨਹੀਂ ਹੋਇਆ ਕਿ ਸੁਖਦੇਵ ਸਿੰਘ ਢੀਂਡਸਾ ਸਾਹਿਬ ਦੀ ਪਾਰਟੀ ਨੇ ਬਿਨਾਂ ਸ਼ਰਤ ਭਾਰਤੀ ਜਨਤਾ ਪਾਰਟੀ ਨੂੰ ਸਮਰਥਨ ਦੇ ਦੇਣਾ ਜਾਂ ਚੋਣ ਨਹੀਂ ਲੜਨੀ। ਸੋ ਠੀਕ ਹੈ, ਸ਼੍ਰੋਮਣੀ ਅਕਾਲੀ ਦਲ ਦੇ ਬਾਰੇ ਜੋ ਕੁਝ ਕਹਿਣਾ ਸੀ ਪਰਮਿੰਦਰ ਸਿੰਘ ਢੀਂਡਸਾ ਸਾਹਿਬ ਨੇ ਕਹਿਤਾ, ਪਰ ਆਪਦੀ ਪਾਰਟੀ ਉਹਨਾਂ ਦੀ ਕੀ ਕਰੂਗੀ ਉਹ ਵੀ ਮਰ ਜਾ ਦੱਸ ਦਿੰਦੇ ਤਾਂ ਵੱਧ ਚੰਗਾ ਹੁੰਦਾ। ਜੀ, ਇਹਦਾ ਵੈਸੇ ਸਵਾਲ ਤੁਹਾਡਾ WhatsApp ਮੈਨੂੰ ਇਦਾਂ ਲੱਗਾ ਜਿੱਦਾਂ ਟਰੈਕਟਰ ਟਰਾਲੀ ਨਹੀਂ ਜਾਂਦੀ ਹੁੰਦੀ ਮੱਸਿਆ ਤੇ, ਕਿ ਵੀ ਮੰਨ ਲਓ ਪਿੰਡੋਂ ਮੱਸਿਆ ਤੇ ਟਰੈਕਟਰ ਟਰਾਲੀ ਚੱਲੀ ਆ ਤੇ ਪਹਿਲਾਂ ਉਹ ਕਲੀਅਰ ਆ ਵੀ ਆ ਜਿਹੜਾ ਟਰੈਕਟਰ ਚਲਾਉਣ ਡਿਆ ਬੰਦਾ ਜਾਂ ਜਿਹੜਾ ਨਾਲ ਟਰੈਕਟਰ ਤੇ ਮਡਗਾੜ ਤੇ ਬੈਠਾ ਉਹਨੂੰ ਪਤਾ ਵੀ ਹਾਂ ਕਿੱਧਰ ਨੂੰ ਬਈ, ਉਹ ਕਹਿੰਦੇ ਵੀ ਮੱਸਿਆ ਚੱਲਿਆ। ਹੁਣ ਪਤਾ ਲੱਗ ਗਿਆ ਵੀ ਟਰੈਕਟਰ ਟਰਾਲੀ ਮੱਸਿਆ ਚੱਲੀ ਤੇ ਤੁਸੀਂ ਅਚਾਨਕ ਜਿੱਦਾਂ ਸਵਾਲ ਕਰ ਰਹੇ ਹੋ ਵੀ ਜਿਹੜਾ ਪਿੱਛੇ ਉਸੇ ਹੀ ਟਰੈਕਟਰ ਦੇ ਪਿੱਛੇ ਪਈ ਜਿਹੜੀ ਟਰਾਲੀ ਉਹਦੇ ਮਗਰ ਡਾਲੇ ਤੇ ਬੈਠਾ ਹੋਵੇ ਬੰਦਾ ਤੇ ਉਹਨੇ ਹੈ ਵੀ ਯਾਰ ਭਾ ਤੂੰ ਕਿੱਧਰ ਚੱਲਿਆ, ਤੇਰਾ ਕਿੱਧਰ ਤਾਂ ਪ੍ਰੋਗਰਾਮ ਬਣਿਆ। ਹੁਣ ਉਹ ਭਾਵੇਂ ਦੱਸੇ ਭਾਵੇਂ ਨਾ ਦੱਸੇ, ਉਹ ਟਰਾਲੀ ਟਰੈਕਟਰ ਤੇ ਦੱਸੀ ਜਾਂਦਾ ਨਾ ਵੀ ਕਿੱਧਰ ਨੂੰ ਜਾਣਾ। ਸੋ ਮੈਨੂੰ ਲੱਗਦਾ ਵੀ ਚਲੋ ਜੇ ਅਜੇ ਉਹਨਾਂ ਨੇ ਕਲੀਅਰ ਨਹੀਂ ਕੀਤਾ ਤੇ ਇੰਨਾ ਕਿਤੇ ਲੋਕ ਅੰਦਾਜ਼ਾ ਲਾ ਹੀ ਲੈਣਗੇ ਵੀ ਕਿੱਧਰ ਨੂੰ ਜਾਣਾ। ਬਾਕੀ ਦੂਜੇ ਪਾਸੇ ਇਹ ਆ ਵੀ ਦੇਖੋ ਬੀਜੇਪੀ ਨੇ ਅਜੇ ਆਪਣਾ ਕੈਂਡੀਡੇਟ ਨਹੀਂ ਦੱਸਿਆ ਵੀ ਕੌਣ ਹੈ ਕੌਣ ਨਹੀਂ, ਪਰ ਉਹਨਾਂ ਨੇ ਹਵਨ ਕਰਕੇ ਪ੍ਰਚਾਰ ਸ਼ੁਰੂ ਕਰ ਦਿੱਤਾ ਕੰਮ। ਮਤਲਬ
ਲੀਡਰ ਉਹਨਾਂ ਨੇ ਕਾਇਮ ਕਰਕੇ ਵਰਕਰਾਂ ਵਾਲੇ ਪਾਸੇ ਨੂੰ ਤੋਰਤਾ। ਬਸ ਤਕੜੇ ਹੋ ਕੇ ਜਿਹੜਾ ਵੀ ਬੰਦਾ ਅਸੀਂ ਦੇ ਦਈਏ, ਤੁਸੀਂ ਅੱਖਾਂ ਮੀਟ ਕੇ ਕਮਲ ਦੇ ਫੁੱਲ ਵਾਲਾ ਬਟਨ ਦੱਬ ਕੇ ਟੀ ਕਰਾ ਦੇਣੀ ਆ। ਤੇ ਹੁਣ ਕਹਿੰਦੇ ਆ ਕਿ ਵੀ ਜਿਹੜੇ ਬੰਦੇ ਪਹਿਲਾਂ ਸੀ ਬੀਜੇਪੀ ਦੇ ਵਿੱਚ ਉਹ ਵੀ ਸਰਗਰਮ ਹੋ ਗਏ ਵੀ ਯਾਰ ਇਹ ਨਾ ਹੋ ਜਿਹੜੇ ਨਵੇਂ ਲੀਡਰ ਆਈ ਜਾਂਦੇ ਉਹਨਾਂ ਨੂੰ ਸਾਡੇ ਵਾਲਾ ਥਾਂ ਮਿਲ ਜੇ। ਜਿਹੜੇ ਨਵੇਂ ਲੀਡਰ ਨੇ ਉਹ ਪਹਿਲਾਂ ਨਾਲੋਂ ਵੀ ਜ਼ਿਆਦਾ ਸਰਗਰਮ ਨੇ ਵੀ ਯਾਰ ਨਵੀਂ ਪਾਰਟੀ 'ਚ ਗਏ ਆ, ਕੁਛ ਨਾ ਕੁਛ ਕਰਕੇ ਵਿਖਾਈਏ। ਇਹ ਨਾ ਵੀ ਅਗਲੇ ਕਹਿਣ ਵੀ ਯਾਰ ਐਵੇਂ ਬੰਦਾ ਲੈ ਲਿਆ, ਇਹਦੇ ਮਗਰ ਵੋਟਾਂ ਦੇ ਚਾਰ ਹੈ ਨਹੀਂ। ਸੋ ਇਸ ਵਕਤ ਬੀਜੇਪੀ ਦੀ ਸਰਗਰਮੀ ਵੀ ਪੂਰੀ ਹੈ, ਪਰ ਹਾਂ ਕਮਲ ਦੇ ਫੁੱਲ ਦਾ ਜਿਹੜਾ ਉਹ ਪ੍ਰਚਾਰ ਜ਼ਰੂਰ ਹੈਗਾ, ਪਰ ਕੈਂਡੀਡੇਟ ਕਿਹੜਾ ਹੋਊਗਾ ਜਿਹਨੂੰ ਕਮਲ ਦਾ ਫੁੱਲ ਦੇਣਾ ਇਹਦਾ ਅਜੇ ਪਤਾ ਲੱਗਣਾ ਥੋੜ੍ਹਾ ਜਿਹਾ ਦਿਨ ਹੈਗੇ ਉਹਦੇ 'ਚ। ਦਿੱਲੀੋਂ ਬਹੁਤ ਸਾਰੇ ਲੀਡਰ ਬੀਜੇਪੀ ਦੇ ਆਏ ਆ। ਆਪਾਂ ਦੇਖਿਆ ਸੀ 2 ਕੇਂਦਰੀ ਮੰਤਰੀ, ਇੱਕ ਸਾਬਕਾ ਕੇਂਦਰੀ ਮੰਤਰੀ, ਹੋਰ ਕਈ ਲੀਡਰ ਪੰਜਾਬ ਦੇ ਵਿੱਚ ਸਰਗਰਮ ਨੇ ਭਾਰਤੀ ਜਨਤਾ ਪਾਰਟੀ ਦੇ ਪ੍ਰਚਾਰ ਲਈ। ਅੱਜ ਜਲੰਧਰ ਦੇ ਵਿੱਚ ਹਵਨ ਕਰਕੇ ਜਦੋਂ ਪ੍ਰਚਾਰ ਸ਼ੁਰੂ ਕੀਤਾ, ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਸਾਹਿਬ ਨਾਲ ਸੀ ਤੇ ਕੌਮੀ ਪ੍ਰਧਾਨ ਬੀਜੇਪੀ ਦੇ ਸੁਦਾਨ ਸਿੰਘ ਵੀ ਆਏ ਸੀ। ਉਹ ਵੀ ਕਹਿੰਦੇ ਜੀ ਵਰਕਰ ਰੀੜ ਦੀ ਹੱਡੀ ਆ, ਅਸੀਂ ਵਰਕਰਾਂ ਨੂੰ ਦੱਸ ਰਹੇ ਕਿ ਤੁਸੀਂ ਕਿਵੇਂ ਜਾ ਕੇ ਪ੍ਰਚਾਰ ਕਰਨਾ। ਅਸ਼ਵਨੀ ਸ਼ਰਮਾ ਸਾਹਿਬ ਨੂੰ ਇੱਥੇ ਸਵਾਲ ਪੁੱਛਿਆ ਜੀ ਉਹ ਚੰਨੀ ਸਾਹਿਬ ਦਾ ਚੱਕਰ ਚੱਲਦਾ, ਚੰਨੀ ਸਾਹਿਬ ਦਾ ਰੌਲਾ ਪੈਂਦਾ ਕਿ ਉਹਨਾਂ ਨੇ ਆ ਜਾਣਾ। ਉਹ ਕਹਿੰਦੇ ਜੀ ਦੇਖੋ ਅਫਵਾਹ ਆ, ਗੱਲ-ਗੁੱਲ ਕੋਈ ਨਹੀਂ ਚੱਲਦੀ, ਤੇ ਚੰਗਾ ਹੋਵੇ ਕਿ ਤੁਸੀਂ ਉਹਨਾਂ ਨੂੰ ਜਾ ਕੇ ਪੁੱਛ ਲਓ ਕਿ ਚੰਨੀ ਸਾਹਿਬ ਆ ਰਹੇ ਕਿ ਨਹੀਂ ਆ ਰਹੇ। ਸਾਡੀ ਪਾਰਟੀ ਦੇ ਵਿੱਚ ਤਾਂ ਬਹੁਤ ਸਾਰੇ ਬੰਦੇ ਆ ਜਾਂਦੇ, ਸਾਨੂੰ ਚੰਗੇ ਲੱਗਦੇ ਆ, ਪਾਰਟੀ ਰੱਖ ਲੈਂਦੀ ਆ, ਨਹੀਂ ਚੰਗੇ ਲੱਗਦੇ ਤਾਂ ਉਹਨਾਂ ਲਈ ਬੂਹਾ ਭੇੜ ਲੈਂਦੀ ਹੈ। ਹਾਂ, ਭਾਰਤੀ ਜਨਤਾ ਪਾਰਟੀ ਬਹੁਤ ਸਾਰੇ ਸੂਬਿਆਂ ਦੇ ਵਿੱਚ ਜਿੱਥੇ ਚੋਣ ਹੈ ਸੰਧਾਲੀਆ ਸਾਹਿਬ, ਉੱਥੇ ਲਗਾਤਾਰ ਉਮੀਦਵਾਰਾਂ ਦਾ ਐਲਾਨ ਕਰ ਰਹੀ ਹੈ। ਪਰ ਜਲੰਧਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਦੇ ਲਈ ਅਜੇ ਮੁੱਠ ਵੱਟੀ ਹੈ। ਇਹਦਾ ਮਤਲਬ ਹੈ ਕਿ ਜਿਸ ਤਰੀਕੇ ਆਮ ਆਦਮੀ ਪਾਰਟੀ ਨੇ ਬੰਦਾ ਹੋਰ ਪਾਸਿਓਂ ਲਿਆ ਕੇ ਕੈਂਡੀਡੇਟ ਬਣਾਇਆ, ਹੋ ਸਕਦਾ ਭਾਰਤੀ ਜਨਤਾ ਪਾਰਟੀ ਵੀ ਉਡੀਕ ਕਰਦੀ ਹੋਵੇ ਕਿ ਭਾਈ ਸਾਡੇ ਕੋਲੇ ਆਪਦੇ ਲੀਡਰ ਤਾਂ ਹੈਗੇ ਹੀ ਆ, ਪਰ ਜੇ ਕੋਈ ਇਹਨਾਂ ਤੋਂ ਵੀ ਚੰਗਾ, ਇਹਨਾਂ ਤੋਂ ਵੀ ਵਧੀਆ, ਇਹਨਾਂ ਤੋਂ ਵੀ ਵੱਧ ਵੋਟਰਾਂ ਦੇ ਉੱਤੇ ਪ੍ਰਭਾਵ ਰੱਖਣ ਵਾਲਾ ਬੰਦਾ ਸਾਨੂੰ ਹੋਰ ਕਿਸੇ ਪਾਰਟੀ 'ਚੋਂ ਹੋਰ ਕਿਸੇ ਪਾਸਿਓਂ ਮਿਲ ਜਾਂਦਾ, ਇਹਦਾ ਮਤਲਬ ਕੁਝ ਅੰਦਰ ਰਿੱਝ ਪੱਕ ਰਿਹਾ, ਕੁਝ ਅੰਦਰ ਚੱਲ ਰਿਹਾ। ਹਾਂ, ਉਹਦੇ ਨਾਲ ਇੰਨਾ ਜ਼ਰੂਰ ਹੋਊਗਾ ਕਿ ਜਿਹੜੇ ਬੰਦੇ ਪਹਿਲਾਂ ਤੋਂ ਬੀਜੇਪੀ ਦੇ ਵਿੱਚ ਕੰਮ ਕਰਦੇ, ਜਿੱਦਾਂ ਆਪਾਂ ਆਮ ਆਦਮੀ ਪਾਰਟੀ ਦੇ ਬਾਬਤ ਕਿਹਾ ਸੀ ਕਿ ਵਰਕਰ ਤਾਂ ਉਹਨਾਂ ਦੇ ਕੋਲੇ ਵੀ ਹੈਗੇ ਆ, ਬੰਦਾ ਬਾਹਰੋਂ ਲਿਆ ਕੇ ਖੜਾ ਕਰ ਦਿੱਤਾ, ਤੇ ਜੇ ਬੀਜੇਪੀ ਵਾਲੇ 'ਚ ਵੀ ਇਦਾਂ ਹੋਇਆ ਤੇ ਵਰਕਰ ਉਹਨਾਂ ਦਾ ਵੀ ਨਿਰਾਸ਼ ਹੋਏਗਾ ਕਿਤੇ ਨਾ ਕਿਤੇ। ਆਹਦੇ ਵਰਕਰ 2-4 ਦਿਨ ਨਿਰਾਸ਼ ਹੋ ਸਕਦਾ, ਪਰ ਉਹਨਾਂ ਨੇ ਤੇ ਅਲਟੀਮੇਟਲੀ ਕੰਨ 'ਚ ਫੂਕ ਮਾਰ ਹੀ ਦੇਣੇ ਵੀ ਵੀਰ ਮੇਰਾ ਦੇਖ ਦਰੀ ਵਿਛਾਉਣੀ ਆ। ਜੇ ਤੂੰ ਨਹੀਂ ਵਿਛਾਉਣੀ ਤੇ ਬੰਦੇ 4 ਤੇਰੇ ਮਗਰ ਹੋਰ ਉਹਦੇ ਦਰੀ ਪਾੜਨ ਨੂੰ ਤੁਰੇ ਫਿਰਦੇ ਵੀ ਮਹਾਰਾਜ ਸਾਨੂੰ ਫੜਾਓ ਅਸੀਂ ਵਿਛਾ ਕੇ ਆਉਣੇ। ਕਿੱਡੀ ਗੱਲਾਂ 'ਚੋਂ ਗੱਲ ਹੈ। ਇਹ ਵੀ ਇੱਕ ਕਾਰਨ ਹੈ ਨਾ ਵੀ ਨਾ ਤੇ ਵਰਕਰ ਇਤਰਾਜ਼ ਕਰਦਾ, ਨਾ ਛੋਟੇ ਲੀਡਰ ਇਤਰਾਜ਼ ਕਰਦੇ ਨੇ, ਤੇ ਨਾ ਵੋਟਰ ਹੀ ਇਤਰਾਜ਼ ਕਰਦਾ ਵੀ ਹਾਂ ਭਾਈ ਸਾਹਿਬ ਤੁਸੀਂ ਤਾਂ ਕਹਿੰਦੇ ਸੀ ਵੀ ਫਲਾਨੀ ਪਾਰਟੀ ਬਹੁਤ ਮਾੜੀ, ਮੈਂ ਇਸ ਪਾਰਟੀ 'ਚੋਂ, ਤੇ ਜਦੋਂ ਅਗਲੀ ਵਾਰ ਵੋਟਾਂ ਆਉਂਦੀਆਂ ਬੰਦਾ ਉਹ ਦੂਸਰੇ ਪਾਸੇ ਦਾ ਵੀ ਮੈਂ ਹੁਣ ਇਸ ਪਾਰਟੀ 'ਚੋਂ। ਉਹਨੂੰ ਕੋਈ ਪੁੱਛੇ ਤੇ ਸਹੀ ਵੀ ਵੀਰ ਮੇਰਾ ਜਿਹੜੇ ਪਿਛਲੇ 5 ਸਾਲ ਦੇ ਹਿਸਾਬ ਨਾਲ ਇੱਕ ਉਹ ਤੁਸੀਂ ਸਾਨੂੰ ਆਖਿਆ ਵੀ ਇੱਧਰ ਆਓ, ਅਸੀਂ ਉਸ ਹਿਸਾਬ ਨਾਲ ਤੁਹਾਨੂੰ ਵੋਟ ਪਾਈ, ਹੁਣ ਅਚਾਨਕ ਤੁਸੀਂ ਇਹਨੇ ਨਹੀਂ ਹੁਣ ਇੱਧਰ ਨਹੀਂ, ਹੁਣ ਇੱਧਰ ਆਓ, ਹੁਣ ਇਸ ਹਿਸਾਬ ਨਾਲ ਮੈਨੂੰ ਵੋਟ ਪਾ ਦਿਓ। ਕੋਈ ਸਾਡੀ ਵੀ ਸੇ ਹੈ ਇਹਦੇ 'ਚ ਕਿ ਨਹੀਂ ਹੈ। ਪਰ ਅਨਫੋਰਚੂਨੇਟਲੀ ਇਹ ਇਕੱਲੇ ਪੰਜਾਬ ਨਹੀਂ, ਪੂਰੇ ਇੰਡੀਆ 'ਚ ਹੀ ਨਹੀਂ ਹੁੰਦਾ। ਤੇ ਜਦੋਂ ਕੋਈ ਪੁੱਛਦਾ ਨਹੀਂ, ਅਗਲੇ ਕਹਿੰਦੇ ਭਾਈ ਸਾਹਿਬ ਕੋਈ ਫਰਕ ਨਹੀਂ ਪੈਂਦਾ, ਇਹ ਤਾਂ ਉਹ ਨੱਕਾ ਹੀ ਮੋੜਨਾ, ਐ ਨੂੰ ਨਹੀਂ ਤੇ ਐ ਨੂੰ ਮੋੜ ਲਵਾਂਗੇ। ਹੁਣ ਦੇਖੋ ਵੀ ਇਹ ਜੇ ਦਲ ਬਦਲੀ ਇੱਕ ਹੋਊਗੀ, ਅਗਲਿਆਂ ਨੇ ਉਮੀਦਵਾਰ ਬਣਾਤਾ ਆਮ ਆਦਮੀ ਪਾਰਟੀ ਵਾਲੇ ਨੇ, ਇਹਦੇ 'ਚ ਹੁਣ ਅਕਾਲੀ ਦਲ ਤੇ ਜਾਂ ਬੀਜੇਪੀ ਜਿਹੜੀ ਹੈ ਉਹ ਆਪਣੇ 'ਚੋਂ ਬੰਦਾ ਦਿੰਦੇ ਨੇ, ਜਾਂ ਫਿਰ ਉਹ ਵੀ ਕਿਤੇ ਨਾ ਕਿਤੇ ਇੱਧਰੋਂ ਕੋਈ ਪੱਟ ਕੇ ਲਿਆਉਂਦੇ ਨੇ। ਪਰ ਜੋ ਵੀ ਹੋਊਗਾ ਇੱਕ ਗੱਲ ਤੇ ਹੈਗੀ ਆ ਵੀ ਇਹ ਹੁਣ ਮਹੀਨਾ ਖੰਡ ਜਲੰਧਰ ਜ਼ਿਮਨੀ ਚੋਣ ਦਾ ਕਰਕੇ ਇੱਕ ਦੂਸਰੇ ਦੇ ਉੱਪਰ ਨਿਸ਼ਾਨੇ, ਇੱਕ ਦੂਸਰੇ ਦੇ ਉੱਪਰ ਤਾਨੇ, ਉਹ ਸਾਰਾ ਕੁਝ ਚੱਲੀ ਜਾਣਾ। ਬਾਕੀ ਜਲੰਧਰ ਜ਼ਿਮਨੀ ਚੋਣ ਦੇ ਹੁੰਦਿਆਂ ਨਵਜੋਤ ਸਿੰਘ ਸਿੱਧੂ ਸਾਹਿਬ ਗੇੜਾ ਮਾਰ ਗਏ ਨੇ ਜਲੰਧਰ ਵਿੱਚ ਦੀ, ਪਹੁੰਚ ਕੇ ਅੰਮ੍ਰਿਤਸਰ, ਪਹਿਲਾਂ ਜਲੰਧਰ ਵੀ ਜਾ ਕੇ ਆਏ ਨੇ ਕਿਉਂਕਿ ਚੌਧਰੀ ਸਾਹਿਬ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਉਹਨਾਂ ਨੇ। ਸੰਧਾਲੀਆ ਸਾਹਿਬ, ਹੁਣ ਪਤਾ ਨਹੀਂ ਕਹਾਣੀ ਕਿੱਧਰਲੇ ਪਾਸੇ ਜਾਣੀ ਆ, ਪਰ ਪਟਿਆਲਾ ਜੇਲ੍ਹ ਦੇ ਵਿੱਚੋਂ ਰਿਹਾ ਹੋਏ ਆਪਣੇ ਘਰ ਤੱਕ ਆਏ, ਸਮਰਥਕ ਨਾਲ ਸੀ, ਫਿਰ ਮਾਨਸੇ ਗਏ, ਸਿੱਧੂ ਮੂਸੇਵਾਲੇ ਦੇ ਘਰੇ, ਫਿਰ ਪਟਿਆਲੇ ਆਏ, ਪਟਿਆਲੇ ਤੋਂ ਜਲੰਧਰ ਗਏ, ਜਲੰਧਰੋਂ ਅੰਮ੍ਰਿਤਸਰ ਗਏ, ਪਰ ਕਾਂਗਰਸ ਪਾਰਟੀ ਦਾ ਕੋਈ ਵੱਡਾ ਲੀਡਰ ਅਜੇ ਤੱਕ ਉਹਨਾਂ ਦੇ ਕੋਲੇ ਆਇਆ ਨਹੀਂ। ਹਾਂ, ਇਹ ਜ਼ਰੂਰ ਦਿੱਲੀ ਜਾ ਕੇ ਹਾਈਕਮਾਂਡ ਦੇ ਦਰਬਾਰ ਦੇ ਵਿੱਚ ਹਾਜ਼ਰੀ ਲਾਏ ਆ। ਹੁਣ ਚਲੋ ਚੌਧਰੀ ਸੰਤੋਖ ਸਿੰਘ ਉਹਨਾਂ ਦੇ ਘਰੇ ਅਫਸੋਸ ਪ੍ਰਗਟ ਕਰਨਾ ਬਣਦਾ ਸੀ, ਮੈਂਬਰ ਪਾਰਲੀਮੈਂਟ ਰਹੇ ਨੇ, ਇੱਕ ਪਾਰਟੀ ਦੇ ਵਿੱਚ ਰਹੇ ਨੇ, ਇਹ ਜੇਲ੍ਹ ਦੇ ਵਿੱਚ ਸੀ, ਉਹਨਾਂ ਦਾ ਦੇਹਾਂਤ ਹੋ ਗਿਆ ਤੇ ਉੱਥੇ ਗਏ ਤੇ ਉੱਥੇ ਤਾਂ ਰਾਜਨੀਤੀ ਦੀ ਕੋਈ ਗੱਲ ਕਰਨੀ ਵੀ ਵਾਜਬ ਨਹੀਂ। ਪਰ ਉਹਦੇ ਤੋਂ ਬਾਅਦ ਜਦੋਂ ਅੰਮ੍ਰਿਤਸਰ ਗਏ ਆ ਸੰਧਾਲੀਆ ਸਾਹਿਬ, ਤੇ ਉਦੋਂ ਇਹਨਾਂ ਦੇ ਸਮਰਥਕਾਂ ਨੇ 1-2 ਲੀਡਰ ਜਿਹੜੇ ਆ ਉਹ ਉੱਥੇ ਆਏ, ਪਰ ਹੋਰ ਕੋਈ ਕਾਂਗਰਸ ਪਾਰਟੀ ਦਾ ਵੱਡਾ ਲੀਡਰ ਨਹੀਂ ਆਇਆ। ਇਹਨਾਂ ਦੇ ਸਮਰਥਕਾਂ ਨੇ ਚਲੋ ਇਹਨਾਂ ਦੇ ਉੱਤੇ ਫੁੱਲ ਭਰਾਏ, ਨਾਲ ਕਾਫਲੇ ਦੇ ਰੂਪ ਦੇ ਵਿੱਚ ਗਏ, ਉਹਨਾਂ ਦੇ ਘਰ ਤੱਕ ਗਏ। ਸਿੱਧੂ ਸਾਹਿਬ ਨੇ ਵੀ ਆਪਣੇ ਰਵਾਇਤੀ ਅੰਦਾਜ਼ ਦੇ ਵਿੱਚ ਸਰਕਾਰ ਨੂੰ ਚੋਪੜੀਆਂ ਤੇ 2-2 ਸੁਣਾਈਆਂ। ਪਰ ਜਿਹੜੀ ਵੀ ਜਗ੍ਹਾ ਦੇ ਉੱਤੇ ਨਵਜੋਤ ਸਿੰਘ ਸਿੱਧੂ ਜਾਂਦੇ ਆ, ਕਿਸੇ ਵੀ ਵੱਡੇ ਲੀਡਰ ਦਾ ਉੱਥੇ ਨਾ ਅੱਪੜਨਾ, ਉਹ ਕਈ ਤਰ੍ਹਾਂ ਦੇ ਸਵਾਲ ਖੜੇ ਕਰਦਾ। ਅਸੀਂ ਨਹੀਂ ਕਹਿੰਦੇ ਕਿ ਉਹਨਾਂ ਲੀਡਰਾਂ ਦੀ ਇਹ ਡਿਊਟੀ ਹੈ, ਪਰ ਕਾਂਗਰਸ ਪਾਰਟੀ ਦੇ ਅੰਦਰ ਮਾਹੌਲ ਕੀ ਹੈ, ਹਾਲਾਤ ਕੀ ਨੇ, ਹਾਈਕਮਾਂਡ ਵਾਲੇ ਮਿਲਦੇ ਆ, ਹਾਈਕਮਾਂਡ ਵਾਲੇ
ਜਿਹੜੇ ਉਹ ਜਾਣਕਾਰੀ ਵੀ ਸਾਂਝੀ ਕਰ ਦਿੰਦੇ ਆ, ਫੋਟੋ ਵੀ ਖਿਚਵਾ ਲੈਂਦੇ ਆ, ਉਧਰਲੇ ਪਾਸੇ ਕੰਮ ਚੱਲੀ ਜਾਂਦਾ ਹੈ। ਪਰ ਜਦੋਂ ਸਿੱਧੂ ਸਾਹਿਬ ਪੰਜਾਬ 'ਚ ਵਾਪਸ ਆਉਂਦੇ ਆ ਉਦੋਂ ਥੋੜੀ ਜਿਹੀ ਵਿਥ ਰਹਿੰਦੀ ਹੈ। ਕੀ ਨਵਜੋਤ ਸਿੰਘ ਸਿੱਧੂ ਹੀ ਸਾਰਿਆਂ ਨਾਲ ਸੰਪਰਕ ਨਹੀਂ ਕਰ ਰਹੇ ਜਾਂ ਉਧਰਲੇ ਪਾਸਿਓਂ ਕਿਸੇ ਨੂੰ ਸੰਪਰਕ ਨਹੀਂ ਕੀਤਾ? ਇਹ ਕਈ ਕੁਝ ਹੈ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਕਈ ਕੁਝ ਸਾਡੇ ਸਾਹਮਣੇ ਲੈ ਕੇ ਆਊਗਾ। ਵੈਸੇ ਨਾ ਇੱਕ ਕਹਾਣੀ ਮੈਂ ਬਹੁਤ ਚਿਰ ਪਹਿਲਾਂ ਪੜ੍ਹੀ ਸੀ, ਹੋ ਸਕਦਾ ਕਿ ਵੀ ਉਦੋਂ ਜਿਸ ਵੀ ਲਿਖਾਰੀ ਨੂੰ, ਮੈਂ ਉਹਨਾਂ ਦਾ ਨਾਂ ਭੁੱਲ ਗਿਆ, ਛੋਟੀ ਜਿਹੀ ਕਹਾਣੀ ਸੀ, ਉਹ ਜਿਹਨੇ ਲਿਖੀ ਹੋਵੇ ਉਦੋਂ ਉਹਦੇ ਮਨ 'ਚ ਹੋਵੇ ਵੀ ਯਾਰ ਜਿੱਦਾਂ ਆਪਾਂ ਇੱਧਰੋਂ ਉੱਧਰੋਂ ਦੇਖ ਕੇ ਜਾਂ ਆਸੇ-ਪਾਸੇ ਜੋ ਵਾਪਰਦਾ ਉਹ ਦੇਖ ਕੇ ਕਹਾਣੀ ਲਿਖ ਦਿੰਦੇ ਆ, ਪਰ ਮੈਨੂੰ ਲੱਗਦਾ ਵੀ ਉਹ ਚੀਜ਼ ਕਈਆਂ ਥਾਵਾਂ 'ਤੇ ਫਿੱਟ ਹੁੰਦੀ। ਉਹ ਕਿਸੇ ਅਫਸਰ ਦੀ ਗੱਲ ਕਰਦੇ ਸੀ ਵੀ ਕੋਈ ਅਫਸਰ ਸੀ ਅਤੇ ਉਹ ਕਿਸੇ ਇੱਦਾਂ ਸਰਕਾਰੀ ਘਰ 'ਚ ਰਹਿੰਦਾ ਸੀ ਅਤੇ ਰੋਜ਼ ਹੀ ਕੋਈ ਪਿੰਡੋਂ ਜਿਹੜੇ ਬੰਦੇ ਆਉਂਦੇ ਸੀ, ਕੋਈ ਉਹਨੂੰ ਸਬਜ਼ੀ ਦੇ ਜਾਇਆ ਕਰੇ, ਕੋਈ ਉਹ ਕਰੀ ਜਿਹੜਾ ਕੋਈ ਘਰੇ ਆਪਣਾ ਭਾਂਡਾ ਭੂੰਡਾ ਬਣਾ ਲਈਦਾ ਸਿਆਲ 'ਚ ਉਹ ਦੇ ਜਾਇਆ ਕਰਨ, ਕੋਈ ਦੁੱਧ ਫੜਾ ਜਾਇਆ ਕਰੇ, ਕੋਈ ਲੱਸੀ ਫੜਾ ਜਾਇਆ ਕਰੇ, ਅਤੇ ਕੋਈ ਹੋਰ ਨਹੀਂ ਤੇ ਕੋਈ ਮੀਟ ਮੁਰਗਾ ਹੀ ਜਿਹੜਾ ਉਹ ਫੜਾ ਜਾਇਆ ਕਰੇ ਵੀ ਉਹ ਜੀ ਹਾਂਜੀ, ਜਾਂ ਆਂਡੇ ਦੇਸੀ ਹੋਣੇ ਵੀ ਹਾਂਜੀ ਅਫਸਰਾਂ ਨੂੰ ਫੜਾਓ। ਉਹ ਜਿੰਨਾ ਚਿਰ ਅਫਸਰ ਰਿਹਾ ਅਤੇ ਉਹਨਾਂ ਚਿਰ ਤੇ ਕਹਿੰਦੇ ਵਾਹਵਾ ਰਿਹਾ ਕੰਮ, ਅਤੇ ਮੁੜ ਕੇ ਜਦੋਂ ਅਚਾਨਕ ਰਿਟਾਇਰ ਹੋ ਗਿਆ ਨਾ ਅਤੇ 2 ਕੁ ਦਿਨ ਬਾਅਦ ਉਹਨਾਂ ਵੇਖਿਆ ਵੀ ਯਾਰ ਹੁਣ ਤਾਂ ਬੂਹਾ ਹੀ ਨਹੀਂ ਖੜਕਦਾ ਅਤੇ ਨਾ ਕੋਈ ਬੈਲ ਹੀ ਮਾਰਦਾ ਬਾਹਰ, ਅਤੇ ਇਹ ਨਾ ਕੋਈ ਦੁੱਧ ਦਹੀਂ ਨਾ ਕੁਛ, ਕੋਈ ਗੱਲਬਾਤ ਵੀ ਨਹੀਂ ਹੈਗੀ। ਅਤੇ ਫਿਰ ਉਹ ਜਦੋਂ ਉਹਨੇ ਪੁੱਛਿਆ ਉਹਦੀ ਕਹਿੰਦੇ ਘਰ ਵਾਲੀ ਨੇ ਵੀ ਹਾਂਜੀ ਇਹ ਸਰਦਾਰ ਜੀ ਹੁਣ ਕਿੱਦਾਂ ਇਹ ਚੱਕਰ ਕੋ ਆਉਂਦਾ ਹੀ ਨਹੀਂ। ਉਹ ਕਹਿੰਦੇ ਵੀ ਭਰੀਏ ਲੋਕ ਉਹ ਸਾਰਾ ਸਮਾਨ ਮੈਨੂੰ ਥੋੜ੍ਹਾ ਆਉਂਦਾ, ਉਹਦੇ ਕੁਰਸੀ ਨੂੰ ਆਉਂਦਾ ਹੈ, ਅਤੇ ਹੁਣ ਕੁਰਸੀ ਆਪਣੇ ਕੋਲ ਹੈ ਨਹੀਂ ਕਿ ਜਿਹਦੇ ਕੋਲੇ ਕੁਰਸੀ ਹੁਣ ਸਮਾਨ ਉੱਧਰ ਜਾਂਦਾ ਹੋਊਗਾ। ਇਹ ਕਹਾਣੀ ਮੈਨੂੰ ਇੱਥੇ ਵੀ ਕਿਤੇ ਨਾ ਕਿਤੇ ਸਹੀ ਜਾਪਦੀ ਹੈ ਵੀ ਜਿੰਨਾ ਚਿਰ ਤੱਕ ਤੇ ਸਿੱਧੂ ਸਾਹਿਬ ਕੋਲ ਪ੍ਰਧਾਨਗੀ ਵਾਲੀ ਕੁਰਸੀ ਸੀ ਉਹਨਾਂ ਚਿਰ ਤੱਕ ਤੇ ਤੁਸੀਂ ਦੇਖਿਆ ਹੋਣਾ ਵੀ ਵੱਡੇ ਵੱਡੇ ਲੀਡਰ ਸਾਹਿਬਾਨ ਆਣ ਕੇ ਉਹਨਾਂ ਨੂੰ ਮਿਲਦੇ ਸੀ, ਹਰ ਥਾਂ ਦੇ ਉੱਪਰ ਸਿੱਧੂ ਹੁੰਦੀ ਸੀ। ਪਰ ਹੁਣ ਕਿਉਂਕਿ ਪ੍ਰਧਾਨਗੀ ਵੀ ਹੈ ਨਹੀਂ ਇਹਨਾਂ ਕੋਲ, ਉਹ MLA ਵੀ ਹੈ ਨਹੀਂ ਕਿ ਮੰਤਰੀ ਵੀ ਹੈ ਨਹੀਂ ਗੇ, ਕਿਉਂਕਿ ਹੁਣ ਤੱਕ ਵੈਸੇ ਸਿੱਧੂ ਸਾਹਿਬ ਹਾਰੇ ਨਹੀਂ ਸੀ ਕਦੀ, ਇਹ 2022 ਦੇ ਵਿੱਚ ਹੀ ਅਨਫੋਰਚੂਨੇਟਲੀ ਹਾਰ ਗਏ ਉਹ। ਅਤੇ ਹੁਣ ਕਿਉਂਕਿ ਉਹਦਾ ਵੀ ਕੋਈ ਨਹੀਂ ਹੈਗਾ, ਨਾ ਉਹਨਾਂ ਦੀ ਆਪਣੀ ਪਾਰਟੀ ਵਾਲੇ ਪਾਸਿਓਂ, ਨਾ ਸਰਕਾਰ ਵਾਲੇ ਪਾਸਿਓਂ, ਨਾ ਸੰਵਿਧਾਨ ਵਾਲੇ ਪਾਸਿਓਂ, ਅਤੇ ਫਿਰ ਇਹਦਾ ਮਤਲਬ ਜਦੋਂ ਕੁਰਸੀ ਕੋਈ ਨਹੀਂ ਹੈਗੀ ਅਤੇ ਫਿਰ ਸਲਾਮਾਂ ਤਾਂ ਕੁਰਸੀ ਨੂੰ ਹੋਣੀਆਂ ਨੇ ਨਾ WhatsApp, ਜਦੋਂ ਕੁਰਸੀ ਨਹੀਂ ਅਤੇ ਫਿਰ ਕੋਈ ਮਿਲਣ ਕਿਉਂ ਆਊਗਾ? ਨਹੀਂ ਠੀਕ ਹੈ ਸੰਧਾਲੀਆ ਸਾਹਿਬ ਤੁਹਾਡੀ ਗੱਲ, ਪਰ ਜਦੋਂ ਪਾਰਟੀਆਂ ਆਪਸ ਵਿੱਚ ਲੜਦੀਆਂ ਨਾ ਉਹਦੇ ਵਿੱਚ ਸੂਬੇ ਦੇ ਲੋਕਾਂ ਦਾ ਨੁਕਸਾਨ ਹੈ। ਹੁਣ ਤੁਸੀਂ ਦੇਖੋ ਜੇ ਭਲਕ ਨੂੰ ਕੋਈ ਇੱਕ ਧਿਰ ਬਿਆਨ ਦੇਗੀ ਕਾਂਗਰਸ ਪਾਰਟੀ ਦੀ, ਸਾਡੇ ਅੰਦਰ ਇੱਦਾਂ ਜੀ, ਸਾਡੇ ਅੰਦਰ ਉੱਦਾਂ ਜੀ, ਸਾਰਾ ਮੀਡੀਆ ਅਸੀਂ ਤੁਸੀਂ ਸਾਰੀਆਂ ਗੱਲਾਂ ਉਧਰਲੇ ਪਾਸੇ ਕਰਨ ਲੱਗ ਪੈਣੀਆਂ। ਸਾਨੂੰ ਕੋਈ ਬਿਜਲੀ ਸੰਕਟ, ਸਾਨੂੰ ਕੋਈ ਬੇਰੁਜ਼ਗਾਰੀ ਸੰਕਟ, ਸਾਨੂੰ ਕੋਈ ਵਿਦੇਸ਼ਾਂ ਦੇ ਵਿੱਚ ਜਿਹੜੇ ਮਸਲੇ ਚੱਲ ਰਹੇ ਨੇ ਉਧਰਲੇ ਪਾਸੇ ਧਿਆਨ ਹੀ ਰਹਿਣਾ, ਲੋਕਾਂ ਨੇ ਵੀ ਸਵਾਦ ਉਹਦੇ ਵਿੱਚੋਂ ਲੈਣ ਲੱਗ ਪੈਣਾ। ਸੋ ਇਸ ਕਰਕੇ ਪਾਰਟੀਆਂ ਦੇ ਅੰਦਰ ਸਾਰਾ ਕੁਝ ਠੀਕ ਰਹੇ ਤਾਂ ਚੰਗਾ। ਬਾਕੀ ਸੰਧਾਲੀਆ ਸਾਹਿਬ ਪੰਜਾਬ ਵਾਲਿਆਂ ਨੂੰ ਤੁਸੀਂ ਆਪ ਸਮਝਾ ਦਿਓ ਕਿ ਜਿਹੜਾ ਅਲਾਰਮ ਅੱਗੇ 6 ਵਜੇ ਲਾਇਆ ਸੀ 4 ਵਜੇ ਦਾ ਕਰ ਦੇਣ, ਕਿਉਂਕਿ ਉੱਠਣਾ, ਮਾੜਾ ਮੋਟਾ ਰੋਟੀ ਟੁੱਕ ਕਰਨਾ ਹੈ, ਨਹਾ ਧੋ ਕੇ ਤਿਆਰ ਹੋਣਾ ਹੈ, ਕੰਮ ਤੇ ਜਾਣਾ ਹੈ ਜਾਂ ਹੋਰ ਪਾਸੇ ਜਾਣਾ ਹੈ, ਕਿਉਂਕਿ ਹੁਣ ਸਰਕਾਰ ਨੇ ਫੈਸਲਾ ਕਰਤਾ ਕਿ ਬੜੀ ਛੇਤੀ ਸਰਕਾਰੀ ਦਫ਼ਤਰ ਸਵੇਰੇ 7:30 ਵਜੇ ਖੁੱਲ੍ਹਣੇ ਆ ਤੇ 2 ਵਜੇ ਦੁਪਹਿਰ ਨੂੰ ਬੰਦ ਹੋ ਜਾਇਆ ਕਰਨੇ ਆ। ਉਹ ਕਹਿੰਦੇ ਗਰਮੀ ਆ ਗਈ ਹੈ, ਬੱਤੀ ਬਹੁਤ ਬਚੂ। ਤੇ ਉਧਰ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਕਹਿੰਦੇ ਮੈਂ ਤਾਂ ਪਹਿਲਾਂ ਕਿਹਾ ਸੀ ਕਿ ਹੈ ਨਹੀਂ ਇਹਨਾਂ ਕੋਲ ਬੱਤੀ ਬੁੱਤੀ, ਨਾ ਇਹਨਾਂ ਦੇ ਕੋਲੇ ਪੈਸਾ ਟਕਾ। ਇਸ ਕਰਕੇ ਆ ਦੇਖ ਲਓ ਹੁਣ ਆ ਲੋਕਾਂ ਨੂੰ ਇਹਨਾਂ ਨੇ ਪੁੱਠੇ ਢੰਗ ਦੇਣਾ ਇਸ ਮਸਲੇ ਦੇ ਵਿੱਚ। ਹੁਣ ਫੈਸਲਾ ਜਿਹੜਾ ਉਹ ਲੋਕ ਦੱਸਣਗੇ ਕਿ ਭਾਈ ਉਹਦਾ ਪ੍ਰਭਾਵ ਕਿੱਦਾਂ ਦਾ ਜਾਂਦਾ। ਨਹੀਂ ਖੈਰ ਮਈ ਮਹੀਨੇ ਤੋਂ ਇਹ ਮੇਰਾ ਖਿਆਲ ਸ਼ੁਰੂਆਤ ਹੋਣੀ ਆ, ਇਹ ਜਿਹੜਾ ਬਦਲਿਆ ਹੋਇਆ ਸਕੈਡਿਊਲ ਆ ਕਿ ਸਵੇਰੇ 7:30 ਵਜੇ ਜਿਹੜੇ ਦਫ਼ਤਰ ਨੇ ਸਰਕਾਰੀ ਖੁੱਲ੍ਹ ਜਾਇਆ ਕਰਨਗੇ, 2 ਵਜੇ ਛੁੱਟੀ ਹੋ ਜਾਇਆ ਕਰੂਗੀ। ਉਦੋਂ ਜੋ ਸਕੂਲਾਂ ਦੀ ਟਾਈਮਿੰਗ ਵੀ ਮੋਸਟਲੀ ਇਹੋ ਹੁੰਦੀ ਹੈ ਵੀ ਨਿਆਣੇ ਤੜਕੇ ਚਲੇ ਜਾਂਦੇ ਆ, ਦੁਪਹਿਰੇ ਛੁੱਟੀ ਹੋ ਜਾਂਦੀ ਹੈ। ਮੁੱਖ ਮੰਤਰੀ ਸਾਹਿਬ ਨੇ ਵੀ ਕਿਹਾ, ਉਹ ਕਹਿੰਦੇ ਵੀ ਮੈਂ ਖੁਦ ਤੁਹਾਨੂੰ 7:30 ਵਜੇ ਆਪਣੇ ਦਫ਼ਤਰ ਮਿਲਿਆ ਕਰਾਂਗਾ ਅਤੇ 2 ਵਜੇ ਤੱਕ ਕੰਮ ਕਰਿਆ ਕਰਾਂਗਾ। ਅਤੇ ਨਾਲ ਉਹਨਾਂ ਇਹ ਵੀ ਕਿਹਾ ਵੀ ਸਹੂਲਤ ਜਿਹੜੀ ਹੈ ਉਹ ਮੁਲਾਜ਼ਮਾਂ ਨੂੰ ਵੀ ਹੋ ਜੂਗੀ ਕਿ ਕਿਸੇ ਵੇਲੇ ਜੇ ਮੰਨ ਲਓ ਕਿਤੇ ਕੋਈ ਕੰਮ ਧੰਦਾ ਕਰਨ ਵਾਲਾ ਜਾਂ ਕਿਤੇ ਜਾਣਾ ਆਉਣਾ, ਹੁਣ ਜੇ 2 ਵਜੇ ਦਫ਼ਤਰੋਂ ਛੁੱਟੀ ਹੋਊਗੀ ਅਤੇ ਉਸ ਤੋਂ ਬਾਅਦ ਉਹ ਕੋਈ ਆਪਣਾ ਦੂਰ ਨੇੜੇ ਜਾ ਕੇ ਕੰਮ ਧੰਦਾ ਵੀ ਕਰਕੇ ਆ ਸਕਦੇ ਆ। ਸੋ ਇਹ ਉਹਨਾਂ ਨੇ ਸਹੂਲਤ ਉਹਨਾਂ ਦੇ ਲਈ ਕਹੀ। ਨਾਲ ਜਿਹੜਾ ਮੁੱਖ ਗੱਲ ਜਿੱਦਾਂ ਤੁਸੀਂ ਕਿਹਾ ਠੀਕ ਹੈ ਕਿ ਉਹ ਕਹਿੰਦੇ ਵੀ ਬਿਜਲੀ ਦੀ ਜਿਹੜੀ ਖਪਤ ਆ ਉਹ ਘਟੂਗੀ, ਕਿਉਂਕਿ ਸਵੇਰ ਜੇ ਮੰਨ ਲਓ 7:30 ਵਜੇ ਦਫ਼ਤਰ ਖੁੱਲ੍ਹ ਗਿਆ ਅਤੇ ਬਹੁਤਾ ਕਰਕੇ ਗਰਮੀ ਜਿਹੜੀ ਆਮ ਉਹ 11-12 ਵਜੇ ਤੱਕ ਪੂਰਾ ਜ਼ੋਰ ਫੜਦੀ ਹੁੰਦੀ ਆ, ਅਤੇ ਜੇ ਮੰਨ ਲਓ 7:30 ਤੋਂ ਲੈ ਕੇ 10-11 ਵਜੇ ਤੱਕ ਵੀ ਉਹ ਖਪਤ ਥੋੜ੍ਹੀ ਬਹੁਤ ਘਟ ਜਾਵੇ ਬਿਜਲੀ ਦੀ, ਅਤੇ ਉਹ ਕਹਿੰਦੇ ਵੀ ਬਚਤ ਹੋ ਜੂਗੀ। ਪਰ ਇੱਕ ਗੱਲ ਇਹ ਵੀ ਹੈ ਨਾਲ ਕਿ ਵੀ ਉਹ ਜਿਹੜੀਆਂ ਵਿਰੋਧੀ ਧਿਰਾਂ ਨੇ ਉਹ ਸਾਰਿਆਂ ਨੇ ਗੱਲ ਤੁਹਾਡੀ ਠੀਕ ਹੈ ਵੀ ਇਹੋ ਕਿਹਾ ਵੀ ਇਹ ਤਾਂ ਕੋਈ ਤਰੀਕਾ ਨਾ ਹੋਇਆ ਜੀ, ਇੱਦਾਂ ਕਿੱਦਾਂ ਹੋ ਗਿਆ ਜੀ। ਪਰ ਵਿੱਚ ਚਰਚਾ ਜਿਹੜੀ ਇਹ ਵੀ ਚੱਲਦੀ ਹੈ ਕਿ ਵੀ ਇਹ ਜਿਹੜਾ ਆਈਡੀਆ ਹੈ, ਇਹ ਆਈਡੀਆ ਇਸ ਤੋਂ ਪਹਿਲਾਂ ਸਰਕਾਰਾਂ ਜਿਹੜੀਆਂ ਸੀ ਉਹ ਵੀ ਕਰਦੀਆਂ ਰਹੀਆਂ ਸੀ ਕਈ ਟਾਈਮਾਂ ਦੇ ਉੱਪਰ ਵੀ ਜਦੋਂ ਬਿਲਕੁਲ ਹੀ ਪੀਕ ਟਾਈਮ ਹੋਣਾ ਉਦੋਂ ਜਾਂ ਇੰਡਸਟਰੀ ਬੰਦ ਕਰਾ ਦੇਣੀ ਜਾਂ ਜਿਹੜੇ ਸਰਕਾਰੀ ਦਫ਼ਤਰ ਆ ਉਹਨਾਂ ਦਾ ਸਮਾਂ ਵੱਧ ਘੱਟ ਕਰ ਦੇਣਾ, ਪਰ ਉਹ ਥੋੜ੍ਹੇ ਚਿਰ ਦੇ ਲਈ ਮੌਕੇ ਦੇ ਉੱਪਰ ਹੁੰਦਾ ਸੀ। ਇਹ ਕਿਉਂਕਿ ਬਹੁਤ ਪਹਿਲਾਂ ਅਨਾਊਂਸਮੈਂਟ ਕਰ ਦਿੱਤੀ ਗਈ ਆ, ਇਸ ਕਰਕੇ ਹੁਣ
ਜਿੱਦਾਂ ਸਰਕਾਰ ਤਾਂ ਕਹਿੰਦੀ ਵੀ ਉਦੋਂ ਤੱਕ ਜਿਹੜੇ ਲੋਕ ਤੇ ਸਰਕਾਰੀ ਅਫਸਰ ਨੇ ਜਾਂ ਮੁਲਾਜ਼ਮ ਨੇ ਉਹ ਤਿਆਰੀ ਕਰ ਲੈਣਗੇ, ਅਸੀਂ ਤਾਂ ਐਡਵਾਂਸ 'ਚ ਦੱਸਿਆ। ਪਰ ਵਿਰੋਧੀ ਕਹਿੰਦੇ ਵੀ ਚਲੋ ਕੋਈ ਗੱਲ ਨਹੀਂ, ਮਹੀਨਾ ਇੱਕ ਹੈਗਾ ਆਪਣੇ ਕੋਲੇ ਵੀਰ ਮੇਰਾ, ਬਸ ਕੜਾਈ ਦੇ ਵਿੱਚ ਇੱਕ ਨਾ ਖੁਰਪਾ ਫੇਰੀ ਜਾਣਾ। ਨਹੀਂ ਸੰਧਾਲੀਆ ਸਾਹਿਬ, ਠੀਕ ਹੈ, ਹੋ ਸਕਦਾ ਕੁਝ ਇੱਕ ਲੋਕਾਂ ਨੂੰ ਦਿੱਕਤ ਵੀ ਹੋਵੇ, ਹੋ ਸਕਦਾ ਕੁਝ ਇੱਕ ਲੋਕ ਇਹਦੇ ਤੋਂ ਥੋੜਾ ਜਿਹਾ ਠੀਕ ਵੀ ਮਹਿਸੂਸ ਕਰਨ। ਬਹੁਤ ਸਾਰੀਆਂ ਮੁਲਾਜ਼ਮਾਂ ਦੀਆਂ ਜਥੇਬੰਦੀਆਂ, ਕਿਉਂਕਿ ਕੰਮਾਂ ਧੰਦਿਆਂ ਦੇ ਉੱਤੇ ਉਹਨਾਂ ਨੇ ਜਾਣਾ, ਨੌਕਰੀਆਂ ਦੇ ਉੱਤੇ ਉਹਨਾਂ ਨੇ ਜਾਣਾ, ਉਹ ਇਹਦੇ ਬਾਰੇ ਪ੍ਰਤੀਕਿਰਿਆ ਕੀ ਦਿੰਦੇ ਆ ਉਹਦਾ ਸਾਨੂੰ ਅਜੇ ਜਿਹੜਾ ਉਹ ਇੰਤਜ਼ਾਰ ਉਹ ਰਹੂਗਾ। ਪਰ ਅਲਾਰਮ ਭਾਈ ਛੇਤੀ ਦਾ ਥੋੜਾ ਜਿਹਾ ਲਾ ਲਿਓ, ਚੇਤਾ ਰੱਖਿਓ ਕਿ ਭਾਈ ਹੁਣ ਮਈ ਮਹੀਨੇ ਦੇ ਵਿੱਚ ਅਲਾਰਮ ਤੁਹਾਡਾ ਕਿੰਨੇ ਵਜੇ ਵੱਜਿਆ ਕਰਨਾ। ਹੋ ਸਕਦਾ ਬਹੁਤ ਸਾਰੇ ਲੋਕ ਤੜਕਾ ਪਹਿਲੀ ਵਾਰੀ ਦੇਖਣ, ਕਿਉਂਕਿ ਸਾਨੂੰ ਲੇਟ ਉੱਠਣ ਦੀ ਆਦਤ ਜਿਹੜੀ ਉਹ ਸੰਧਾਲੀਆ ਸਾਹਿਬ ਪੈ ਜਾਂਦੀ ਹੈ। ਉਧਰਲੇ ਪਾਸੇ ਸੰਧਾਲੀਆ ਸਾਹਿਬ ਜਿਹੜੇ ਜੇਲ੍ਹਾਂ ਦੇ ਵਿੱਚ ਬੰਦ ਬੰਦੀ ਸਿੰਘ ਨੇ, ਉਹਨਾਂ ਦੀ ਰਿਹਾਈ ਦਾ ਮਸਲਾ ਤੁਹਾਨੂੰ ਪਤਾ ਹੈ, ਬਾਪੂ ਸੂਰਜ ਸਿੰਘ ਖਾਲਸਾ, ਭਾਈ ਗੁਰਬਖਸ਼ ਸਿੰਘ ਖਾਲਸਾ, ਫਿਰ ਕਿੱਥੇ ਕਿੱਥੇ ਨਹੀਂ ਉਹ ਮੋਰਚੇ ਲੱਗੇ। ਮੋਹਾਲੀ ਦੇ ਵਿੱਚ ਕੌਮੀ ਇਨਸਾਫ ਮੋਰਚਾ ਲੱਗਿਆ। ਪਿਛਲੇ ਦਿਨੀ ਬਾਪੂ ਸੂਰਜ ਸਿੰਘ ਖਾਲਸਾ ਜਿਨ੍ਹਾਂ ਨੇ ਬਹੁਤ ਲੰਬੀ ਭੁੱਖ ਹੜਤਾਲ ਕੀਤੀ, ਉਹਨਾਂ ਨੂੰ ਫਿਰ ਲੁਧਿਆਣੇ ਦੇ ਹਸਪਤਾਲ 'ਚ ਰੱਖਿਆ ਗਿਆ, ਛੁੱਟੀ ਦੇ ਦਿੱਤੀ ਗਈ ਸੀ ਉੱਥੋਂ। ਡਾਕਟਰਾਂ ਦੀ ਟੀਮ ਇੱਕ ਨਾਲ ਰਹਿੰਦੀ ਹੈ। ਉਹ ਮੋਹਾਲੀ ਕੌਮੀ ਇਨਸਾਫ ਮੋਰਚੇ ਵਾਲੇ ਉਹਨਾਂ ਨੂੰ ਲੈਣ ਆ ਗਿਆ ਕਿ ਬਾਪੂ ਜੀ ਤੁਸੀਂ ਵੀ ਉਸੇ ਲਈ ਕੰਮ ਕਰਦੇ ਹੋ, ਅਸੀਂ ਵੀ ਉਸੇ ਲਈ ਕੰਮ ਕਰਦੇ ਹਾਂ, ਤੁਸੀਂ ਸਾਡੇ ਮੋਰਚੇ 'ਚ ਆਓ। ਪਰ ਡਾਕਟਰਾਂ ਨੇ ਕਹਿਤਾ ਜੀ ਇਹਨਾਂ ਦੀ ਹਾਲਤ ਜਾਣ ਵਾਲੀ ਨਹੀਂ, ਇਹਨਾਂ ਨੂੰ ਆਹ ਕਈ ਤਰ੍ਹਾਂ ਦੀਆਂ ਸਰੀਰਕ ਸਮੱਸਿਆਵਾਂ, ਉੱਥੇ ਕਿਉਂਕਿ ਜਨਤਕ ਤੌਰ ਤੇ ਇਕੱਠ ਹੁੰਦਾ ਹੈ, ਉੱਥੇ ਇਹਨਾਂ ਨੂੰ ਦਿੱਕਤ ਆ ਸਕਦੀ ਆ। ਉਹਨਾਂ ਨੇ ਜਾਣ ਨਹੀਂ ਦਿੱਤਾ, ਮਨਾ ਕਰ ਦਿੱਤਾ ਕਿ ਨਹੀਂ ਜਾ ਸਕਦੇ। ਬਾਪੂ ਸੂਰਜ ਸਿੰਘ ਖਾਲਸਾ ਨੇ ਐਲਾਨ ਕਰ ਦਿੱਤਾ, ਉਹ ਕਹਿੰਦੇ ਜੀ ਮੈਂ ਬੜੀ ਛੇਤੀ ਦੁਬਾਰਾ ਭੁੱਖ ਹੜਤਾਲ ਸ਼ੁਰੂ ਕਰ ਦੇਣੀ ਹੈ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ। ਮੇਰਾ ਕੋਈ ਵੀ ਨੁਕਸਾਨ ਹੋ ਗਿਆ, ਕਹਿੰਦੇ ਜੀ ਸੂਬਾ ਸਰਕਾਰ ਜ਼ਿੰਮੇਵਾਰ ਹੋ। ਉਹ ਕਹਿੰਦੇ ਜੀ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਪਹਿਲਾਂ ਮੇਰੇ ਕੋਲੇ ਆਏ ਸੀ, ਜਦੋਂ ਮੁੱਖ ਮੰਤਰੀ ਨਹੀਂ ਸੀ ਹੁੰਦੇ, ਕਹਿੰਦੇ ਸੀ ਅਸੀਂ ਵੀ ਕੰਮ ਕਰਾਂਗੇ, ਅਸੀਂ ਵੀ ਸੰਘਰਸ਼ ਕਰਾਂਗੇ, ਤੇ ਹੁਣ ਕੇਂਦਰ ਸਰਕਾਰ ਦੇ ਨਾਲ ਕੋਈ ਗੱਲਬਾਤ ਨਹੀਂ ਕਰਦੇ। 14 ਤਰੀਕ ਤੋਂ ਐਲਾਨ ਕੀਤਾ ਕਿ ਸ਼੍ਰੀ ਅਖੰਡ ਪਾਠ ਸਾਹਿਬ ਉਹ ਕਹਿੰਦੇ ਜੀ ਸ਼ੁਰੂ ਹੋ ਜਾਣੇ ਆ, ਉਹਦੇ ਤੋਂ ਬਾਅਦ ਫਿਰ ਆਪਾਂ ਆਹ ਕੰਮ ਕਰ ਦੇਣਾ। ਹੁਣ ਸਰਕਾਰ ਨੂੰ ਅਲਟੀਮੇਟਮ ਦੇ ਦਿੱਤਾ ਭੁੱਖ ਹੜਤਾਲ ਦੇ ਉੱਤੇ, ਉਹ ਕਹਿੰਦੇ ਦੁਬਾਰਾ ਬਹਿ ਜਾਣਾ। ਤੇ ਸੰਧਾਲੀਆ ਸਾਹਿਬ ਬਹੁਤੀ ਸੰਭਾਵਨਾ ਤੇ ਬਣਦੀ ਹੈ ਕਿ ਜਿੱਦਾਂ ਉਹਨਾਂ ਨੂੰ ਛੁੱਟੀ ਦਿੱਤੀ ਗਈ ਸੀ, ਕਿਤੇ ਦੁਬਾਰਾ ਹਸਪਤਾਲ ਲਿਜਾਣ ਵਾਲਾ ਉਹ ਵੀ ਕੰਮ ਜਿਹੜਾ ਸ਼ੁਰੂ ਹੋ ਸਕਦਾ। ਹਾਂਜੀ, ਹੋ ਸਕਦਾ। ਤੁਸੀਂ ਦੇਖੋ ਬਾਪੂ ਸੂਰਜ ਸਿੰਘ ਹੋਰੀ ਮੇਰਾ ਖਿਆਲ ਕਈ ਸਾਲਾਂ ਤੋਂ ਭੁੱਖ ਹੜਤਾਲ ਤੇ ਸੀਗੇ, ਤੇ ਜਿੱਦਣ ਤੱਕ ਇਹ ਚਰਚਾ ਨਹੀਂ ਆਈ, ਇਹ ਖਬਰ ਨਹੀਂ ਚੱਲੀ ਕਿ ਵੀ ਉਹ ਹਸਪੀਟਲਾਈਜ਼ ਨੇ ਜਾਂ ਹਸਪੀਟਲ ਦੇ ਵਿੱਚ ਉਹਨਾਂ ਨੇ ਹੁਣ ਆਪਣਾ ਉਹ ਜਿਹੜਾ ਮਰਨ ਵਰਤ ਆ ਜੀ ਜਾਂ ਭੁੱਖ ਹੜਤਾਲ ਆ ਜੀ ਉਹ ਖਤਮ ਕਰ ਦਿੱਤੀ ਹੈ ਜੀ, ਹੈ ਨਾ। ਤੇ ਉਦੋਂ ਤੱਕ ਲੋਕਾਂ ਦਾ ਧਿਆਨ ਦੁਬਾਰਾ ਗਿਆ ਹੀ ਨਹੀਂ ਸੀ ਵੀ ਯਾਰ ਉਹ ਬਾਪੂ ਸੂਰਜ ਸਿੰਘ ਹੋਰੀ ਵੀ ਬੈਠੇ ਨੇ ਉੱਧਰ ਭੁੱਖ ਹੜਤਾਲ ਦੇ ਉੱਪਰ, ਉਹਨਾਂ ਦਾ ਕੀ ਬਣਿਆ। ਹੁਣ ਦੇਖੋ ਜਿੱਦਣ ਉਹ ਖਬਰ ਆਈ ਕਿ ਵੀ ਹਾਂਜੀ ਹੁਣ ਉਹਨਾਂ ਨੇ ਖਤਮ ਕਰ ਦਿੱਤੀ ਗੱਲ, ਉਦੋਂ 2-4 ਦਿਨ ਚਰਚਾ ਚੱਲੀ, ਉਸ ਤੋਂ ਬਾਅਦ ਉਹ ਆਪਣੇ ਹਸਪੀਟਲ ਤੋਂ ਬਾਅਦ ਘਰ ਚਲੇ ਗਏ, ਪਰਿਵਾਰ 'ਚ ਚਲੇ ਗਏ, ਫਿਰ ਚੇਤਾ ਭੁੱਲ ਗਿਆ। ਹੁਣ ਜਦੋਂ ਉਹਨਾਂ ਨੇ ਫਿਰ ਆਣ ਕੇ ਗੱਲ ਕੀਤੀ ਮੈਂ ਦੁਬਾਰਾ ਇਹ ਚੀਜ਼ ਸ਼ੁਰੂ ਕਰਾਂਗਾ, ਹੋ ਸਕਦਾ ਜਿੱਦਣ ਉਹ ਸ਼ੁਰੂ ਕਰਨ 2-4 ਦਿਨ ਫਿਰ ਗੱਲ ਹੋਵੇ, ਫਿਰ ਕੋਈ ਗੱਲ ਨਾ ਹੋਵੇ। ਸੋ ਇਹ ਚੱਕਰ ਆ ਵੀ ਕੋਈ ਵੀ ਮੁੱਦਾ, ਕੋਈ ਵੀ ਮਸਲਾ ਜਦੋਂ ਇੱਕ ਵਾਰਾਂ ਖਬਰਾਂ 'ਚ ਆਉਂਦਾ ਉਦੋਂ ਜ਼ਰੂਰ ਉਹਦੇ 'ਤੇ 2-4 ਦਿਨ ਗੱਲ ਹੁੰਦੀ ਹੈ, ਉਸ ਤੋਂ ਬਾਅਦ ਉਹ ਬਸ ਇੱਕ ਸਾਈਡ ਦੇ ਉੱਪਰ ਪਿਆ ਰਹਿੰਦਾ, ਉਹਦੇ 'ਤੇ ਕੋਈ ਚਰਚਾ ਜਾਂ ਗੱਲਬਾਤ ਉਹ ਹੁੰਦੀ ਨਹੀਂ। ਸੋ ਜਿੱਦਾਂ ਹੁਣ ਇਹ ਕੌਮੀ ਇਨਸਾਫ ਮੋਰਚਾ, ਇਹਨੂੰ ਵੀ ਕਿੰਨੇ ਮਹੀਨੇ ਹੋ ਗਏ ਨੇ ਉੱਥੇ ਲਗਾਤਾਰ ਉਹ ਬੰਦੇ ਬੈਠੇ ਨੇ ਜੀ ਕਿ ਜਿਹੜੇ ਬੰਦੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਉਹਨਾਂ ਨੂੰ ਰਿਹਾ ਕੀਤਾ ਜਾਵੇ। ਹੁਣ ਇਹ ਜਿਹੜੇ ਇੰਨੇ ਲੰਮੇ ਚੌੜੇ ਸੰਘਰਸ਼ ਚੱਲੀ ਜਾਂਦੇ ਰਹਿੰਦੇ ਨੇ, ਉਸ ਤੋਂ ਬਾਅਦ ਉਹਦੇ 'ਤੇ ਕੋਈ ਜਿਹੜੀ ਕਾਰਵਾਈ ਹੈ, ਜਿਹਨੂੰ ਕਿਸੇ ਨੂੰ ਪੁੱਛ ਕੇ ਦੇਖ ਲਓ, ਕਹਿੰਦੇ ਜੀ ਮਸਲਾ ਫਲਾਨਾ ਅਦਾਲਤ 'ਚ ਹੈ, ਫਲਾਨਾ ਮਸਲਾ ਫਲਾਨੀ ਸਰਕਾਰ ਕੋਲੇ ਹੈ, ਫਲਾਨੇ ਮਸਲੇ ਦੇ ਵਿੱਚ ਅਸੀਂ ਅਰਜ਼ੀ ਪਾਈ ਹੈ, ਉਹਦਾ ਜਵਾਬ ਇੰਨੇ ਚਿਰ ਨੂੰ ਆਉਣਾ। ਉਹ ਇੱਕ ਗੱਲ ਤਾਂ ਹੈਗੀ ਆ ਵੀ ਜਿਹੜਾ ਆਮ ਸਧਾਰਨ ਬੰਦਾ ਉਹਦੀ ਉਡੀਕ ਕਈ ਵਾਰ ਕਰਦਿਆਂ ਉਹਦਾ ਆਪਣਾ ਧਿਆਨ ਕਿਸੇ ਹੋਰ ਪਾਸੇ ਲੱਗ ਜਾਂਦਾ ਤੇ ਫਿਰ ਉਹਨੂੰ ਚੇਤਾ ਭੁੱਲ ਜਾਂਦਾ ਵੀ ਯਾਰ ਇਹ ਵੀ ਕੋਈ ਮਸਲਾ ਹੈਗਾ। ਹਾਂ ਨਹੀਂ ਠੀਕ ਹੈ ਸੰਧਾਲੀਆ ਸਾਹਿਬ, ਤੁਹਾਡੀ ਗੱਲ ਕਾਨੂੰਨੀ ਤੌਰ ਦੇ ਉੱਤੇ ਜਿਹਦੀ ਰਿਹਾਈ ਬਣਦੀ ਹੈ ਉਹ ਹੋ ਜਾਣੀ ਚਾਹੀਦੀ ਹੈ। ਕਿਸੇ ਦਾ ਵੀ ਜਿਹੜਾ ਉਹ ਨਾ ਅੰਦਰ ਕਿਸੇ ਬੈਠੇ ਦਾ ਨਾ ਕਿਸੇ ਬਾਹਰ ਬੈਠੇ ਦਾ ਜਿਹੜਾ ਉਹ ਨੁਕਸਾਨ ਨਹੀਂ ਹੋਣਾ ਚਾਹੀਦਾ, ਜਿੰਨਾ ਬਚ ਹੋ ਸਕੇ ਓਨਾ ਚੰਗਾ। ਸੰਧਾਲੀਆ ਸਾਹਿਬ 2 ਦਿਨ ਪਹਿਲਾਂ ਆਪਾਂ ਇੱਕ ਚਰਚਾ ਕੀਤੀ ਸੀ ਕਿ ਭਾਈ ਇਦਾਂ ਨਾ ਹੋਵੇ ਤਾਂ ਚੰਗਾ। ਇਜ਼ਰਾਈਲ ਵਾਲੇ ਈਰਾਨ ਵਾਲਿਆਂ ਨੂੰ ਅੱਖਾਂ ਕੱਢ ਕੇ ਦਿਖਾਉਂਦੇ ਸੀ ਕਿ ਭਾਈ ਆਹ ਦੇਖੋ ਅਸੀਂ ਹਮਲਾ ਕਰ ਸਕਦੇ ਹਾਂ, ਅਮਰੀਕਾ ਨੇ ਸਾਡਾ ਸਾਥ ਦੇਣਾ, ਦੇਵੇ ਨਹੀਂ ਦੇਣਾ ਨਾ ਦੇਵੇ। ਉਦੋਂ ਵੀ ਆਪਾਂ ਕਿਹਾ ਸੀ ਕਿ ਭਾਈ ਇਹ ਸਾਰੀਆਂ ਚੀਜ਼ਾਂ ਚੰਗੀਆਂ ਨਹੀਂ। ਲੋਕ ਪਹਿਲਾਂ ਹੀ ਰਿਸੈਸ਼ਨ ਦੀ ਆਮਦ ਹੁੰਦੀ ਜਾ ਰਹੀ ਹੈ, ਰਿਸੈਸ਼ਨ ਦੇ ਕਰਕੇ ਲੋਕ ਤਰਾਹ ਕਰਦੇ ਆ, ਕਈ ਦੇਸ਼ਾਂ ਦੇ ਵਿੱਚ ਕੰਮ ਧੰਦੇ ਥੋੜੇ ਮੰਦੇ ਪੈਣ ਲੱਗ ਪਏ ਆ, ਖਰਚ ਵਧੀ ਜਾਂਦੇ ਆ, ਆਮਦਨ ਲੋਕਾਂ ਦੀ ਘਟੀ ਜਾਂਦੀ ਹੈ ਦੁਨੀਆ ਭਰ ਦੇ ਵਿੱਚ, ਕਿਉਂਕਿ ਰੂਸ ਯੂਕਰੇਨ ਵਾਲਾ ਜਿਹੜਾ ਯੁੱਧ ਹੈ ਉਹਨੇ ਬਹੁਤ ਵੱਡਾ ਨੁਕਸਾਨ ਕੀਤਾ। ਤੇ ਜੇ ਉਧਰਲੇ ਪਾਸੇ ਇਜ਼ਰਾਈਲ ਤੇ ਈਰਾਨ ਵਾਲਾ ਕੰਮ ਸ਼ੁਰੂ ਹੋ ਗਿਆ ਫਿਰ ਜਾਵਾਂਗੇ ਕਿੱਧਰ ਨੂੰ। ਉਹ ਗੱਲ ਅਜੇ ਮੁੱਕੀ ਨਹੀਂ ਸੀ। ਇਧਰਲੇ ਪਾਸੇ ਚੀਨ ਵਾਲਿਆਂ ਨੇ ਆਪਣੇ 4 ਜਿਹੜੇ ਸਮੁੰਦਰੀ ਜਹਾਜ਼ੀ ਬੇੜੇ ਫੌਜੀ ਤੇ 30-32 ਜਿਹੜੇ ਫਾਈਟਰ ਜੈਟ ਆ ਉਹ ਤਾਈਵਾਨ ਦੇ ਕੋਲ ਭੇਜ ਕੇ ਮਾੜੀ ਗੜੈਂ ਕਰਾਉਣੀ ਸ਼ੁਰੂ ਕਰ ਦਿੱਤੀ। ਉਹ ਕਹਿੰਦੇ ਜੇ ਅਸੀਂ 3 ਦਿਨ ਜੰਗੀ ਅਭਿਆਸ ਕਰਾਂਗੇ, ਯੁੱਧ ਦੀਆਂ ਮਸ਼ਕਾਂ ਕਰਾਂਗੇ, ਜਾਣੀ ਕਿ ਯੁੱਧ ਲੜਨ ਦੇ ਲਈ ਕਿਤੇ
ਸਾਡੇ ਹਥਿਆਰਾਂ ਨੂੰ ਜੰਗ ਤਾਂ ਨਹੀਂ ਲੱਗ ਗਿਆ, ਸਾਡੇ ਫੌਜੀ ਜਿਹੜੇ ਉਹ ਠੀਕ ਤਰੀਕੇ ਦੇ ਨਾਲ ਅਜੇ ਨਿਪੁੰਨ ਨੇ, ਉਹ ਕਹਿੰਦੇ ਜੀ ਦੇਖਾਂਗੇ ਪਰਖਾਂਗੇ। ਬਿਲਕੁਲ ਤਾਈਵਾਨ ਦੇ ਇੱਕ ਟਾਪੂ ਦੇ ਕੋਲ ਜਾ ਕੇ ਜੰਗੀ ਅਭਿਆਸ ਸ਼ੁਰੂ ਕਰਤਾ। ਸਾਰਿਆਂ ਨੂੰ ਪਤਾ ਹੈ ਕਿ ਚੀਨ ਕਹਿੰਦਾ ਤਾਈਵਾਨ ਸਾਡਾ, ਤਾਈਵਾਨ ਵਾਲੇ ਕਹਿੰਦੇ ਜੀ ਸਾਡਾ ਵੱਖਰਾ ਮੁਲਕ ਹੈ, ਅਸੀਂ ਚੀਨ ਦੇ ਨਹੀਂ, ਰੌਲਾ ਪਈ ਜਾਂਦਾ। ਹੁਣ ਹੋਇਆ ਕੀ ਸੀ ਕਿ ਜਿਹੜੇ ਤਾਈਵਾਨ ਦੀ ਜਿਹੜੀ ਸਰਮੌਰ ਲੀਡਰਸ਼ਿਪ ਹੈ ਉਹ ਅਮਰੀਕਾ ਜਾਂਦੀ ਹੈ, ਉਹ ਬੀਬੀ ਜੀ ਜਾ ਕੇ ਅਮਰੀਕਾ ਦੇ ਆਲਾ ਅਧਿਕਾਰੀਆਂ ਦੇ ਨਾਲ, ਮੰਤਰੀਆਂ ਦੇ ਨਾਲ ਮੁਲਾਕਾਤ ਕਰਦੇ ਆ, ਤੇ ਚੀਨ ਕਹਿੰਦਾ ਕਿ ਤੁਸੀਂ ਤਾਂ ਭਾਈ ਸਾਡੇ ਮੁਲਕ ਦੇ ਹੋ, ਤੁਸੀਂ ਸਾਡੇ ਤੋਂ ਪੁੱਛੇ ਬਗੈਰ ਚਲੇ ਕਿੱਦਾਂ ਗਏ। ਚੀਨ ਨੇ ਇਤਰਾਜ਼ ਕੀਤਾ, ਨਾਲ ਹੀ ਆਪਣੇ ਜੰਗੀ ਸਮੁੰਦਰੀ ਜਹਾਜ਼ ਜਿਹੜੇ ਆ ਤਾਈਵਾਨ ਨੂੰ ਤੋੜ ਦਿੱਤੇ, ਫਾਈਟਰ ਜੈਟ ਉਧਰਲੇ ਪਾਸੇ ਨੂੰ ਤੋੜ ਦਿੱਤੇ, ਜਾ ਕੇ ਅਗਲਿਆਂ ਨੇ ਗੜੈਂ ਕਰਾਉਣੀ ਸ਼ੁਰੂ ਕਰ ਦਿੱਤੀ। ਸੋ ਇਹ ਸਾਰੀਆਂ ਚੀਜ਼ਾਂ, ਇਹ ਜਿਹੜੇ ਸਾਰੇ ਹਾਲਾਤ ਨੇ ਸੰਧਾਲੀਆ ਸਾਹਿਬ, ਉਹ ਬਹੁਤੇ ਜ਼ਿਆਦਾ ਕੋਈ ਸੁਖਾਵੇਂ ਨਹੀਂ। ਅਸੀਂ ਉਮੀਦ ਕਰਦੇ ਹਾਂ ਕਿ ਭਾਈ ਭਾਵੇਂ ਅਮਰੀਕਾ ਹੈ, ਭਾਵੇਂ ਚੀਨ ਹੈ, ਭਾਵੇਂ ਤਾਈਵਾਨ ਹੈ, ਠੀਕ ਹੈ ਡਿਸਪਿਊਟ ਹੁੰਦੇ ਆ, ਠੀਕ ਹੈ ਆਪਸ ਦੇ ਵਿੱਚ ਕਈ ਤਰ੍ਹਾਂ ਦੇ ਬਲ ਬਣੇਵੇਂ ਹੁੰਦੇ ਆ, ਠੀਕ ਹੈ ਆਪਸ ਦੇ ਵਿੱਚ ਕਈ ਮੁੱਦਿਆਂ ਦੇ ਉੱਤੇ ਅਸਹਿਮਤੀ ਹੁੰਦੀ ਹੈ, ਪਰ ਉਹ ਬਚ ਕੇ ਚੱਲੋ, ਕੋਈ ਉਦਾਂ ਦੀ ਜੰਗ ਵਰਗੀ ਸਥਿਤੀ ਨਾ ਬਣੇ। ਤੇ ਚੀਨ ਵਾਲਿਆਂ ਨੂੰ ਵੈਸੇ ਸੁਣਨਾ ਚਾਹੀਦਾ ਕਿ ਭਾਈ ਕੀ ਕਹਾਣੀ ਕੀ ਹੈ ਤੁਹਾਡਾ ਹਰ ਇੱਕ ਗੁਆਂਢੀ ਨਾਲ ਡਿਸਪਿਊਟ ਜੀ, ਤੁਹਾਡਾ ਹਰ ਇੱਕ ਮੁਲਕ ਨਾਲ ਡਿਸਪਿਊਟ, ਤੁਸੀਂ ਐਸੇ ਕਿਹੜੇ ਉਸ ਬੰਦੇ ਵਰਗੇ ਆ ਜਿਹਦਾ ਹਰ ਪਾਸੇ ਕਹਿੰਦਾ ਲੈ ਆ ਬੰਨਾ ਸਾਡੇ ਵਾਲੇ ਪਾਸੇ ਆ, ਤੁਹਾਡੇ ਵੱਲ ਬੰਨਾ ਨਿਕਲਦਾ, ਆ ਸਫੈਦਾ ਤਾਂ ਸਾਡਾ ਸੀ, ਆ ਧਰੇਕ ਤਾਂ ਸਾਡੇ ਪਰਿਵਾਰ ਦੇ ਮੈਂਬਰਾਂ ਲਾਈ ਸੀ, ਅਸੀਂ ਵੱਢਣੀ ਜੇ। ਕਈਆਂ ਦੀ ਲੜਾਈ ਹੁੰਦੀ ਨਾ, ਕਪੱਤੇ ਜਿਹੇ ਹੁੰਦੇ ਆ। ਇਹ ਕਪੱਤਾ ਜਿਹਾ ਦੇਸ਼ ਭਾਰਤ ਦੇ ਗੁਆਂਢ ਦੇ ਵਿੱਚ ਵੀ ਹੈ, ਤਾਈਵਾਨ ਦੇ ਗੁਆਂਢ ਦੇ ਵਿੱਚ ਵੀ ਹੈ, ਥੋੜੀ ਜਿਹੀ ਅਕਲ ਕਰੇ ਤਾਂ ਚੰਗਾ। ਹੋ ਸਕਦਾ ਆਪਣੀਆਂ ਇਹਨਾਂ ਗੱਲਾਂ ਬਾਤਾਂ ਤੋਂ ਕਿਸੇ ਨੂੰ ਲੱਗਦਾ ਹੋਵੇ ਵੀ ਯਾਰ ਉਹ ਪਤਾ ਨਹੀਂ ਇਹ ਕਿਹੜੀ ਗੱਲ ਕਰਕੇ ਬਹਿ ਗਏ, ਕਿੱਥੇ ਪਤਾ ਨਹੀਂ ਤਾਈਵਾਨ ਹੀ, ਉਹ ਕਿੱਥੇ ਚਾਈਨਾ ਹੀ, ਉਹ ਚਲੂਈ ਜਾਣ ਪਰੇ ਜੰਗੀ ਬੇੜੇ ਜੇ, ਸਾਨੂੰ ਕੀ ਆਂਦੇ ਭਰਾਵਾ ਤੇ ਆਪਣੇ ਕੰਮ 'ਚ ਲੱਗੇ। ਇਹ ਕੋਈ ਬਹੁਤੀ ਦੂਰ ਨਹੀਂ ਹੈਗਾ, ਜਮਾ ਮੋਢਿਆ ਚਾਈਨਾ, ਤੇ ਚਾਈਨਾ ਉਹੀ ਹੈ ਕਿਉਂਕਿ ਭੁੱਲ ਜਾਂਦੇ ਨਾ ਆਪਾਂ। ਮੇਰਾ ਖਿਆਲ ਤੁਸੀਂ ਅਜੇ 10 ਦਿਨ ਪਿੱਛੇ ਚਲੇ ਜਾਓ ਤੇ ਉਦੋਂ ਇਹ ਰੌਲਾ ਪੈਂਦਾ ਸੀ ਵੀ ਚਾਈਨਾ ਨੇ ਭਾਰਤ ਦਾ ਜਿਹੜਾ ਇੱਕ ਹਿੱਸਾ ਹੈ ਉਸ ਹਿੱਸੇ ਦੇ ਵਿੱਚ ਬਹੁਤ ਸਾਰੀਆਂ ਥਾਵਾਂ ਦੇ ਨਾਮ ਬਦਲ ਦਿੱਤੇ ਵੀ ਇਹ ਚਾਈਨਾ ਦਾ ਹਿੱਸਾ ਹੈ ਤੇ ਇਹਦੇ ਨਾਮ ਹੁਣ ਆ ਨਹੀਂ ਆ ਨਾਮ ਨੇ। ਹਾਲਾਂਕਿ ਚਲੋ ਅਮਰੀਕਾ ਤੱਕ ਉਸ ਚੀਜ਼ ਨੇ ਰੈਕਗਨਾਈਜ਼ ਕੀਤਾ ਕਿ ਨਹੀਂ ਜੀ ਇਹ ਹਿੱਸੇ ਬਿਲਕੁਲ ਭਾਰਤ ਦੇ ਨੇ, ਤੁਸੀਂ ਇਹਦੇ 'ਤੇ ਇਸ ਤਰ੍ਹਾਂ ਦਾਅਵਾ ਨਹੀਂ ਕਰ ਸਕਦੇ। ਸੋ ਇਹਦਾ ਮਤਲਬ ਇਹ ਹੋ ਗਿਆ ਵੀ ਕੋਈ ਚਾਈਨਾ ਵਾਲੇ ਬਹੁਤੀ ਦੂਰ ਨਹੀਂ ਬੈਠੇ। ਪਿੰਡਾਂ ਦੇ ਹਿਸਾਬ ਨਾਲ ਉਦਾਹਰਨ ਦਿਆਂ ਤੇ ਉੱਦਾਂ ਹੀ ਆ ਵੀ ਜੇ ਮੰਨ ਲਓ ਵੀ ਉਹ ਜਿੱਦਾਂ ਤੁਸੀਂ ਕਪੱਤੇ ਟੱਬਰ ਦੀ ਗੱਲ ਕੀਤੀ ਵੀ ਕਪੱਤਾ ਟੱਬਰ ਹੁਣ ਗਲੀ 'ਚ ਆ ਗਿਆ ਤੇ ਬਿਲਕੁਲ ਗੇਟ ਦੇ ਬਾਹਰ ਨਾਲੇ ਤੋਂ ਲਲਕਾਰੇ ਮਾਰਨ ਤੇ ਨਾਲੇ ਮਾਰਨ ਗੇਟ ਦੇ ਇੱਟਾਂ ਤੇ ਨਾਲੇ ਕੱਢਣ ਗੰਦੀਆਂ ਗਾਲਾਂ ਤੋਂ ਜਿਹੜੇ ਘਰ ਵਾਲੇ ਨੂੰ ਅੰਦਰ ਵੜੇ ਨੇ ਅਜੇ। ਹੋ ਸਕਦਾ ਫੋਨ ਤੇ ਗੱਲਾਂ ਕਰ ਦੇਣ ਵੀ ਆਹ ਫਿਰ ਆ ਗਏ ਨੇ ਬਾਹਰ, ਫਿਰ ਨਾ ਦੱਸਿਓ ਵੀ ਅਸੀਂ ਇੱਕ ਅੱਧਾ ਲੰਘਾ ਦੇਣਾ ਜੀ। ਉਹ ਲੰਘਾ ਦੇਣਾ ਜੀ ਇਹਦੇ ਚੱਕਰ ਦੇ ਵਿੱਚ ਜੇ ਕੰਮ ਤੁਰ ਪਿਆ ਤੇ ਫੇਰ ਸਮਝ ਲਓ ਖੜਕ ਜਾਣੀ ਆ। ਤੇ ਜੇ 15-20 ਮਿੰਟ ਅੱਧਾ ਘੰਟਾ ਰੌਲਾ ਰੱਪਾ ਪਾ ਕੇ ਖਰੂ ਪਾ ਕੇ ਉਹ ਚਲੇ ਗਏ ਤੇ ਫੇਰ ਗੱਲ ਠੰਡੀ ਹੋ ਜੂਗੀ। ਫਿਰ ਹੋ ਸਕਦਾ ਵੀ ਪਰੇ ਪੰਚਾਇਤ ਜਿਹੜੀ UN ਵਾਲੀ ਆ ਉਹਦੇ ਵਿੱਚ ਜਾ ਕੇ ਕੋਈ ਗੱਲ ਨਿਬੜ ਜੇ, ਫਿਰ ਉਹ ਕਹਿ ਦੇਣ ਵੀ ਨਹੀਂ ਤੁਸੀਂ ਇੱਧਰ ਨਹੀਂ ਜਾਣਾ, ਤੁਸੀਂ ਉੱਧਰ ਨਹੀਂ ਜਾਣਾ, ਗੱਲ ਠੰਡੀ ਹੋ ਜੇ। ਪਰ ਗੱਲ ਉਹ ਤੁਹਾਡੀ ਠੀਕ ਹੈ ਵੀ ਜਿਹੜਾ ਵਾਰ-ਵਾਰ ਕਦੀ ਇੱਧਰ ਚਿਚੜੀ ਕਦੀ ਉੱਧਰ ਚਿਚੜੀ ਛੇੜਨੀ ਆ, ਉਹ ਗੱਲ ਠੀਕ ਨਹੀਂ। ਪਰ ਮੈਨੂੰ ਲੱਗਦਾ ਹੁੰਦਾ ਭੱਟ ਸਾਹਿਬ ਵੀ ਜਿਹੜਾ ਜਦੋਂ ਇੱਕ ਬੰਦੇ ਕੋਲੇ ਕੁਛ ਨਾ ਕੁਛ ਆ ਜਾਂਦਾ ਨਾ, ਚਾਰ ਛਿੱਲੜ ਹੋ ਜਾਂਦੇ ਆ ਤੇ ਉਹਨੂੰ ਲੱਗਦਾ ਵੀ ਲੈ ਵੀ ਮੇਰੇ ਵਰਗਾ ਕਿਹੜਾ ਹੀ। ਉਹ ਜਿਹੜੀਆਂ ਖਾਹਿਸ਼ਾਂ ਨੇ, ਕਿਉਂਕਿ ਦੇਸ਼ਾਂ ਨੂੰ ਚਲਾਉਣ ਵਾਲੇ ਵੀ ਤੇ ਬੰਦੇ ਹੀ ਨਹੀਂ ਨਾ, ਉਹਨਾਂ ਬੰਦਿਆਂ ਦੇ ਦਿਮਾਗ ਦੇ ਵਿੱਚ ਕਿੰਨਾ ਕੁ ਹੰਕਾਰ ਆ, ਕਿੰਨੀਆਂ ਕੁ ਖਾਹਿਸ਼ਾਂ ਨੇ, ਜਾਂ ਕੀ ਉਹ ਸੋਚਦੇ ਨੇ, ਜਾਂ ਉਹ ਕੀ ਉਹ ਸਮਝਦੇ ਨੇ ਵੀ ਯਾਰ ਦੁਨੀਆ ਦੇ ਵਿੱਚ ਸਾਡਾ ਵੀ ਟੌਰ ਹੋਣਾ ਚਾਹੀਦਾ। ਹੋ ਸਕਦਾ ਆਪਣੇ ਪਰਸਨਲ ਟੌਰ ਨੂੰ ਉਹ ਦੇਸ਼ ਦੇ ਟੌਰ ਦੇ ਨਾਲ ਜੋੜ ਕੇ ਦੇਖਣਾ ਸ਼ੁਰੂ ਕਰ ਦੇਣ, ਪਰ ਇਹ ਬਿਲਕੁਲ ਨਾ ਸੋਚਣ ਵੀ ਇਹਦੇ ਵਿੱਚ ਨੁਕਸਾਨ ਕਿਹਦਾ ਕਿੰਨਾ ਹੋ ਸਕਦਾ। ਸ਼ਾਇਦ ਇਹੋ ਜਿਹੀ ਕੋਈ ਗੱਲਬਾਤ ਉੱਥੋਂ ਦੇ ਹੁਕਮਰਾਨਾਂ ਦੇ ਦਿਮਾਗ 'ਚ ਵੀ ਹੋਵੇ ਜਿਹਦਾ ਕਰਕੇ ਆਹ ਸਾਰਾ ਕੁਛ ਆਪਾਂ ਦੇਖਦੇ ਪਏ ਹਾਂ। ਨਹੀਂ ਹੋ ਸਕਦਾ ਜੀ, ਕੁਛ ਵੀ ਸੰਭਵ ਹੈ। ਤੇ ਸੰਧਾਲੀਆ ਸਾਹਿਬ ਉਧਰ ਭਾਰਤੀ ਜਨਤਾ ਪਾਰਟੀ ਜਿਹੜੀ ਦਿੱਲੀ ਵਾਲੀ ਲੀਡਰਸ਼ਿਪ ਹੈ ਉਹਨਾਂ ਦੇ ਵਿੱਚ ਹੋ ਸਕਦਾ ਕਿ ਇੱਕ ਅੱਧੇ ਬੰਦੇ ਨੇ ਟੈਲੀਫੋਨ ਦੂਜੇ ਨੂੰ ਕੀਤਾ ਹੋਵੇ BJP ਵਾਲੇ ਨੂੰ ਕਿ ਘਰ ਪਰ ਹੀ ਹੋ, ਉਹਨੇ ਕਿਹਾ ਹਾਂਜੀ ਘਰੇ ਹੀ ਆ, ਚਾਹ ਰਖਾਓ, ਫੇਰ ਚਾਹ ਰਖਾਓ, ਮੈਂ ਆਉਣਾ ਐਂ ਕਰੋ। ਭੈਣ ਜੀ ਉਹਨਾਂ ਨੂੰ ਕਿਹਾ ਕਿ ਪਿੰਨੀਆਂ ਜਿਹੜੀਆਂ ਨੇ ਨਾ ਉਹ ਪਲੇਟ ਦੇ ਵਿੱਚ ਰੱਖ ਲਿਓ ਤੇ ਬਿਸਕੁਟ ਜਿਹੜਾ ਵਧੀਆ ਜਿਹੜੇ ਪੀਪੇ ਵਾਲੇ ਕੱਲ ਬਣਾਏ ਆ, ਮੈਂ ਆਇਆ ਹੁਣੇ ਤੁਹਾਨੂੰ ਆਣ ਕੇ ਦੱਸਦਾ। ਉਹ ਕਹਿੰਦੇ ਪਤਾ ਨਹੀਂ ਕੀ ਗੱਲ ਹੈ ਬਈ, ਬੰਦਾ ਅੱਜ ਖੁਸ਼ ਲੱਗਦਾ, ਚਾਹ ਧਰਤੀ। ਉਹ ਬੰਦਾ ਆ ਗਿਆ, ਉਹ ਕਹਿੰਦਾ ਜੀ ਹੁਣ ਨਹੀਂ ਪਰਵਾਹ, 2024 ਦੇ ਵਿੱਚ ਇਲੈਕਸ਼ਨ ਹੈ, ਸਾਲ ਰਹਿ ਗਿਆ, ਤੁਸੀਂ ਤਿਆਰੀਆਂ ਕਰੋ, ਸਰਕਾਰ ਆਪਣੀ ਬਣੀ। ਉਹ ਕਹਿੰਦੇ ਹੋਇਆ ਕੀ? ਉਹ ਕਹਿੰਦੇ ਇਸੇ ਗੱਲ ਦਾ ਹੀ ਰੌਲਾ ਸੀ ਨਾ ਕਿ ਵਿਰੋਧੀ ਧਿਰ ਕਿਤੇ ਇਕੱਠੀ ਨਾ ਹੋ ਜਾਵੇ, ਵਿਰੋਧੀ ਧਿਰ ਕਿਤੇ ਗੱਠਜੋੜ ਨਾ ਕਰ ਲਵੇ, ਵਿਰੋਧੀ ਧਿਰ ਕਿਤੇ ਇਕੱਠੀ ਹੋ ਕੇ ਭਾਰਤੀ ਜਨਤਾ ਪਾਰਟੀ ਦਾ ਮੁਕਾਬਲਾ ਨਾ ਕਰ ਲਵੇ, ਕਿਉਂਕਿ BJP ਦੇ ਲਈ ਸੂਤਰ ਤਾਂ ਆਉਂਦਾ ਜੇ ਵਿਰੋਧੀ ਧਿਰ ਖਿੰਡੀ ਰਹਿੰਦੀ ਹੈ। ਹੁਣ ਅਡਾਨੀ ਵਾਲੇ ਮਾਮਲੇ ਦੇ ਵਿੱਚ ਬਹੁਤੀਆਂ ਵਿਰੋਧੀ ਧਿਰਾਂ ਕਹਿੰਦੀਆਂ ਸੀ ਕਿ ਪਾਰਲੀਮੈਂਟ ਦੀ ਇੱਕ ਜੁਆਇੰਟ ਕਮੇਟੀ ਬਣਾ ਦਿਓ ਜੀ, ਜਾਂਚ ਪੜਤਾਲ ਉਹ ਕਰੇ। ਪਾਰਲੀਮੈਂਟ ਦੇ ਵਿੱਚ ਕੰਮ ਨਹੀਂ ਚੱਲਿਆ, ਬਹੁਤੇ ਦਿਨਾਂ ਦੇ ਵਿੱਚ ਬਾਈਕਾਟ ਹੋ ਕੇ ਬਾਹਰ ਜਾਂਦਾ ਰਿਹਾ। ਤੇ ਉਧਰ ਸ਼ਰਦ ਪਵਾਰ ਨੇ, ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਮੁਖੀ, ਵਿਰੋਧੀ ਧਿਰਾਂ ਦੇ ਵਿੱਚ ਹੀ ਨੇ, ਵੱਡੇ ਲੀਡਰ ਨੇ, ਉਹ ਕਹਿੰਦੇ ਜੀ ਆ ਪਾਰਲੀਮੈਂਟ ਦੀ ਕਮੇਟੀ ਨਾਲ ਨਹੀਂ ਕੁਛ ਹੋਣਾ, ਇਹਦੇ ਵਿੱਚ ਵਿਰੋਧੀ ਧਿਰਾਂ ਦੇ ਮੈਂਬਰ ਘੱਟ ਹੈ, ਸੱਤਾਧਾਰੀ ਧਿਰ ਦੇ ਵੱਧ ਹੈ, ਫੇਰ ਰੌਲਾ ਪਊਗਾ, ਸੁਪਰੀਮ ਕੋਰਟ ਦੀ ਕਮੇਟੀ ਹੋਣੀ ਚਾਹੀਦੀ ਹੈ। ਹੁਣ ਅੱਧੀ ਵਿਰੋਧੀ ਧਿਰ ਕਹਿੰਦੀ ਆ ਜੀ ਪਾਰਲੀਮੈਂਟ ਦੀ ਕਮੇਟੀ ਚਾਹੀਦੀ ਹੈ।
ਸ਼ਰਦ ਪਵਾਰ ਕਹਿੰਦੇ ਜੀ ਸੁਪਰੀਮ ਕੋਰਟ ਦੀ ਕਮੇਟੀ ਚਾਹੀਦੀ ਹੈ। ਜਾਣੀ ਕਿ ਜੇ ਇਸ ਮੁੱਦੇ ਤੇ ਆ ਪਾਰਲੀਮੈਂਟ ਦਾ ਸੈਸ਼ਨ ਰੱਦੀ ਹੋ ਗਿਆ, ਚੱਲ ਹੀ ਨਹੀਂ ਸਕਿਆ, ਲੋਕਾਂ ਦੀ ਗੱਲ ਹੋ ਹੀ ਨਹੀਂ ਸਕੀ, ਬਾਈਕਾਟ ਹੀ ਹੁੰਦਾ ਰਿਹਾ, ਉਸ ਮੁੱਦੇ ਦੇ ਉੱਤੇ ਐਂਡ ਦੇ ਵਿੱਚ ਆ ਕੇ ਸ਼ਰਦ ਪਵਾਰ ਨੇ ਜਿਸ ਤਰੀਕੇ ਬਾਕੀ ਵਿਰੋਧੀ ਪਾਰਟੀ ਨਾਲੋਂ ਵੱਖਰਾ ਸਟੈਂਡ ਲੈ ਲਿਆ, ਤੇ ਸੰਧਾਲੀਆ ਸਾਹਿਬ ਫਿਰ ਚਾਹ ਦਾ ਕੱਪ ਤਾਂ ਅਗਲਿਆਂ ਦਾ ਮਾੜਾ ਮੋਟਾ ਸਾਂਝਾ ਕਰਨਾ, ਬਿਸਕੁਟ ਦੋ ਦੋ ਖਾਣੇ, ਪਿੰਨੀ ਭੋਰ ਕੇ ਭਾਜੀ ਆ ਲਓ, ਅੱਧੀ ਕੁ ਪਿੰਨੀ ਥੋੜੀ ਤੇ ਅੱਧੀ ਕੁ ਮੇਰੀ, ਮੇਵੇ ਵਾਇਆ ਪਾਏ ਲੱਗਦੇ ਆ, ਫਿਰ ਤਾਂ ਅਗਲਿਆਂ ਦਾ ਬਣਦਾ ਨਾ ਹੱਕ। ਵੈਸੇ ਸ਼ਰਦ ਪਵਾਰ ਸਾਹਿਬ ਇਹ ਕੋਈ ਨਵੀਂ ਗੱਲ ਤੇ ਹੈ ਨਹੀਂ। ਮੇਰਾ ਖਿਆਲ ਜਦੋਂ ਤੋਂ ਸਿਆਸਤ ਦੇ ਵਿੱਚ ਉਹ ਚਮਕੇ ਨੇ ਉਦੋਂ ਤੋਂ ਹੀ ਵੱਖਰੇ ਬਿਆਨ ਦੇ ਕੇ ਹੀ ਉਹ ਮੇਰਾ ਖਿਆਲ ਅੱਗੇ ਵੱਧਦੇ ਰਹੇ ਆ। ਇਸੇ ਕਰਕੇ ਤੇ ਕਈ ਵਾਰ ਇਹ ਵੀ ਚਰਚਾ ਚੱਲਦੀ ਹੁੰਦੀ ਰਹੀ ਵੀ ਯਾਰ ਸ਼ਰਦ ਪਵਾਰ ਸਾਹਿਬ ਕਈ ਵਾਰ ਕਈ ਕੁਛ ਕਰਦੇ ਸੋਚਦੇ ਨੇ ਤੇ ਜਿਹੜੀਆਂ ਬੁਣਤੀਆਂ ਕਈ ਵਾਰ ਉਹ ਬੁਣ ਜਾਂਦੇ ਆ, ਉਹ ਬਾਅਦ ਦੇ ਵਿੱਚ ਦੂਰ ਜਾ ਕੇ ਪਤਾ ਲੱਗਦਾ ਵੀ ਉਹ ਅਸੀਂ ਸੋਚਦੇ ਰਹੇ ਸਵੈਟਰ ਬੁਣਨਾ, ਇਹ ਤੇ ਇੱਧਰ ਯਾਰ ਕੋਈ ਮਫਲਰ ਕੇ ਪਤਾ ਨਹੀਂ ਸਕਾਫ ਬਣੀ ਜਾਂਦੇ ਸੀ। ਹੁਣ ਜਿਹੜਾ ਪਿਛਲੇ ਦਿਨਾਂ ਦਾ ਰੌਲਾ ਸੀ ਉਹ JPC ਵਾਲਾ ਵੀ ਯਾਰ ਇੱਕ ਪਾਰਲੀਮੈਂਟ ਦੀ ਕਮੇਟੀ ਬਣਾਉਣੀ, ਉਹਦੇ ਤੋਂ ਲੱਗਦਾ ਤਾਂ ਸੀਗਾ ਵੀ ਇਸ ਮੁੱਦੇ ਦੇ ਉੱਪਰ ਜੇ ਵਿਰੋਧੀ ਧਿਰਾਂ ਅੜੀਆਂ ਰਹੀਆਂ ਤੇ ਸ਼ਾਇਦ 2024 'ਚ ਕੋਈ ਗੱਠਜੋੜ ਵੀ ਬਣ ਜੇ। ਪਰ ਸ਼ਰਦ ਪਵਾਰ ਸਾਹਿਬ ਨੇ ਜਿੱਦਾਂ ਹੁਣ ਚੱਕਾ ਲਾ ਕੇ ਪਾਸੇ ਰੱਖ ਲਿਆ ਵੀ ਨਾ ਵੀਰ ਇਹ ਕੋਈ ਕਮੇਟੀ ਹੈ, ਇਹ ਤੇ ਸੁਪਰੀਮ ਕੋਰਟ ਦੀ ਕਮੇਟੀ ਚਾਹੀਦੀ ਹੈ। ਉਹਦੇ ਤੋਂ ਗੱਲ ਤੁਹਾਡੀ ਠੀਕ ਹੈ ਵੀ ਖਲਾਰਾ ਪੈ ਸਕਦਾ, ਪਰ ਉਧਰ ਸੰਜੇ ਰਾਵਤ ਸਾਹਿਬ ਨੇ, ਉਹ ਵੀ ਵੱਡੇ ਲੀਡਰ ਨੇ ਤੇ ਸਬੰਧ ਉਹਨਾਂ ਦਾ ਵੀ ਉਸੇ ਰਾਜ ਦੇ ਨਾਲ ਹੀ ਜਿੱਥੇ ਇਸ ਵਕਤ ਸ਼ਰਦ ਪਵਾਰ ਸਾਹਿਬ ਨੇ। ਉਹ ਕਹਿੰਦੇ ਕਿ ਵੀ ਇਹ ਠੀਕ ਹੈ ਜੀ, ਕੋਈ ਨਹੀਂ, ਪਵਾਰ ਸਾਹਿਬ ਨੇ ਗੱਲ ਕਰ ਦਿੱਤੀ ਹੈ ਸੁਪਰੀਮ ਕੋਰਟ ਦੀ, ਉਹ ਐਡੀ ਨਹੀਂ ਕੋਈ ਗੱਲ, ਇਹਦੇ ਨਾਲ ਜਿਹੜੀ ਵੈਸੇ ਸਾਡੀ ਬਾਕੀ ਤਰ੍ਹਾਂ ਦੀ ਆਪਸ ਦੇ ਵਿੱਚ ਕਹਿ ਲਓ ਕਿ ਗੱਲਬਾਤ ਚੱਲਦੀ ਪਈ ਆ ਜਾਂ ਇੱਕ ਗੱਠਜੋੜ ਦੀ ਚਰਚਾ ਚੱਲਦੀ ਪਈ ਆ, ਉਹਦੇ ਇਹਦਾ ਫਰਕ ਨਹੀਂ ਪੈਣਾ। ਜੇ ਬੰਦਾ ਪੁੱਛੇ ਜਦੋਂ ਇੱਕ ਬੰਦਾ ਤੁਹਾਡੇ ਤੋਂ ਗੱਲ ਹੀ ਵੱਖਰੀ ਕਰੀ ਜਾਂਦਾ ਤੇ ਉਹ ਬਾਕੀ ਗੱਲਾਂ ਦੇ ਉੱਪਰ ਤੁਹਾਡੇ ਨਾਲ ਸਹਿਮਤ ਹੋ ਜਾਊਗਾ, ਇਹਦੀ ਕੀ ਗਰੰਟੀ ਹੈ? ਨਹੀਂ ਸੰਧਾਲੀਆ ਸਾਹਿਬ ਦੇਖੋ, ਇਹਨਾਂ ਨੇ ਹੁਣ ਕਰਨਾਟਕ ਦੇ ਵਿੱਚ ਇਲੈਕਸ਼ਨ ਹੈ, ਉੱਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ, ਅਗਲੇ ਵੱਡੀ ਧਿਰ ਦੇ ਵਿੱਚ ਨੇ, ਮਜ਼ਬੂਤ ਧਿਰ 'ਚ ਵੀ ਹੈ। ਉੱਥੇ ਦੇਵਗੌੜਾ ਸਾਹਿਬ ਦੀ ਪਾਰਟੀ ਅੱਡ ਚੋਣ ਲੜ ਰਹੀ ਹੈ, ਕਾਂਗਰਸ ਦੀ ਅੱਡ, ਫਿਰ ਅਗਲਿਆਂ ਨੇ ਲਾਹਾ ਤਾਂ BJP ਨੂੰ ਹੋਣਾ ਹੀ ਹੈ ਨਾ। ਇਸੇ ਤਰੀਕੇ ਤੁਸੀਂ ਦੇਖਿਓ ਛੱਤੀਸਗੜ੍ਹ ਦੇ ਵਿੱਚ ਵੀ ਇਹ ਕੁਛ ਹੀ ਹੋਣਾ, ਬਾਕੀ ਪਾਸੇ ਵੀ ਇਹ ਕੁਛ ਹੋਣਾ। ਤੇ ਠੀਕ ਹੈ, ਜੇ ਤੁਸੀਂ ਅਗਲਿਆਂ ਨੂੰ ਥਾਲੀ ਦੇ ਵਿੱਚ ਪਾ ਕੇ ਸਰਕਾਰਾਂ ਦੇਣੀਆਂ ਤੇ ਅਗਲਿਆਂ ਦੀਆਂ ਕਿਹੜਾ ਬਾਹਾਂ ਆਕੜੀਆਂ, ਅਗਲੇ ਵੀ ਕਹਿਣਗੇ ਭਾਈ ਠੀਕ ਹੈ, ਜੇ ਆਪਣੇ ਆਪ ਜਿਹੜੀ ਆਉਂਦੀ ਆ ਕੰਮ ਤੇ ਰੱਖ ਜਾਓ ਥਾਲੀ, ਅਸੀਂ ਆਪੇ ਹੀ ਚੱਕ ਕੇ ਜਦੋਂ ਜੀ ਕਰੂਗਾ ਲੱਡੂ ਖਾ ਲਵਾਂਗੇ। ਹੁਣ ਇੱਕ ਗੱਲ ਸੰਧਾਲੀਆ ਸਾਹਿਬ ਆਪਾਂ ਪੰਜਾਬ ਦੇ ਸੰਬੰਧ ਦੇ ਵਿੱਚ ਇੱਕ ਬੇਨਤੀ ਦੇ ਰੂਪ ਦੇ ਵਿੱਚ ਕਰਨੀ ਹੈ। ਕੱਲ ਇੱਕ GT ਰੋਡ ਜਾਮ ਹੋਇਆ ਮਾਝੇ ਦੇ ਵਿੱਚ, ਤੇ ਜਦੋਂ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਕਿ ਗੱਲ ਕੀ ਹੈ, ਕਹਾਣੀ ਕਿੱਥੇ ਖੜੀ ਹੈ, GT ਰੋਡ ਦੇ ਵਿੱਚ ਜਾਮ ਕਿਉਂ ਲਾਇਆ ਗਿਆ। ਹੁਣ ਇੱਕ ਭਾਈਚਾਰੇ ਨੇ ਉੱਥੇ ਆਪਣੀ ਸ਼ੋਭਾ ਯਾਤਰਾ ਕੱਢਣੀ ਸੀ, ਉਹਨਾਂ ਨੇ ਦੋਸ਼ ਲਾਇਆ, ਉਹ ਕਹਿੰਦੇ ਜੀ ਸਾਡੀ ਸ਼ੋਭਾ ਯਾਤਰਾ ਆ ਰਹੀ ਸੀ ਤੇ ਇੱਕ ਦੂਸਰੀ ਧਿਰ ਨੇ ਆਣ ਕੇ ਉਹ ਸ਼ੋਭਾ ਯਾਤਰਾ ਰੋਕ ਦਿੱਤੀ, ਡਾਂਗਾਂ ਲੈ ਕੇ ਕਿਰਪਾਨਾਂ ਲੈ ਕੇ ਪੈ ਗਿਆ। ਆਪਾਂ ਮੈਂ ਨਾਂ ਨਹੀਂ ਲੈ ਰਿਹਾ ਕਿਸੇ ਦਾ, ਜਾਣੀ ਵਿਸ਼ੇਸ਼ ਤੌਰ ਦੇ ਉੱਤੇ ਉਹਨਾਂ ਨੇ ਜਾ ਕੇ ਜੀ ਜਾਮ ਲਾਤਾ ਕਿ ਭਾਈ ਸਾਨੂੰ ਸਾਡੇ ਧਾਰਮਿਕ ਸਮਾਗਮ ਕਰਨ ਤੋਂ ਰੋਕਿਆ ਜਾ ਰਿਹਾ। ਦੇਖੋ ਸਾਨੂੰ ਇਹ ਨਹੀਂ ਪਤਾ ਕਿ ਅਸਲੀ ਕਹਾਣੀ ਕੀ ਹੈ ਵਿੱਚੋਂ, ਪਰ ਹਰ ਬੰਦੇ ਨੂੰ ਆਪਣੇ ਧਰਮ ਦਾ ਪ੍ਰਚਾਰ ਪ੍ਰਸਾਰ ਕਰਨ ਦਾ ਹੱਕ ਹੈ, ਬਸ਼ਰਤੇ ਕਿ ਉਹਦੇ ਨਾਲ ਕਿਸੇ ਦੂਸਰੇ ਧਰਮ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਨਾ ਪੁੱਜਦੀ ਹੋਵੇ। ਸੰਧਾਲੀਆ ਸਾਹਿਬ ਸਾਨੂੰ ਵੰਡਣ ਦੀਆਂ ਕੋਸ਼ਿਸ਼ਾਂ ਬਹੁਤ ਹੋਣੀਆਂ, ਸਾਨੂੰ ਆਪਸ ਵਿੱਚ ਲੜਾਉਣ ਦੀਆਂ ਕੋਸ਼ਿਸ਼ਾਂ ਬਹੁਤ ਹੋਣੀਆਂ। ਤੁਸੀਂ ਜਿਹੜੇ ਵੀ ਧਰਮ ਦੇ ਵਿੱਚੋਂ ਭਾਈ ਉਹਦੇ ਵਿੱਚ ਪ੍ਰਪੱਕ ਰਹੋ, ਮੰਨੋ, ਪੜ੍ਹੋ, ਚਿੰਤਨ ਕਰੋ, ਪ੍ਰਚਾਰ ਕਰੋ। ਤੇ ਜੇ ਕਿਸੇ ਬੰਦੇ ਦਾ ਕੋਈ ਧਰਮ ਹੋਰ ਹੈ, ਉਹਦੇ ਸੰਬੰਧ ਦੇ ਵਿੱਚ ਕੋਈ ਸਰਗਰਮੀ ਕਰਦਾ, ਪਰ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਜਿਹੜੀ ਰੁਕਾਵਟ ਨਾ ਪੈਦਾ ਕਰੋ, ਕਿਉਂਕਿ ਜਦੋਂ ਆਪਾਂ ਰੁਕਾਵਟ ਪੈਦਾ ਕਰਦੇ ਹਾਂ, ਆਪਣੇ ਆਪ ਨੂੰ ਬਹੁਤ ਉੱਚੇ ਤੇ ਦੂਸਰੇ ਬੰਦੇ ਨੂੰ ਬਹੁਤ ਨੀਵਾਂ ਸਮਝਣ ਲੱਗ ਪੈਂਦੇ ਆ, ਉੱਥੇ ਜਾ ਕੇ ਫਿਰ ਰੌਲਾ ਪੈਂਦਾ। ਹੁਣ ਬਾਅਦ ਵਿੱਚ ਪੁਲਿਸ ਵਾਲਿਆਂ ਨੇ ਉਹ ਧਰਨਾ ਚੁਕਵਾਇਆ, ਉਹਨਾਂ ਨੂੰ ਭਰੋਸਾ ਦਿੱਤਾ ਕਿ ਭਾਈ ਕੋਈ ਗੱਲ ਨਹੀਂ, ਹਾਂ ਜੇ ਕਿਸੇ ਬੰਦੇ ਨੂੰ ਕੋਈ ਇਤਰਾਜ਼ ਹੈ ਨਾ ਕਿ ਦੂਸਰੇ ਭਾਈਚਾਰੇ ਦਾ, ਦੂਸਰੇ ਧਰਮ ਦਾ, ਦੂਸਰੇ ਫਿਰਕੇ ਦਾ ਬੰਦਾ ਕੋਈ ਗਲਤ ਕਰ ਰਿਹਾ, ਤੁਸੀਂ ਰਿਪੋਰਟ ਦਿਓ, ਤੁਸੀਂ ਪਰਚਾ ਦਰਜ ਕਰਾਓ, ਤੁਸੀਂ ਸ਼ਿਕਾਇਤ ਦਿਓ। ਆਪਣੇ ਆਪ ਕਾਨੂੰਨ ਦੇ ਹੱਥ ਦੇ ਵਿੱਚ ਲੈ ਕੇ ਰੁਕਾਵਟਾਂ ਖੜੀਆਂ ਕਰਾਂਗੇ, ਮੋਹਰਿਓ ਅਗਲੇ ਪੈ ਜਾਂਦੇ, ਇੱਧਰੋਂ ਤੁਸੀਂ ਪੈ ਜਾਂਦੇ, ਫਿਰ ਨੁਕਸਾਨ ਹੁੰਦਾ, ਮੁੜ ਕੇ ਤੁਰੇ ਫਿਰਦੇ। ਕਿਉਂਕਿ ਆਪਾਂ ਤਾਂ ਵੈਸੇ ਹੀ ਵਿੱਤੀ ਤੌਰ ਦੇ ਉੱਤੇ ਵੀ ਥੱਲੇ ਲੱਗੇ ਆ, ਇਨਵੈਸਟਮੈਂਟ ਪੰਜਾਬ ਦੇ ਵਿੱਚ ਕੋਈ ਬੰਦਾ ਕਰਕੇ ਰਾਜ਼ੀ ਨਹੀਂ, ਤੇ ਉੱਪਰੋਂ ਜੇ ਇਦਾਂ ਦਾ ਮਾਹੌਲ ਪੈਦਾ ਕਰਾਂਗੇ ਤਾਂ ਜਾਵਾਂਗੇ ਕਿੱਧਰ। ਵੈਸੇ ਗੱਲ ਇਹ ਹੈ WhatsApp ਕਿ ਤੁਸੀਂ ਦੇਖੋ ਕਿ ਵੀ ਇੱਕ ਗੱਲ ਤੇ ਚੰਗੀ ਆ ਵੀ ਇੱਕ ਮੁਲਕ ਦੇ ਵਿੱਚ ਕੋਈ ਬੰਦਾ, ਕਿਉਂਕਿ ਸੰਵਿਧਾਨ ਇਜਾਜ਼ਤ ਦਿੰਦਾ ਵੀ ਕਿਸੇ ਵੀ ਤੁਸੀਂ ਧਰਮ ਨੂੰ ਮੰਨ ਲਓ, ਕਿਸੇ ਵੀ ਢੰਗ ਤਰੀਕੇ ਨਾਲ ਮੰਨ ਲਓ, ਤੁਸੀਂ ਆਜ਼ਾਦ ਹੋ, ਤੁਹਾਡਾ ਮਨ ਹੈ ਵੀ ਤੁਸੀਂ ਜਿਸ ਧਰਮ ਨੂੰ ਮੰਨਣਾ। ਤੇ ਗੱਲ ਤੇ ਕੁੱਲ ਮਿਲਾ ਕੇ ਇਹੀ ਹੈ ਨਾ ਵੀ ਰੱਬ ਨੂੰ ਮੰਨਣਾ ਤੇ ਰੱਬ ਨੂੰ ਪਾਉਣਾ। ਹੁਣ ਜਿਹੜਾ ਰਾਹ ਰਸਤਾ ਰੱਬ ਵੱਲ ਜਾਣ ਵਾਲਾ ਕਿ ਯਾਰ ਤੁਸੀਂ ਚਲੋ ਜੇ ਮਨੁੱਖਾ ਜੀਵਨ 'ਚ ਆਏ ਹੋ, ਇੱਥੇ ਕੋਈ ਚੰਗੇ ਕੰਮ ਕਰਕੇ ਤੇ ਪਰਮਾਤਮਾ ਨੂੰ ਹਾਸਲ ਕਰ ਲਓ। ਹਾਂ, ਪਾਠ ਪੂਜਾ ਕਰਨ ਦਾ ਢੰਗ ਤਰੀਕਾ ਅਲੱਗ, ਧਰਮ ਦਾ ਆਪਣਾ, ਤੁਹਾਨੂੰ ਜਿਹੜਾ ਸਹੀ ਲੱਗਦਾ ਤੁਸੀਂ ਉਹਦੇ ਹਿਸਾਬ ਨਾਲ ਕਰ ਲਓ। ਪਰ ਇਹਦਾ ਮਤਲਬ ਇਹ ਤਾਂ ਹੈ ਨਹੀਂ ਵੀ ਜੇ ਆਪਾਂ ਟੀਚਾ ਜਿਹੜਾ ਉਹ ਇੱਕ ਆ, ਮੰਨ ਲਓ ਵੀ ਪਰਮਾਤਮਾ ਨੂੰ ਪਾਉਣ ਦਾ ਟੀਚਾ ਆ ਤੇ ਉਹ ਹਰੇਕ ਦਾ ਇੱਕੋ ਹੀ ਆ, ਉਹਦਾ ਢੰਗ ਵੱਖੋ ਵੱਖਰਾ।
ਤੇ ਉਹ ਵੱਖੋ ਵੱਖਰੇ ਢੰਗ ਦਾ ਕਰਕੇ ਹੀ ਆਪਾਂ ਨੂੰ ਇੱਕ ਦੂਸਰੇ ਦੇ ਉੱਪਰ ਇਤਰਾਜ਼ ਹੋਵੇ ਵੀ ਆਪਾਂ ਇੱਕ ਦੂਸਰੇ ਨਾਲ ਡਾਂਗਾਂ ਕੱਢੀ ਫਿਰੀਏ, ਇਹ ਤੇ ਕੋਈ ਸਿਆਣਪ ਹੈ ਨਹੀਂ। ਮੈਂ ਤੇ ਕਈ ਵਾਰ ਇਹ ਵੀ ਸੋਚਦਾ ਹੁੰਦਾ ਵੀ ਯਾਰ ਕੋਈ ਇਸ ਤਰ੍ਹਾਂ ਦਾ ਵੀ ਪ੍ਰਚਾਰ ਵੱਖ-ਵੱਖ ਧਰਮਾਂ ਦੇ ਜਿਹੜੇ ਸਿਆਣੇ ਬੰਦੇ ਨੇ ਉਹਨਾਂ ਵੱਲੋਂ ਹੋਣਾ ਚਾਹੀਦਾ ਵੀ ਜੇ ਤੁਸੀਂ ਕਿਸੇ ਦਾ ਵੀ ਰਾਹ ਰੋਕਦੇ ਹੋ ਜਾਂ ਕਿਸੇ ਨੂੰ ਵੀ ਮਾੜਾ ਕਹਿੰਦੇ ਹੋ ਤੇ ਉਹਨੇ ਨੰਬਰ ਤੁਹਾਡੇ ਕੱਟੇ ਜਾਂਦੇ ਆ। ਉਹ ਸਮਝੋ ਵੀ ਤੁਸੀਂ ਇੱਕ ਤਰ੍ਹਾਂ ਦਾ ਪਾਪ ਹੀ ਕਰ ਲਿਆ, ਤੇ ਇਹ ਨਾ ਹੋਵੇ ਵੀ ਜੇ 4 ਪੁੰਨ ਕਰਕੇ ਤੁਸੀਂ ਅੱਗੇ ਗਏ ਹੋ ਤੇ ਇੱਕ ਇਹੋ ਜਿਹੀ ਗੱਲ ਕਰਕੇ ਤੇ ਤੁਸੀਂ ਪਾਪ ਕਰ ਲਿਆ ਤੇ ਫਿਰ ਪਿੱਛੇ ਚਲੇ ਜਾਓ। ਬਿਲਕੁਲ ਇਹੋ ਜਿਹਾ ਕੰਮ ਨਹੀਂ ਕਰਨਾ। ਜੇ ਕਿਤੇ ਕੋਈ ਕਿਉਂਕਿ ਮੈਂ ਤਾਂ ਇਹ ਦੇਸੀ ਜੀ ਉਦਾਹਰਨ ਦੇਣ ਡਿਆ ਵੀ ਕਿਸੇ ਵੇਲੇ ਹੁੰਦਾ ਵੀ ਜਿਹੜਾ ਬੰਦਾ ਥੋੜ੍ਹਾ ਜਿਹਾ ਧਾਰਮਿਕ ਖਿਆਲਾਂ ਵਾਲਾ ਉਹਨੂੰ ਤੁਸੀਂ ਦੂਸਰੀ ਕਿਤੇ ਇੱਧਰ ਉੱਧਰ ਲਈ ਉਦਾਹਰਨ ਦਿਓ ਤੇ ਉਹਦੇ ਘੱਟ ਸਮਝ ਆਉਂਦੀ ਹੈ। ਉਹ ਧਾਰਮਿਕ ਹੀ ਉਦਾਹਰਨ ਕਈ ਵਾਰ ਉਹਨਾਂ ਨੂੰ ਜ਼ਿਆਦਾ ਸਮਝ ਆਉਂਦੀ ਹੁੰਦੀ। ਮੈਂ ਨਾ ਕੋਈ ਉਹੋ ਜਿਹੀ ਉਦਾਹਰਨ ਦੇ ਕੇ ਸਮਝਾ ਲਿਆ ਜਾਵੇ ਯਾਰ ਠੀਕ ਹੈ, ਹਰੇਕ ਦਾ ਆਪੋ ਆਪਣਾ ਧਰਮ ਹੈ, ਜਿਹਦਾ ਜੋ ਮਨ ਕਰਦਾ ਉਹਨੂੰ ਕਰਨ ਦਿਓ। ਘੱਟੋ ਘੱਟ ਬਾਬੇ ਨੂੰ ਤੇ ਪਾ ਲਵਾਂਗੇ। ਨਹੀਂ, ਬੜੀ ਜ਼ਰੂਰੀ ਹੈ ਸੰਧਾਲੀਆ ਸਾਹਿਬ। ਇਹ ਧੱਕੇ ਵਾਲਾ ਕੰਮ ਤਾਂ ਹੈ ਨਹੀਂ। ਇਹ ਤਾਂ ਤਰਕ ਕਰਕੇ ਆਪਣੀ ਗੱਲ ਨੂੰ ਚੰਗੇ ਤਰੀਕੇ ਰੱਖ ਕੇ ਦੇਖੋ। ਜੀਵਨ ਜਾਚ ਹੈ ਕਿ ਭਾਈ ਅਸੀਂ, ਮੈਨੂੰ ਤਾਂ ਐਂ ਲੱਗਦਾ ਕਿ ਸਭ ਤੋਂ ਵੱਡਾ ਧਰਮ ਤਾਂ ਇਹੀ ਹੈ ਕਿ ਜਿਹੜੀ ਡਿਊਟੀ ਹੈ ਸਾਡੀ, ਕੋਈ ਕਿਸਾਨ ਖੇਤੀ ਕਰਦਾ, ਕੋਈ ਬੰਦਾ ਲੋਹਾ ਕੁੱਟਦਾ ਫੈਕਟਰੀ ਦੇ ਵਿੱਚ ਜਾ ਕੇ, ਆਪਾਂ ਖਬਰਾਂ ਕਰਦੇ ਹਾਂ, ਕੋਈ ਵੀ ਬੰਦਾ ਜਿਹੜਾ ਵੀ ਕੰਮ ਕਰਦਾ, ਸਭ ਤੋਂ ਪਹਿਲੀ ਸਾਡੀ ਡਿਊਟੀ ਹਰ ਇੱਕ ਧਰਮ ਇਹ ਸਿਖਾਉਂਦਾ ਕਿ ਭਾਈ ਆਪਦਾ ਕੰਮ ਇਮਾਨਦਾਰੀ ਨਾਲ ਕਰੀਏ, ਦੂਸਰੇ ਦੇ ਗਿੱਟੇ ਨਾ ਵੱਢੀਏ, ਦੂਸਰੇ ਦੀ ਲੱਤ ਦੇ ਮੂਹਰੇ ਕੁਛ ਫਸਾ ਕੇ ਉਹਨੂੰ ਸੁੱਟੀਏ ਨਾ। ਜਿੰਨਾ ਕੁ ਆਪ ਅੱਗੇ ਜਾ ਸਕਦੇ ਆ ਜਾਈਏ। ਜੇ ਦੂਸਰਾ ਅਗਲੇ ਪਾਸੇ ਨੂੰ ਜਾਂਦਾ ਤੇ ਉਹਨੂੰ ਐਪਰੀਸ਼ੀਏਟ ਕਰੀਏ, ਉਹਦੀ ਸ਼ਲਾਘਾ ਕਰੀਏ, ਉਹਦੀ ਪਿੱਠ ਥਾਪੜੀਏ ਕਿ ਭਾਈ ਤੂੰ ਵਧੀਆ ਕੰਮ ਕਰਦਾ। ਦੂਸਰੇ ਬੰਦੇ ਦਾ ਜੇ ਕੋਈ ਚੱਜ ਦਾ ਕੰਮ ਹੋਇਆ, ਜੇ ਉਹਨੇ ਘਰ ਚੰਗਾ ਪਾ ਲਿਆ, ਜੇ ਉਹਨੂੰ ਪ੍ਰਮੋਸ਼ਨ ਮਿਲੀ ਹੈ, ਜੇ ਉਹਦਾ ਧੰਦਾ ਚੰਗਾ ਚੱਲ ਪਿਆ ਤੇ ਅਗਲੇ ਨੂੰ ਖੁਸ਼ ਹੋਈਏ ਦੇਖ ਕੇ ਕਿ ਨਹੀਂ ਭਾਈ ਵਧੀਆ। ਤੇ ਜੇ ਅਸੀਂ ਸੜੀਓ ਹੀ ਜਾਣਾ, ਅਸੀਂ ਇਧਰਲੇ ਪਾਸੇ ਲੋਕਾਂ ਨੂੰ ਲੁੱਟੀ ਜਾਣਾ, ਸਾਡੇ ਮਨ ਦੇ ਵਿੱਚ ਇਹੀ ਗੱਲਾਂ ਆਈ ਜਾਣੀਆਂ ਕਿ ਭਾਈ ਭਾਵੇਂ 2, 3, 2.5, 4.5 ਨੰਬਰ ਦਾ ਜਿੰਨਾ ਦਾ ਮਰਜ਼ੀ ਕੰਮ ਕਰਨਾ ਪੈ ਜਾਏ, 4 ਪੈਸੇ ਆਪਾਂ ਵੱਟ ਕੇ ਆਪਣੀ ਝੋਲੀ ਪਾਉਣੇ ਆ, ਫਿਰ ਕਾਹਦਾ ਧਰਮ? ਫਿਰ ਕਾਹਦੇ ਅਸੀਂ ਧਰਮ ਦੇ ਪੈਰੋਕਾਰ? ਫਿਰ ਕਾਹਦੇ ਅਸੀਂ ਮੰਨਣ ਮਨਾਉਣ? ਜੇ ਬੰਦੇ ਦੇ ਮਨ 'ਚ ਇਹੀ ਰਿਹਾ ਕਿ ਭਾਈ ਮੈਂ ਅੱਜ ਬੰਨਾ ਵੱਢਣਾ ਜਾ ਕੇ, ਤਾਂ ਜੇ ਬੰਦੇ ਦੇ ਮਨ 'ਚ ਇਹੀ ਰਿਹਾ ਕਿ ਮੈਂ ਜਿਹੜੀ ਮਾੜੀ ਚੀਜ਼ ਹੈ ਉਹਨੂੰ ਖਰੀ ਕਹਿ ਕੇ ਵੇਚਣਾ, ਤਾਂ ਜੇ ਬੰਦੇ ਦੇ ਮਨ 'ਚ ਇਹੀ ਰਿਹਾ ਕਿ ਮੈਂ ਫਲਾਣ ਦਾ ਰਿਸ਼ਤਾ ਤੜਾਉਣਾ ਹੈ, ਉਹਦੇ ਨਾਲ ਆਹ ਕਰਨਾ ਹੈ, ਝੂਠ ਹੀ ਬੋਲਣਾ ਹੈ, ਫਿਰ ਤਾਂ ਸੰਧਾਲੀਆ ਸਾਹਿਬ ਧਰਮ ਦੇ ਨੇੜੇ ਥੋੜੀ ਹੋਏ, ਫਿਰ ਤਾਂ ਧਰਮ ਦੇ ਦੂਰ ਹੋ ਗਿਆ। ਮੈਨੂੰ ਲੱਗਦਾ ਕਿ ਪਹਿਲਾਂ ਜਿਹੜਾ ਬੇਸਿਕ ਕਨਸੈਪਟ ਹੈ ਉਧਰਲੇ ਪਾਸੇ ਨੂੰ ਤੁਰੀਏ। ਡਾਂਗਾ ਸੋਟੇ ਤਲਵਾਰਾਂ ਚਲਾਉਣੀਆਂ ਤੇ ਤਾਂ ਬਾਅਦ ਦੀ ਗੱਲ ਹੈ। ਬਸ ਮਤਲਬ ਗੱਲ ਉਹੀ ਹੈ ਵੀ ਆਪਾਂ ਸਿਰਫ ਇਸ ਪਾਸੇ ਉੱਪਰੋਂ ਜਿਹੜੀ ਸਮਝ ਰੱਖ ਲੈਂਦੇ ਵੀ ਮੈਂ ਹੁਣ ਇਸ ਧਿਰ 'ਚ ਨਹੀਂ, ਮੈਂ ਹੁਣ ਇਸ ਧਿਰ 'ਚ ਆ, ਪਰ ਉਹ ਧਿਰ ਨਹੀਂ ਆ। ਉਹ ਬੇਸਿਕਲੀ ਇੱਕ ਜੀਵਨ ਜਾਚ ਆ। ਤੇ ਜੇ ਜੀਵਨ ਜਾਚ ਹੀ ਆਪਾਂ ਚੰਗੀ ਤਰ੍ਹਾਂ ਨਹੀਂ ਸਮਝੀ, ਉਹਦੇ ਕੀ ਡਿਸਪਲਿਨ ਨੇ, ਕੀ ਅਨੁਸ਼ਾਸਨ ਆ, ਉਹੀ ਆਪਾਂ ਨੂੰ ਸਮਝ ਨਹੀਂ ਆਇਆ, ਤੇ ਆਪਾਂ ਆਪਣੇ ਹਿਸਾਬ ਨਾਲ ਉਹ ਖਿਆਲ ਦੂਜੇ ਰੱਖੀ ਫਿਰਦੇ ਹਾਂ ਤੇ ਚਲੇ ਭਾਵੇਂ ਕਿਸੇ ਪਾਸੇ ਵੀ ਜਾਈਏ, ਤੇ ਉਸ ਤੋਂ ਬਾਅਦ ਲੜਾਈ ਝਗੜੇ 'ਚ ਪੈ ਕੇ ਕਿਸੇ ਦਾ ਵੈਰ ਵਿਰੋਧ ਕਰਨ ਲੱਗ ਪੈਂਦੇ ਹਾਂ। ਉਹ ਗੱਲਾਂ ਠੀਕ ਨਹੀਂ। ਚਲੋ ਅਸੀਂ ਆਸ ਉਮੀਦ ਕਰਦੇ ਹਾਂ ਵੀ ਇਨ ਫਿਊਚਰ ਇਹੋ ਜਿਹਾ ਕੁਛ ਨਹੀਂ ਹੋਊਗਾ। ਬਾਕੀ ਵਾਰ ਸਾਹਿਬ ਹੁਣ ਜਾਣ ਦਾ ਸਮਾਂ ਹੋ ਗਿਆ। ਪੰਜਾਬ ਵਾਲੇ ਪਾਸੇ ਮੁਆਵਜ਼ੇ ਦਾ ਰੌਲਾ ਸੀ। ਸਰਕਾਰ ਕਹਿੰਦੀ ਗਰਦੌਰੀਆਂ ਚੱਲੀ ਜਾਂਦੀਆਂ, ਵਿਸਾਖੀ ਤੱਕ ਜਿਹੜਾ ਉਹ ਮੁਆਵਜ਼ਾ ਦੇ ਦਿਆਂਗੇ। ਇਹ 15,000 ਇਹਨਾਂ ਨੇ ਦੇਣਾ। ਹੁਣ 15,000 ਦੀ ਆਵਾਜ਼ ਹਰਿਆਣੇ ਵਾਲਿਆਂ ਨੇ ਵੀ ਦੇ ਦਿੱਤੀ ਹੈ। ਇਹਦਾ ਮਤਲਬ 15,000 ਦੇ ਲਾਗੇ ਬੰਨੇ ਇਸ ਖਿੱਤੇ ਦੇ ਵਿੱਚ ਸਹਿਮਤੀ ਬਣ ਗਈ ਕਿ 1 ਏਕੜ ਦਾ ਮੁਆਵਜ਼ਾ 15,000 ਹੋ ਜਾਵੇ ਤੇ ਫਿਰ ਮਸਲਾ ਹੱਲ ਹੋ ਸਕਦਾ। ਬਿਲਕੁਲ ਸੰਧਾਲੀਆ ਸਾਹਿਬ, ਉੱਪਰਲਾ ਮੁਆਵਜ਼ਾ ਇੱਕੋ ਜਿਹਾ, ਪਰ ਹੇਠਲਾ ਮੁਆਵਜ਼ਾ ਜਿਹੜਾ ਪੰਜਾਬ ਵਾਲਿਆਂ ਨੇ 6800 7,000 ਦੇ ਨੇੜੇ ਸੀਗਾ, 75% ਖਰਾਬੇ ਤੱਕ ਦਾ, ਉਹ ਉਹਨਾਂ ਨੇ 12,000 ਤੱਕ ਦਾ ਰੱਖਿਆ। ਉਸ ਪੱਖੋਂ ਪੰਜਾਬ ਤੋਂ ਵੱਧ ਨੇ। ਤੇ ਸੁਖਪਾਲ ਸਿੰਘ ਖਹਿਰਾ ਸਾਹਿਬ ਕਹਿੰਦੇ ਜੀ ਮੇਰੇ ਹਲਕੇ ਦੇ ਵਿੱਚ ਤਾਂ ਗਿਰਦਾਵਰੀ ਬਹੁਤੇ ਪਿੰਡਾਂ ਦੇ ਵਿੱਚ ਹੋਈ ਹੋਈ ਨਹੀਂ। ਸਰਕਾਰ ਕਹਿੰਦੀ ਹੈ ਕਿ ਵਿਸਾਖੀ ਤੱਕ ਅਸੀਂ ਪੈਸੇ ਲੋਕਾਂ ਦੇ ਖਾਤੇ 'ਚ ਪਾ ਦੇਣੇ ਆ, ਦੇਖਦੇ ਆ ਕੀ ਹੁੰਦਾ ਜੀ। ਚਲੋ ਚਲੀਏ ਜੀ ਫਿਰ। ਬਹੁਤ ਸ਼ੁਕਰੀਆ ਸੰਧਾਲੀਆ ਸਾਹਿਬ, ਮਿਹਰਬਾਨੀ ਜੀ। ਲਓ ਜੀ, ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਆਪਣੀ ਫੀਡਬੈਕ ਭੇਜਦੇ ਰਿਹਾ ਕਰੋ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।